ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ। ਜਪੁ ਆਦਿ ਸਚ ਜੁਗਾਦਿ ਸਚ ਹੈਪੀ ਸਚ ਨਾਨਕ ਹੋਸੀ ਭੀ ਸਚ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ। ਜਪੁ ਆਦਿ ਸਚ ਜੁਗਾਦਿ ਸਚ ਹੈਪੀ ਸਚ ਨਾਨਕ ਹੋਸੀ ਭੀ ਸਚ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ। ਜਪੁ ਆਦਿ ਸਚ ਜੁਗਾਦਿ ਸਚ ਹੈਪੀ ਸਚ ਨਾਨਕ ਹੋਸੀ ਭੀ ਸਚ। ਵਾਹਿਗੁਰੂ 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 ਵਾਹਿਗੁਰੂ। ਤੁਹੀ ਤੂੰ 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 ਤੁਹੀ 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 ਤੁਹੀ। ਤੇਰਾ 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 ਤੇਰਾ। ਵਾਹਿਗੁਰੂ 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 ਵਾਹਿਗੁਰੂ। ਅਸੁਨ ਆਓ ਪਿਰਾ ਸਾ ਤਨ ਝੂਰ ਮੋਈ। ਅਸੁਨ ਆਓ ਪਿਰਾ ਸਾ ਤਨ ਝੂਰ ਮੋਈ। ਤਾਂ ਮਿਲੀਆਂ ਭ੍ਰਮ ਮੇਲੇ ਦੂਜੇ ਭਾਏ ਖੁਈ। ਝੂਠ ਵਿਗੁਤੀ ਤਾ ਫਿਰ ਮੁੱਤੀ ਕੁਕਹਿ ਕਾਹ ਸੇ ਫੁੱਲੇ। ਆਗੈ ਘਾਮ ਪਿਛੈ ਰੁਤ ਜਾਡਾ ਦੇਖ ਚਲਤ ਮਨ ਡੋਲੇ। ਦਹਿ ਦਿਸ ਸਾਖ ਹਰੀ ਹਰੀਆਵਲ ਸਹਿਜ ਪਕੈ ਸੋ ਮੀਠਾ। ਨਾਨਕ ਅਸੁਨ ਮਿਲਹੁ ਪਿਆਰੇ ਸਤਿਗੁਰ ਭਏ ਬਸੀਠਾ। ਦਹਿ ਦਿਸ ਸਾਖ ਹਰੀ ਹਰੀਆਵਲ ਸਹਿਜ ਪਕੈ ਸੋ ਮੀਠਾ। ਨਾਨਕ ਅਸੁਨ ਮਿਲਹੁ ਪਿਆਰੇ ਸਤਿਗੁਰ ਭਏ ਬਸੀਠਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੁਨ ਆਓ ਪਿਰਾ ਸਾ ਤਨ ਝੂਰ ਮੋਈ। ਤੁਖਾਰੀ ਰਾਗ ਗੁਰੂ ਨਾਨਕ ਸਾਹਿਬ ਜੀ ਦੇ ਸੱਚਖੰਡ ਜਾਣ ਤੋਂ ਕੁਝ ਸਮੇਂ ਪਹਿਲਾਂ ਦੀ ਰਚਨਾ। ਮਹਾਰਾਜ ਜੀ ਨੇ 12 ਮਹਾ ਉਚਾਰਨ ਕੀਤੀ। ਸੋ ਅੱਸੂ ਦੇ ਮਹੀਨੇ ਵਿੱਚ ਮਹਾਰਾਜ ਫਰਮਾਨ ਕਰਦੇ ਆ, ਅਸੁਨ ਆਓ ਪਿਰਾ ਸਾ ਤਨ ਝੂਰ ਮੋਈ। ਵਿਜੋਗਵਤੀ ਇਸਤਰੀ ਆਖਦੀ ਹੈ ਅਸੁਨ ਅੱਸੂ ਦੇ ਮਹੀਨੇ ਵਿੱਚ, ਹੇ ਪਤੀ ਜੀਓ ਘਰ ਵਿੱਚ ਆਓ। ਆਪ ਦੇ ਮਿਲੇ ਬਿਨਾਂ ਸਾ ਮੈਂ ਧਨ ਇਸਤਰੀ ਝੁਰ ਝੁਰ ਕੇ ਮਰ ਰਹੀ ਹਾਂ। ਤੁਹਾਤੋਂ ਬਿਨਾਂ ਮੈਨੂੰ ਘਰ ਚੰਗਾ ਨਹੀਂ ਲੱਗਦਾ। ਇਸੇ ਤਰ੍ਹਾਂ ਜਗਿਆਸੂ ਰੂਪ ਸਖੀ ਆਖਦੀ ਹੈ, ਆਪ ਜੀ ਪ੍ਰਾਪਤੀ ਦੀ ਜੋ ਆਸਾ ਲੱਗ ਰਹੀ ਹੈ, ਇਹੀ ਅੱਸੂ ਦਾ ਮਹੀਨਾ ਹੈ। ਅਥਵਾ ਜਿਹੜਾ ਸਤ ਸੰਗਤ ਵਿੱਚ ਅਸੁਨ ਆ ਕੇ ਜਸ ਸੁਣਿਆ ਹੈ, ਇਹੀ ਇੱਕ ਅੱਸੂ ਦਾ ਮਹੀਨਾ ਹੈ। ਇਸ ਅੱਸੂ ਦੇ ਮਹੀਨੇ ਵਿੱਚ ਹੇ ਪਤੀ ਪਰਮਾਤਮਾ, ਆਪ ਆ ਕੇ ਮੈਨੂੰ ਪ੍ਰਾਪਤ ਹੋਵੋ। ਆਪ ਜੀ ਦੇ ਮਿਲੇ ਤੋਂ ਬਿਨਾਂ ਸਾ ਧਨ ਮੈਂ ਜਗਿਆਸੂ ਰੂਪ ਇਸਤਰੀ ਝੂਰ ਮੂਈ ਝੁਰ ਝੁਰ ਕੇ ਮਰ ਰਹੀ ਹਾਂ। ਜਿਵੇਂ ਕਿ ਇਸਤਰੀ ਪਤੀ ਤੋਂ ਬਿਨਾਂ ਮਰ ਜਾਂਦੀ ਹੈ, ਇਸੇ ਤਰ੍ਹਾਂ ਇੱਕ ਆਤਮਾ ਰੂਪ ਇਸਤਰੀ ਨੂੰ ਮਹਾਰਾਜ ਮੁਖੱਲਤ ਕਰਕੇ ਕਹਿੰਦੇ, ਉਹ ਆਤਮਾ ਨਾਮ ਤੋਂ ਵਿਹੂਣੀ ਸਰੀਰ ਦੀ ਖੁਰਾਕ ਜਿਵੇਂ ਅੰਨ ਪਾਣੀ ਹੈ, ਆਤਮਾ ਦੀ ਖੁਰਾਕ ਪਰਮਾਤਮਾ ਦੀ ਬਾਣੀ ਹੈ। ਸੋ ਖੱਪ ਖੱਪ ਝੁਰ ਝੁਰ ਕੇ ਮਰ ਰਹੀ ਹੈ। ਮੇਰੇ ਘਰ ਸਰੀਰ ਰੂਪੀ ਘਰ ਵਿੱਚ ਆ ਕੇ ਆਪ ਆਇਓ ਪੜ੍ਹਨ ਸੁਣਨ ਕੋ ਬਾਣੀ। ਮੇਰੇ ਤੋਂ ਨਾਮ ਜਪਾਵੋ। ਬੰਦਾ ਸੋ ਜੋ ਕਰੇ ਬੰਦਗੀ, ਇਹ ਬੰਦਗੀ ਦਾ ਜਾਮਾ ਮਨੁੱਖਾ ਸਰੀਰ ਹੈ। ਸੋ ਤੁਸੀਂ ਮੇਰੇ ਪਤੀ ਪਰਮੇਸ਼ਰ ਹੋ। ਸੋ ਬਾਣੀ ਨੂੰ ਮਹਾਰਾਜ ਕਹਿੰਦੇ ਆ, ਵਾਹਿਗੁਰੂ ਪਰਮੇਸ਼ਰ ਨੂੰ ਕਹਿੰਦੇ ਮੇਰੇ ਅੰਦਰ ਆ ਕੇ ਵਸੋ। ਆਤਮਾ ਰੂਪ ਇਸਤਰੀ ਦੀ ਪੁਕਾਰ ਹੈ। ਜਿਵੇਂ ਕਿ ਪ੍ਰਤੱਖ ਇਸਤਰੀ ਕਹਿੰਦੀ ਕਿ ਮੈਨੂੰ ਆਪ ਤੋਂ ਬਿਨਾਂ ਘਰ ਨਹੀਂ ਅੱਛਾ ਲੱਗਦਾ। ਸੋ ਇਸੇ ਤਰ੍ਹਾਂ ਸੰਤ ਜਗਿਆਸੂ ਰੂਪ ਰੂਹਾਂ, ਸਤਸੰਗੀ ਰੂਪ ਰੂਹਾਂ ਕਹਿੰਦੀਆਂ, ਮਹਾਰਾਜ ਸੱਚੇ ਪਾਤਸ਼ਾਹ ਤੁਹਾਡੀ ਗੁਰਬਾਣੀ ਤੋਂ ਬਿਨਾਂ, ਤੁਹਾਡੇ ਨਾਮ ਤੋਂ ਬਿਨਾਂ ਮੇਰਾ ਇਹ ਸਰੀਰ ਰੂਪੀ ਜਿਹੜਾ ਪਿੰਜਰ ਹੈ ਉਹ ਬੇਕਾਰ ਹੈ।
ਸੋ ਤੁਸੀਂ ਆ ਕੇ ਮੇਰੇ ਵਿੱਚ ਵਾਸਾ ਪਾਓ। ਉੱਤਮ ਮਹਾਤਮਾ ਰੂਪ ਸਖੀ ਜਗਿਆਸੂ ਰੂਪ ਸਖੀ ਨੂੰ ਆਖਦੀ ਹੈ। ਜਿਹੜੀਆਂ ਉੱਤਮ ਰੂਹਾਂ ਆ ਮਹਾਂ ਆਤਮਾ ਉਦੋਂ ਮਹਾਨ ਹੁੰਦੀ ਹੈ ਜਦੋਂ ਉਹ ਵਿਣਗੁਣ ਕੀਤੇ ਭਗਤ ਨੂੰ ਹੋਈ, ਜਦੋਂ ਗੁਣ ਧਾਰਨ ਕਰਕੇ ਦਇਆ ਸੰਤੋਖ ਜਤ ਸਤ ਪਰਮਾਤਮਾ ਦੀ ਬੰਦਗੀ ਕਰਦੀ ਹੈ। 8 ਪਹਿਰ ਜਿਹੜੇ ਧਿਆਉਂਦੇ ਉਹ ਸੰਤ ਕਹਿਲਾਉਂਦੇ ਆ, ਮਹਾਤਮਾ ਕਹਿਲਾਉਂਦੇ ਆ। ਜਿਵੇਂ ਕੋਈ ਘੰਟਾ ਨਾਮ ਜਪ ਲੈਂਦਾ, ਧਿਆ ਲੈਂਦਾ, ਇਸ ਤਰ੍ਹਾਂ ਜਿਹੜੇ 8 ਪਹਿਰ ਜਪਦੇ, ਜਿਹਨਾਂ ਸਾਸ ਗ੍ਰਾਸ ਨਾ ਵਿਸਰੈ, ਹਰਨਾਮਾ ਮਨ ਮੰਤ ਧਨ ਸੇ ਸਹੀ ਨਾਨਕਾ ਪੂਰਨ ਸਹੀ ਸੰਤ। ਸੰਤਾਂ ਦੀ ਰਹਿਤ ਵੱਖਰੀ ਬਣਾਈ, ਉਹਨਾਂ ਦੀ ਖੁਰਾਕ ਵੱਖਰੀ, ਥੋੜ੍ਹਾ ਖਾਣਾ, ਥੋੜ੍ਹਾ ਬੋਲਣਾ, ਥੋੜ੍ਹਾ ਸੋਣਾ। ਪਰਮਾਤਮਾ ਤੋਂ ਮਿਲਣ ਵਿੱਚ ਸਹਾਈ ਹੁੰਦਾ ਹੈ, ਦੁਖਦਾਰੂ ਸੁਖ ਰੋਗ। ਸੋ ਇਸ ਕਰਕੇ ਸੰਤ ਰਹਿਤ ਵੱਖਰੀ ਬਣਾਈ ਹੈ। ਸੋ ਮਹਾਤਮਾ ਰੂਪ ਸਖੀ ਜਗਿਆਸੂ ਰੂਪ ਸਖੀ ਨੂੰ ਆਖਦੀ ਹੈ, ਤਾਂ ਮਿਲੀਏ ਪ੍ਰਭ ਮੇਲੇ ਦੂਜੈ ਭਾਏ ਖੁਈ। ਜੇਕਰ ਪ੍ਰਭੂ ਆਪ ਕਿਰਪਾ ਦ੍ਰਿਸ਼ਟੀ ਕਰਕੇ ਆਪਣੇ ਨਾਲ ਮਿਲੇ ਤਾਂ ਹੀ ਪ੍ਰਭੂ ਪਤੀ ਨਾਲ ਮਿਲਾਪ ਹੁੰਦਾ ਹੈ। ਜਿਹੜਾ ਇਸਤਰੀ ਦਵੈਸ਼ ਵਿੱਚ ਲੱਗੀ ਰਹਿੰਦੀ ਹੈ ਉਹ ਪ੍ਰਭੂ ਤੋਂ ਖੋਈ ਭੁੱਲ ਗਈ ਹੈ। ਪਾਓ ਜਿਹਨੂੰ ਆਪਣਾ ਪਤੀ ਛੁੱਟ ਗਿਆ ਹੈ। ਕਈ ਲੋਕ ਆਪਣੇ ਇੱਕ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੀ ਆਰਾਧਨਾ ਛੱਡ ਕੇ ਹੋਰ ਦੇਵੀ ਦੇਵਤੇ ਕਰਮ ਕਾਂਡਾਂ 'ਚ ਫਸਦੇ ਆ, ਦਵੈਸ਼ ਭਾਵਨਾ ਵੱਲ ਜਾਂਦੇ। ਉਹ ਇਸਤਰੀ ਜਿਹਦਾ ਇੱਕ ਪਤੀ ਨਾ ਹੋਵੇ, ਇੱਕ ਵਿੱਚੋਂ ਲੀਨ ਨਾ ਹੋਵੇ, 20 ਉੱਤੇ ਆਸ ਰੱਖੇ, 20 ਪਿੱਛੇ ਦੌੜੇ, ਤਾਂ ਉਹਨੂੰ ਕੋਈ ਸਤੀ ਵਰਤਾ ਨਹੀਂ ਕਹਿੰਦਾ। ਸਮਾਜ ਵਿੱਚ ਉਹਨੂੰ ਬੜਾ ਭੈੜਾ ਆਖਦੇ। ਸੋ ਇਸ ਤਰ੍ਹਾਂ ਜਿਹੜੀਆਂ ਇਸਤਰੀਆਂ ਇੱਕ ਪਰਮਾਤਮਾ ਨੂੰ ਨਹੀਂ ਯਾਦ ਕਰਦੀਆਂ, ਮਹਾਰਾਜ ਨੇ ਸਾਨੂੰ ਸਾਰੇ ਆਨ ਦੇਵੀ ਦੇਵਤਾ ਪੈਗੰਬਰਾਂ ਦੇ ਪੂਜਾ ਤੋਂ ਠਾ ਕੇ ਸਾਨੂੰ ਪਰਚਾ ਸ਼ਾਦਾ ਪੂਜਾ ਕਾਲ ਕੀ ਦੀਦਾਰ ਖਾਲਸੇ ਕੇ। ਇੱਕੋ ਇੱਕ ਪਰਮਾਤਮਾ ਪਤੀ ਜੋ ਸਭ ਦੇ ਅੰਦਰ ਹੈ, ਉਹਦੀ ਸਾਨੂੰ ਇਸਤਰੀ ਬਣਾਇਆ। ਅਸੀਂ ਉਹਦੀ ਜੱਤ ਵਿੱਚ ਰਹਿੰਦੇ ਹਾਂ, ਇੱਕ ਪਰਮਾਤਮਾ ਨੂੰ ਹੀ ਧਿਆ ਲੈਂਦੇ ਹਾਂ ਜਿਹੜਾ ਸਭ ਦਾ ਮਾਲਕ ਹੈ। ਉਹੀ ਰਾਮ, ਉਹੀ ਖੁਦਾ, ਉਹ ਸਭ ਕੁਛ ਹੈ ਸੰਸਾਰ ਦਾ ਵਾਹਿਗੁਰੂ। ਸੋ ਇਸਤਰੀ ਦਵੈਸ਼ ਵਿੱਚ ਲੱਗੀ ਰਹਿੰਦੀ ਹੈ, ਉਹ ਪ੍ਰਭੂ ਤੋਂ ਖੋਈ ਭੁੱਲ ਗਈ ਹੈ। ਜਿਹੜੀ ਐਸੇ ਪਰਮਾਤਮਾ ਨੂੰ ਛੱਡ ਕੇ ਹੋਰਾਂ ਦੀ ਆਰਾਧਨਾ 'ਚ ਲੱਗੀ ਰਹਿੰਦੀ ਹੈ, ਉਹ ਆਪਣਾ ਰਸਤਾ ਭਟਕ ਜਾਂਦੀ ਹੈ। ਸੋ ਪ੍ਰਸ਼ਨ ਪਰਮੇਸ਼ਰ ਪਤੀ ਨੇ ਇਸ ਨੂੰ ਛੁੱਟੜ ਕਿਉਂ ਕੀਤਾ ਹੈ? ਜਿਨ੍ਹਾਂ ਨੂੰ ਉਹ ਆਪਣਾ ਨਾਮ ਨਹੀਂ ਜਪਾਉਂਦਾ ਉਹਨਾਂ ਨੂੰ ਛੁੱਟੜ ਕਰ ਦਿੰਦਾ। ਸਮਝ ਲਓ ਕਿ ਪਤੀ ਹੀ ਛੱਡ ਗਿਆ ਇਹਨਾਂ ਇਸਤਰੀਆਂ ਨੂੰ। ਜਿਹੜੇ ਮਨਮੁਖ ਰੂਹਾਂ ਹੋ ਜਾਂਦੇ ਆ, ਜਿਨ੍ਹਾਂ 'ਚ ਹੰਕਾਰ ਹੀ ਰਹਿੰਦਾ ਆ, ਜਿਹੜੇ ਨਾਮ ਨਹੀਂ ਜਪਦੇ, ਜਿਹੜੇ ਸਾਧੂਆਂ ਮਹਾਤਮਾ ਤੋਂ ਨਫ਼ਰਤ ਕਰਦੇ, ਪਰਮਾਤਮਾ ਨੇ ਹੀ ਉਹਨਾਂ ਨੂੰ ਭੁਲਾ ਛੱਡਿਆ ਆਪਣੇ ਤੋਂ। ਸੰਜੋਗ ਵਿਜੋਗ ਦੋਏ ਕਾਰ ਚਲਾਵੇ, ਲਿਖਿਆ ਵੇ ਭਾਗ। ਕਿਉਂਕਿ ਜੋੜਨਾ ਤੋੜਨਾ, ਨਾਮ ਜਪਣਾ ਜਪਾਉਣਾ ਸਭ ਕੁਛ ਰੱਬ ਨੇ ਹੱਥ 'ਚ ਰੱਖਿਆ। ਸੋ ਪਰਮਾਤਮਾ ਨੇ ਜਿਨ੍ਹਾਂ ਨੂੰ ਛੁੱਟੜ ਕਰ ਦਿੱਤਾ, ਜਿਨ੍ਹਾਂ ਨੂੰ ਅਣਦੇਖੇ ਕਰਤਾ, ਜਿਨ੍ਹਾਂ ਦੇ ਭਾਗ ਮੰਦੇ, ਜਿਨ੍ਹਾਂ ਨੂੰ ਪਰਮਾਤਮਾ ਨੇ ਕਿਰਪਾ ਨਹੀਂ ਕੀਤੀ, ਜਿਨ੍ਹਾਂ 'ਤੇ ਕਿਰਪਾ ਦ੍ਰਿਸ਼ਟੀ ਕਰਕੇ ਜਿਨ੍ਹਾਂ ਤੋਂ ਸੇਵਾ ਸਿਮਰਨ ਕਰਾਉਂਦਾ ਹੈ, ਜਿਨ੍ਹਾਂ ਤੋਂ ਭਗਤੀ ਕਰਾਉਂਦਾ ਹੈ, ਉਹ ਸੁਹਾਗਵੰਤੀ ਰੂਹਾਂ ਹੋ ਜਾਂਦੀਆਂ। ਉਹ ਮਨਮੁਖ ਹੋ ਜਾਂਦੇ, ਉਹ ਗੁਰਮੁਖ ਬਣ ਜਾਂਦੇ। ਸੋ ਪਰਮੇਸ਼ਰ ਪਤੀ ਨੇ ਇਸ ਨੂੰ ਛੁੱਟੜ ਕੀਤਾ ਹੈ, ਆਪੇ ਹੀ ਛੱਡਿਆ ਹੈ। ਇਹ ਪ੍ਰਸ਼ਨ ਆ, ਉੱਤਰ ਕਰਦੇ। ਮਹਾਰਾਜ ਕਹਿੰਦੇ ਝੂਠ ਵਿਗੁਤੀ ਤਾਂ ਫਿਰ ਮੁੱਤੀ ਕੁੱਕ ਹੈ ਕਾਹ ਸੇ ਫੁੱਲੇ। ਝੂਠ ਨੇ ਇਸ ਨੂੰ ਵਿਗੁਤੀ ਖਰਾਬ ਕੀਤਾ ਹੈ, ਤਾਂ ਹੀ ਪਤੀ ਪਰਮਾਤਮਾ ਨੇ ਇਸ ਨੂੰ ਮੁੱਤੀ ਛੁੱਟੜ ਕੀਤਾ ਹੈ, ਭਾਵ ਛੱਡ ਦਿੱਤਾ। ਜਿਹੜੇ ਝੂਠ ਬੋਲਦੇ ਨਾ ਉਹ ਧਰਮ ਦੇ ਰਸਤੇ ਨਹੀਂ ਬੋਲੀਏ, ਸੱਚ ਧਰਮ ਝੂਠ ਕਦੇ ਨਾ ਬੋਲੀਏ। ਪਰਮਾਤਮਾ ਦੇ ਪਿਆਰੇ ਪਰਮਾਤਮਾ ਦੇ ਨਾਮ ਜਪਣ ਵਾਲੇ ਕਦੇ ਝੂਠ ਨਹੀਂ ਬੋਲਦੇ, ਨਾ ਝੂਠ ਦੇ ਰਸਤੇ ਚੱਲਦੇ, ਉਹ ਝੂਠ ਤੋਂ ਨਫ਼ਰਤ ਕਰਦੇ। ਸੋ ਜਿਹੜੇ ਰੱਬ ਸੱਚਾ ਆ, ਉਹਦਾ ਨਾਮ ਸੱਚਾ ਆ, ਤਿੰਨਾਂ ਕਾਲਾਂ 'ਚ ਨਾਸ਼ ਤੋਂ ਰਹਿਤ ਹੋਣ ਕਰਕੇ ਸਤਿਨਾਮ ਆ। ਸੋ ਜਿਹੜੇ ਝੂਠ ਬੋਲਦੇ, ਝੂਠ ਦਾ ਪੱਲਾ ਫੜਦੇ, ਥਾਉ ਨਾ ਪਾਇਨ ਕੂੜਿਆਰ ਮੂੰਹ ਕਾਲੇ ਦੁਜਕ ਚਾਲਿਆ। ਝੂਠ ਬੋਲਣ ਵਾਲਿਆਂ ਨੂੰ ਪਰਮਾਤਮਾ ਆਪਣੀ ਤੋਂ ਦੂਰ ਕਰ ਦਿੰਦਾ ਆ, ਮਨਮੁਖ ਰੂਹਾਂ ਨੂੰ ਆਪਣੇ ਆਪ ਤੋਂ ਦੂਰ ਕਰ ਦਿੰਦਾ, ਖਰਾਬ ਕਰ ਦਿੰਦਾ ਹੈ। ਕਹਿੰਦੇ ਤੁਸੀਂ ਤਾਂ ਝੂਠ ਬੋਲਦੇ ਆ, ਤੁਸੀਂ ਤਾਂ ਸੱਚ ਨਹੀਂ ਬੋਲਦੇ, ਸੱਚ ਦੇ ਉੱਤੇ ਸੱਚ ਦੀ ਕਿਰਤ ਨਹੀਂ ਕਰਦੇ, ਸੱਚ ਨਹੀਂ ਬੋਲਦੇ, ਸੱਚ ਦੇ ਰਸਤੇ ਨਹੀਂ ਚੱਲਦੇ, ਧਰਮ ਦੇ ਰਸਤੇ ਨਹੀਂ ਚੱਲਦੇ। ਸੋ ਤੁਹਾਨੂੰ ਤਾਂ ਸਜ਼ਾ ਹੀ ਲਾਈ ਆ। ਅੱਸੂ ਦੇ ਮਹੀਨੇ ਵਿੱਚ ਉਹ ਪਰਮਾਤਮਾ ਨੇ ਮਨਮੁਖ ਰੂਹਾਂ ਨੂੰ ਆਪਣੇ ਤੋਂ ਦੂਰ ਕਰ ਦਿੱਤਾ, ਝੂਠ ਕਰਮ ਕਰਕੇ।
ਥਾਉ ਨ ਪਾਵਨ ਕੂੜਿਆਰ ਮੂੰਹ ਕਾਲੇ ਦੋਜਗ ਚਾਲਿਆ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਜਿੰਨਾ ਸੱਚ ਬੋਲਾਂਗੇ ਉਨਾ ਰੱਬ ਦੇ ਨੇੜੇ ਹੋ ਜਾਵਾਂਗੇ। ਰੱਬ ਤਾਂ ਸੱਚ ਦਾ ਸਰੂਪ ਆ। ਸੋ ਜਿਹੜੇ ਝੂਠ ਬੋਲਦੇ ਆ ਧਰਮ ਤੋਂ ਪੁੱਠੇ ਰਾਹ ਚੱਲਦੇ ਆ। ਜਿਹੜੇ ਝੂਠ ਬੋਲਦੇ ਆ ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸੱਤ ਵਾਟੇ ਗੁਣਾਂ ਦੇ ਧਾਰਨੀ ਨਹੀਂ ਬਣਦੇ। ਮਹਾਰਾਜ ਕਹਿੰਦੇ ਵੀ ਪਰਮਾਤਮਾ ਹੀ ਉਹਨਾਂ ਨੂੰ ਖਰਾਬ ਕਰਦਾ, ਉਹਨਾਂ ਤੋਂ ਆਪਣੇ ਤੋਂ ਦੂਰ ਰੱਖਦਾ ਹੈ। ਸੋ ਪਤੀ ਪਰਮਾਤਮਾ ਨੇ ਹੀ ਇਸ ਨੂੰ ਮੁੱਤੀ ਛੁੱਟੜ ਕੀਤਾ ਹੈ ਔਰ ਛੱਡ ਦਿੱਤਾ ਹੈ ਕਿ ਤੂੰ ਝੂਠ ਬੋਲਦਾ, ਝੂਠ ਦੇ ਰਸਤੇ ਚੱਲਦਾ ਹੈ। ਇਸ ਕਰਕੇ ਥਾਉ ਨਾ ਪਾਇਨ ਕੂੜਿਆਰ ਮੂੰਹ ਕਾਲੇ ਦੋਜਗ ਚਾਲਿਆ। ਇਹ ਆਸ ਨਾ ਰੱਖੀ ਕਿ ਮੈਂ 100 ਵਾਰ ਅੰਮ੍ਰਿਤ ਛਕ ਲਿਆ ਅਤੇ ਝੂਠ ਦਾ ਪੱਲਾ ਨਹੀਂ ਛੱਡਿਆ ਅਤੇ ਮੈਨੂੰ ਸੱਚਖੰਡ 'ਚ ਜਗ੍ਹਾ ਦੇ ਦੇਣਗੇ ਗੁਰੂ ਨਾਨਕ ਸਾਹਿਬ। ਕਿਉਂਕਿ ਬਾਣੀ ਪ੍ਰਭ ਕੀ ਸਭ ਕੋ ਬੋਲੇ ਆਪ ਡੋਲਾ ਕਬੂ ਡੋਲੇ। ਥਾਉ ਨਾ ਪਾਇਨ ਕੂੜਿਆਰ ਮੂੰਹ ਕਾਲੇ ਦੋਜਗ ਚਾਲਿਆ। ਝੂਠ ਬੋਲਣ ਵਾਲਿਆ ਸਿੱਖਾ ਤੇਰਾ ਮੈਂ ਮੂੰਹ ਕਾਲਾ ਕਰਕੇ ਤੈਨੂੰ ਨਰਕਾਂ 'ਚ ਹੀ ਸਿੱਟੂਗਾ। ਜਿਵੇਂ ਅੱਸੂ ਦੇ ਮਹੀਨੇ ਵਿੱਚ ਕੁੱਕ ਹੈ, ਪਿਛਲੀ ਤੇ ਕਾਹੀ ਸੇ ਇਹ ਦੋਵੇਂ ਫੁੱਲ ਜਾਂਦੀਆਂ ਹਨ। ਅੱਸੂ ਦੇ ਮਹੀਨੇ ਵਿੱਚ ਕੁੱਕ ਹੈ, ਪਿਛਲੀ ਤੇ ਕਾਹੀ ਸੇ ਇਹ ਦੋਵੇਂ ਫੁੱਲ ਜਾਂਦੀਆਂ ਹਨ। ਤਿਵੇਂ ਬੁਢੇਪੇ ਦੇ ਆਉਣ ਕਰਕੇ ਪਿਛਲੀ ਦੀ ਤਰ੍ਹਾਂ ਦਾੜੀ ਦੇ ਰੋਮ ਤੇ ਕਾਹੀ ਦੀ ਤਰ੍ਹਾਂ ਸਿਰ ਦੇ ਰੋਮ ਵਾਲ ਚਿੱਟੇ ਹੋ ਗਏ ਹਨ। ਪਰ ਇਸ ਜੀਵ ਰੂਪ ਇਸਤਰੀ ਨੇ ਪ੍ਰਭੂ ਦਾ ਸਿਮਰਨ ਨਹੀਂ ਕੀਤਾ। ਬੁਢੇਪਾ ਵੀ ਆ ਗਿਆ, ਇਸੇ ਤਰ੍ਹਾਂ ਚੁਗਲੀ ਨਿੰਦਿਆਂ 'ਚ ਹੀ ਫਸੀ ਰਹੀ, ਝੂਠੇ ਹੀ ਬੋਲਦੀ ਰਹੀ। ਸੋ ਤਾਂ ਕਰਕੇ ਬੁਢੇਪਾ ਆ ਗਿਆ। ਮਹਾਰਾਜ ਭੀਖਣ ਸ਼ਾਹ ਨੇ ਵੀ ਬਾਣੀ 'ਚ ਕਿਹਾ ਕਿ ਨੈਨੋ ਨੀਰ ਬਹਿ ਧਨ ਖੀਨਾ ਭੈ ਕੇ ਇਸ ਦੁਧਵਾਨੀ ਰੂਧਾ ਕੰਠ ਨਾਮ ਨਹੀਂ ਉਚਰੈ ਅਬ ਕਿਆ ਕਰਹਿ ਭਲਾਨੀ। ਜਦੋਂ ਨਾਮ ਨਹੀਂ ਉਚਰਦਾ ਤੇ ਉਹ ਪ੍ਰਾਣੀ ਕਿਆ ਕਰੂਗਾ। ਸੋ ਜਬ ਲਗ ਜਰਾ ਰੋਗ ਨਹੀਂ ਆਇਆ, ਜਬ ਲਗ ਕਾਲ ਗ੍ਰਸੀ ਨਹੀਂ ਕਾਇਆ, ਜਬ ਲਗ ਵਿਕਲ ਭਈ ਨਹੀਂ ਬਾਨੀ, ਭਜ ਲੇਹ ਰੇ ਮਨ ਸਾਰਿਗ ਪਾਨੀ, ਅਬ ਨਾ ਭਜਸ ਭਜਸ ਕਬ ਭਾਈ, ਆਵੇ ਅੰਤ ਨਾ ਭਜਿਆ ਜਾਈ। ਜਦੋਂ ਅੱਖਾਂ 'ਚੋਂ ਪਾਣੀ ਡਿੱਗਣਾ, ਗਲੇ 'ਚ ਰੇਸ਼ਾ ਆ ਜਾਣੀ ਬੁਢੇਪਾ ਕਰਕੇ, ਅਤੇ ਸਰੀਰ ਦਾ ਬਲ ਵੀ ਕਮਜ਼ੋਰ ਹੋ ਜਾਣਾ। ਫਰੀਦ ਸਾਹਿਬ ਕਹਿੰਦੇ ਨੇੜੇ ਪਿਆ ਕੁੱਜਾ 100 ਕੋਹਾਂ 'ਤੇ ਦਿਸਣਾ। ਅਤੇ ਫਿਰ ਤਾਂ ਮੂੰਹ 'ਚੋਂ ਆਵਾਜ਼ ਹੀ ਨਹੀਂ ਨਿਕਲਣੀ, ਫਿਰ ਕੀ ਨਾਮ ਜਪਿਆ ਜਾਣਾ। ਇਹ ਵੀ ਤਾਂ ਸਰੀਰ 'ਚ ਬਲ ਕਰਕੇ ਹੀ ਜਪਿਆ ਜਾਣਾ। ਸੇਵਾ ਸਿਮਰਨ ਵੀ ਸਰੀਰ ਵਿੱਚ ਬਲ ਆ ਤੇ ਹੋਊਗਾ, ਨਹੀਂ ਤਾਂ ਉਹ ਵੀ ਨਹੀਂ ਫਿਰ ਹੁੰਦਾ, ਬੁਢੇਪਾ ਜਦ ਆ ਜਾਂਦਾ। ਸੋ ਇਸ ਜੀਵ ਰੂਪ ਇਸਤਰੀ ਨੇ ਪ੍ਰਭੂ ਦਾ ਸਿਮਰਨ ਨਹੀਂ ਕੀਤਾ। ਜਬ ਲਗ ਜਰਾ ਜੋਰ ਨਹੀਂ ਰੋਗ ਨਹੀਂ ਆਇਆ, ਜਬ ਲਗ ਕਾਲ ਗ੍ਰਸੀ ਨਹੀਂ ਕਾਇਆ, ਜਬ ਲਗ ਵਿਕਲ ਭਈ ਨਹੀਂ ਬਾਨੀ, ਭਜ ਲੇਹ ਰੇ ਮਨ ਸਾਰਿਗ ਪਾਨੀ। ਜਦ ਤੱਕ ਸਰੀਰ ਰੋਗੀ ਨਾ ਹੋਇਆ, ਜਦ ਤੱਕ ਕਾਲ ਨੇ ਗ੍ਰਸਿਆ ਨਹੀਂ, ਜਦ ਤੱਕ ਮੂੰਹ 'ਚੋਂ ਬਾਣੀ ਨਿਕਲ ਕੇ ਜੀਭ ਸ਼ਾਂਤ ਨਹੀਂ ਹੋਈ, ਉਦੋਂ ਤੱਕ ਆਖਰੀ ਸਾਹਾਂ ਤੱਕ ਭਜ ਲੇਹ ਦੇ ਸਾਰਿਗ ਪਾਣੀ, ਉਸ ਪਰਮਾਤਮਾ ਨੂੰ ਧਿਆ ਲੈ। ਅਬ ਨਾ ਭਜਸ ਭਜਸ ਕਾ ਭਾਈ, ਆਵੇ ਅੰਤ ਨਾ ਭਜਿਆ ਜਾਈ। ਜੇ ਹੁਣ ਨਹੀਂ ਕਬੀਰ ਸਾਹਿਬ ਕਹਿੰਦੇ ਭਜੂਗਾ ਆਰਾਧੂਗਾ ਅਤੇ ਫਿਰ ਅੰਤ ਆ ਜਾਊਗਾ। ਫਿਰ ਕੀ ਤੂੰ ਨਾਮ ਜਪ ਲਏਗਾ। ਜਦੋਂ ਇਮਤਿਹਾਨ ਦੇ 3 ਘੰਟੇ ਹੀ ਬੀਤ ਗਏ, ਕਹੂੰਗਾ ਮੈਂ ਹੁਣ ਲਿਖਣਾ ਆ, ਫਿਰ ਉਹ ਜਮਾਂ ਨੇ ਲਿਖਣ ਥੋੜ੍ਹੀ ਦੇਣਾ। ਸੋ ਇਸ ਕਰਕੇ ਸਵਾਸਾਂ ਦੇ ਰਹਿੰਦਿਆਂ ਹੀ ਨਾਮ ਜਪਿਆ ਜਾਂਦਾ। ਆਗੇ ਘਾਮ ਪਿੱਛੇ ਰੁੱਤ ਜਾਡਾ, ਦੇਖ ਚਲਤ ਮਨ ਡੋਲੇ। ਘਾਮ ਤਪਸ਼ਤਾ ਵਾਲੀ ਅਰਥਾਤ ਜੇਠ ਹਾੜ ਦੀ ਗ੍ਰੀਖਮ ਰੁੱਤ ਤਾਂ ਅੱਗੇ ਚਲੀ ਗਈ ਅਰਥਾਤ ਬਤੀਤ ਹੋ ਗਈ, ਅਤੇ ਪਿੱਛੋਂ ਜਾਡਾ ਪਾਲੇ ਦੀ ਅਰਥਾਤ ਅੱਸੂ ਕੱਤਕ ਦੀ ਸਰਦ ਰੁੱਤ ਆ ਗਈ। ਘਾਮ ਤਪਸ਼ਤਾ ਵਾਲੀ ਅਰਥਾਤ ਜੇਠ ਹਾੜ ਦੀ ਗ੍ਰੀਸ਼ਮ ਰੁੱਖ ਹੁੰਦੀ, ਜੇਠ ਹਾੜ 'ਚ ਗਰਮੀ ਬੜੀ ਪੈਂਦੀ, ਅਤੇ ਉਹ ਅੱਗੇ ਚੱਲ ਗਈ, ਨਿਕਲ ਗਈ। ਆ ਗਏ ਘਾਮ ਪਿੱਛੇ ਰੁੱਤ ਜਾਡਾ ਅਰਥਾਤ ਬਤੀਤ ਹੋ ਗਈ, ਅਤੇ ਪਿੱਛੋਂ ਜਾੜਾ ਮਤਲਬ ਪਾਲਾ, ਦੇਖ ਚਲਤ ਮਨ ਡੋਲੇ। ਹੁਣ ਤਾਂ ਜਾੜੇ ਦੀ ਰੁੱਤ ਆਉਣ ਡਈ, ਅੱਸੂ ਕੱਤਕ 'ਚ ਠੰਡ ਹੋ ਜਾਂਦੀ ਹੈ। ਸੋ ਪਾਲਾ ਆਉਣ ਲੱਗ ਪੈਂਦਾ, ਪਾਲੇ ਦੀ ਅਰਥਾਤ ਅੱਸੂ ਕੱਤਕ ਦੀ ਸਰਦ ਰੁੱਤ ਆ ਗਈ। ਇਸ ਤਰ੍ਹਾਂ ਦੇ ਚਲਤ ਕੌਤਕ ਨੂੰ ਵੇਖ ਕੇ ਮਨ ਡੋਲ ਰਿਹਾ ਹੈ।
ਇਸੇ ਤਰ੍ਹਾਂ ਗ੍ਰੀਖਮ ਰੁੱਤ ਦੀ ਨਿਆਈ ਧੁੱਪ ਵਾਂਗੂ ਤੇਜਸਵੀ ਜੋਬਨ ਅਵਸਥਾ ਹੈ। ਗਰਮੀ ਦੀ ਰੁੱਤ ਵਾਂਗੂ ਬੜਾ ਤੇਜਸਵੀ ਬੜੇ ਗਰਮ ਖੂਨ ਹੁੰਦਾ ਨੌਜਵਾਨੀ ਜਵਾਨੀ ਦਾ। ਉਹ ਤਾਂ ਅੱਗੇ ਚਲੀ ਗਈ, ਅਰਥਾਤ ਬਤੀਤ ਹੋ ਗਈ ਹੈ। ਜਵਾਨੀ ਤਾਂ ਨਿਕਲ ਗਈ, ਹੁਣ ਉਸ ਪਿੱਛੋਂ ਰੁੱਤ ਜਾਡਾ ਸਰਦ ਰੁੱਤ ਦੀ ਨਿਆਈ ਬਿਰਧ ਅਵਸਥਾ ਆ ਗਈ ਹੈ। ਅਜਿਹੇ ਕੌਤਕ ਨੂੰ ਵੇਖ ਕੇ ਮੇਰਾ ਮਨ ਡੋਲ ਰਿਹਾ ਹੈ ਕਿ ਹੁਣ ਸਰੀਰ ਦਾ ਜਿਹੜਾ ਜਵਾਨੀ ਵਾਲਾ ਹਿੱਸਾ ਚੱਲ ਗਿਆ। ਇਸ ਬਿਰਧ ਅਵਸਥਾ ਵਿੱਚ ਹੁਣ ਤਾਂ ਮੇਰੇ ਪਾਸੋਂ ਕੋਈ ਸਾਧਨ ਨਹੀਂ ਹੋ ਸਕਣੇ। ਸੇਵਾ ਸਿਮਰਨ ਸਿੱਖੀ ਦੇ 2 ਸਾਧਨ ਆ। ਸਰੀਰ 'ਚ ਬਲ ਨਾ ਹੋਣ ਕਰਕੇ ਕਿਵੇਂ ਹੋਣਗੇ? ਫਿਕਰ ਲੱਗ ਗਿਆ। ਫਰੀਦਾ ਇਨੀ ਲਿਖੀ ਜੰਗੀ ਹੈ, ਥਲ ਡੂੰਗਰ ਭਵੇ ਓਮ, ਅੱਜ ਫਰੀਦਾ ਖੂਜੜਾ ਸਹਿ ਕੋਹਾਂ ਥੀ ਓਮ। ਫਰੀਦ ਸਾਹਿਬ ਕਹਿੰਦੇ ਨਾ ਨਿੱਕੀਆਂ ਜੰਗਾਂ ਨਾਲ ਮੈਂ 100 ਕੋ ਤੁਰਦਾ ਹੁੰਦਾ ਸੀ, ਤਾਂ ਮੋਹਰੇ ਪਿਆ ਕੁਝ ਜਹਾਜ਼ ਮੈਨੂੰ 100 ਕੋਹਾਂ 'ਤੇ ਦੀਦਾ ਹੈ। ਸੋ ਹੁਣ ਤਾਂ ਉੱਠ ਹੀ ਨਹੀਂ ਹੁੰਦਾ। ਦਹਿਦਿਸ ਸਾਖ ਹਰੀਆਵਲ। ਜਿਵੇਂ ਪ੍ਰਤੱਖ ਦਸੋਂ ਦਿਸ਼ਾ ਵਿੱਚ ਹਰੀਆਂ ਸਾਖਾਂ ਦੀ ਹਰਿਆਵਲਤਾ ਹੁੰਦੀ ਹੈ, ਔਰ ਉਹਨਾਂ ਵਿੱਚੋਂ ਜੋ ਅੰਨ ਜਾਂ ਕਮਾਦ ਆਦਿਕ ਸਹਿਜ ਪੱਕਾ ਹੌਲੀ ਹੌਲੀ ਪੱਕਦਾ ਹੈ। ਹਰੀਆਂ ਸ਼ਾਖਾਂ ਹੁੰਦੀਆਂ ਦਸੇ ਦਿਸ਼ਾ, ਜਿਵੇਂ ਝੋਨਾ ਵੀ ਹਰਾ ਹੁੰਦਾ, ਉਸ ਵਿੱਚ ਮਿੱਠਾ ਰਸ ਹੁੰਦਾ ਹੈ। ਜਿਹੜਾ ਅੰਨ ਸਹਿਜ ਹੌਲੀ ਹੌਲੀ ਪੱਕਦਾ ਹੈ, ਉਹ ਮਿੱਠਾ ਹੁੰਦਾ। ਜਿਵੇਂ ਸ਼ਾਮ ਵੇਦ, ਰਿਗ ਵੇਦ, ਯਜੁਰਵੇਦ, ਅਥਰਵਣ ਵੇਦ ਵਿੱਚ ਹਰੀ ਦੀਆਂ ਸਾਖਾਂ ਹਨ। ਉਹਨੂੰ ਦੂਜੇ ਪਾਸੇ ਨੂੰ ਅਰਥਾਂ ਨੂੰ ਲੈ ਲਿਆ। ਸੋ ਗੁਰੂ ਦੇ ਸਿੱਖ ਵਾਸਤੇ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ। ਗੁਰਬਾਣੀ ਹੀ ਵੇਦ ਆ ਅਤੇ ਗੁਰਬਾਣੀ ਹੀ ਨਾਦ ਆ। ਇਹਨਾਂ ਦੀ ਦਸੋਂ ਦਿਸ਼ਾ ਵਿੱਚ ਹਰਿਆਵਲਤਾ ਹੋ ਰਹੀ ਹੈ, ਅਰਥਾਤ ਜਿੱਥੇ ਕਿੱਥੇ ਵੇਦਾਂ ਦੇ ਪਾਠ ਹੋ ਰਹੇ ਹਨ। ਯਥਾਰ ਹੁਣ ਕਲਯੁਗ ਦੇ ਅੰਦਰ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ, ਗੁਰਬਾਣੀ ਹੀ ਵੇਦ ਆ। ਸੋ ਅੱਜ ਗੁਰਬਾਣੀ ਦੇ ਪਾਠ ਹੋ ਰਹੇ ਹਨ। ਪਰ ਜਿਹੜਾ ਪੁਰਸ਼ ਸਹਿਜੇ ਵੇਦਾਂ ਦੇ ਪਾਠ ਨੂੰ ਪਕਾਉਂਦਾ ਹੈ, ਔਰ ਜਿਹੜਾ ਪੁਰਸ਼ ਅਭਿਆਸ ਕਰਦਾ ਹੈ, ਗੁਰਬਾਣੀ ਨੂੰ ਪੱਕੀ ਕਰ ਲੈਂਦਾ ਮੂੰਹ ਜ਼ਬਾਨੀ, ਅਰਥਾਤ ਅਭਿਆਸ ਕਰਕੇ ਯਾਦ ਕਰਦਾ, ਉਸ ਨੂੰ ਮਿੱਠਾ ਆਨੰਦ ਪ੍ਰਾਪਤ ਹੁੰਦਾ। ਬਾਣੀ ਦਾ ਅਭਿਆਸ ਕਰਕੇ ਉਹਦੇ ਅਰਥ ਵੀ ਪਕਾਉਂਦਾ ਹੈ। ਸੋ ਅਰਥਾਂ ਕਰਕੇ ਟਕਸਾਲਾਂ ਚੱਲੀਆਂ ਸੀ, ਗੁਰਬਾਣੀ ਦੇ ਅਰਥ ਕਰਕੇ। ਵੇਦਾਂ ਦੇ ਅਰਥ ਤਾਂ ਬੜੇ ਗਹਿਰੇ ਸੀ। ਮਹਾਰਾਜ ਨੂੰ ਵੀ ਬ੍ਰਾਹਮਣਾਂ ਨੇ ਕਿਹਾ ਸੀ, ਤੁਸੀਂ ਵੇਦ ਹੈਗੇ ਹੋ ਕਿਉਂ ਨਹੀਂ? ਉਹਨਾਂ ਜੇ ਕਹਿੰਦੇ ਵੀ ਉਹ ਤਾਂ ਅਹੰ ਵੇਦ ਬ੍ਰਹਮੇ ਨੇ ਲਿਖਿਆ, ਅਹੰਕਾਰ ਵਿੱਚ ਬਣਾਏ। ਸੋ ਦੂਜੀ ਗੱਲ ਇਹ ਆ ਕਿ ਉਹਨਾਂ ਦਾ ਪਾਣੀ ਖੂਹ ਦੀ ਨਿਆਈਆਂ 24 ਸਾਲ ਉਹਨਾਂ ਦੀ ਸੰਥਿਆ ਨੂੰ ਅਰਥ ਸਿੱਖਣ ਨੂੰ ਲੱਗਦੇ ਸੀ, ਅਤੇ 12 ਸਾਲ ਸੰਥਿਆ ਨੂੰ। 36 ਸਾਲ 'ਚ ਵਿਦਵਾਨ ਤਿਆਰ ਹੁੰਦਾ ਸੀ। ਸੋ ਅੱਜ ਗੁਰੂ ਗ੍ਰੰਥ ਸਾਹਿਬ ਅਸੀਂ ਸੌਖੀ ਬਾਣੀ ਰਚਤੀ, ਜਿਹੜੀ ਬਰਸਾਤ ਦੀ ਨਿਆਈ ਸਭ ਦੇ ਉੱਤੇ ਇੱਕ ਜਿਹਾ ਪਾਣੀ ਪੈਂਦਾ, ਅਤੇ ਜਗਤ ਗੁਰੂ ਆ। ਅਤੇ ਇਹ 1 ਸਾਲ 'ਚ ਸੰਥਿਆ ਵੀ ਹੋ ਜਾਂਦੀ, 1-2 ਸਾਲ 'ਚ, ਅਤੇ ਅਰਥ ਵੀ ਕਥਾ ਵੀ ਸਿੱਖੀ ਜਾਂਦੀ। ਸੌਖਾ ਹੈ 2-3 ਸਾਲ 'ਚ। ਸੋ ਦਸੋਂ ਦਿਸ਼ਾ ਵਿੱਚ ਹਰੀ ਦੀਆਂ ਹਰਿਆਵਲ ਸਾਖਾਂ ਇਹ ਹਨ ਜੋ ਉਸਨੇ ਅਵਤਾਰ ਧਾਰ ਕੇ ਸੇਵਕਾਂ ਨੂੰ ਦਰਸ਼ਨ ਦੇ ਕੇ ਉਹਨਾਂ ਦੇ ਸਾਰੇ ਕੰਮ ਸਵਾਰਨ ਕੀਤੇ ਹਨ। ਜਿਹੜਾ ਪੁਰਸ਼ ਉਹਨਾਂ ਅਵਤਾਰਾਂ ਦੀ ਉਪਾਸਨਾ ਨੂੰ ਸਹਿਜੇ ਪਕਾਉਂਦਾ ਹੈ, ਅਰਥਾਤ ਉਹਨਾਂ ਦੇ ਮਹਿਮਾ ਆਦਿਕ ਗੁਣਾਂ ਨੂੰ ਗਾਉਂਦਾ ਹੈ, ਉਸ ਨੂੰ ਮਿੱਠਾ ਆਤਮ ਰਸ ਪ੍ਰਾਪਤ ਹੁੰਦਾ ਹੈ। ਜਿਵੇਂ ਕਲਯੁਗ ਅੰਦਰ ਗੁਰੂ ਨਾਨਕ ਸਾਹਿਬ ਦਾ ਅਵਤਾਰ ਆ। ਜਿਵੇਂ ਅੱਜ ਦਾ ਪ੍ਰਧਾਨ ਮੰਤਰੀ ਕੁਛ ਦੇ ਸਕਦਾ, ਇਵੇਂ ਤਰ੍ਹਾਂ ਕਲਯੁਗ ਦਾ ਅਵਤਾਰ ਆਪ ਨਾਰਾਇਣ ਕਲਾ ਧਰ ਜਗ ਮੈਂ ਪਰਿਆ, ਖੁਦ ਪਰਮਾਤਮਾ ਗੁਰੂ ਨਾਨਕ ਰੂਪ ਲੈ ਕੇ ਆਇਆ। ਸੋ ਕਲਯੁਗ ਦੇ ਅੰਦਰ ਗੁਰੂ ਨਾਨਕ ਸਾਹਿਬ ਦੀ ਗੁਰਬਾਣੀ ਜਗਤ ਗੁਰੂ ਆ। ਉਹ ਹੀ ਰਾਮ ਆ ਹਿੰਦੂ ਵਾਲੀ, ਮੁਸਲਮਾਨਾਂ ਲਈ ਅੱਲਾ ਖੁਦਾ ਆ। ਬਾਣੀ ਅੰਦਰ ਅੱਲਾ ਵੀ ਆਉਂਦਾ, ਰਾਮ ਵੀ ਆਉਂਦਾ। ਸਰਬ ਸਾਂਝੀ ਗੁਰਬਾਣੀ, ਮਿੱਠਾ ਆਤਮ ਰਸ ਭਰਿਆ ਹੋਇਆ। ਸੋ ਕਲਯੁਗ ਦੇ ਅੰਦਰ ਗੁਰੂ ਨਾਨਕ ਸਾਹਿਬ, ਕਲਯੁਗ ਪ੍ਰਮਾਣ ਗੁਰੂ ਨਾਨਕ ਆਇਓ, ਤ੍ਰੇਤੇ ਤੇ ਰਾਮ ਰਘੁਵੰਸ਼ ਆਇਓ, ਦੁਆਪਰ ਕ੍ਰਿਸ਼ਨ ਮੁਰਾਰ। ਸੋ ਕਲਯੁਗ ਦੇ ਅੰਦਰ ਗੁਰੂ ਨਾਨਕ ਸਾਹਿਬ ਜੀ ਨੇ ਬੜੀ ਕਿਰਪਾ ਕੀਤੀ ਹੈ। ਕਲਯੁਗ ਦੇ ਅੰਦਰ ਗੁਰੂ ਨਾਨਕ ਸਾਹਿਬ ਜੀ ਦਾ ਅਵਤਾਰ ਹੈ। ਦਸੋਂ ਦਿਸ਼ਾ ਹਰੀ ਦੀਆਂ ਹਰਿਆਵਲ ਸਾਖਾਂ। ਮਹਾਰਾਜ ਜਿਵੇਂ ਕਹਿੰਦੇ ਆ ਵੀ ਜਿਵੇਂ ਉਸ ਸਮੇਂ
ਅਵਤਾਰ ਧਾਰਨ ਕਰਕੇ ਪਰਮਾਤਮਾ ਦੁਨੀਆ ਦੇ ਅੰਦਰ ਭੇਜਦਾ ਰਿਹਾ। ਪਰ ਕਲਯੁਗ ਦੇ ਵਿੱਚ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ। ਆਪ ਪਰਮਾਤਮਾ ਨੇ ਆਪਣਾ ਰੂਪ, ਨਿਜ ਰੂਪ, ਜਿਵੇਂ ਜਨਮ ਸਾਖੀ 'ਚ ਤੇ ਲਿਖਿਆ, ਉੱਥੇ ਆਕਾਸ਼ਬਾਣੀ ਹੋਈ, ਨਾਨਕ ਤੂੰ ਗੁਰੂ ਨਿਰੰਕਾਰ ਹੈ, ਮੈਂ ਪਾਰ ਬ੍ਰਹਮ ਨਿਰੰਕਾਰ ਹਾਂ। ਤੂੰ ਮੈਂ ਆਤਮਾ ਹਾਂ, ਤੂੰ ਮੇਰਾ ਸਰੂਪ, ਮੈਂ ਪਰਮਾਤਮਾ ਹਾਂ, ਤੂੰ ਮੇਰਾ ਸਰੀਰ ਹੈ, ਮੇਰੇ ਤੇਰੇ 'ਚ ਫਰਕ ਕੋਈ ਨਹੀਂ। ਜਾ ਸੰਸਾਰ ਦੇ ਅੰਦਰ ਮਰਿਆਦਾ ਕਾਇਮ ਕਰ, ਨਹੀਂ ਤਾਂ ਇਹਨਾਂ ਦੇਵਤਿਆਂ ਨੂੰ ਜਿਹੜੀ ਸਜ਼ਾ ਲੱਗੀ ਤੂੰ ਪੁੱਛਿਆ ਕਿ ਬਾਹਰ ਕਿਉਂ ਖੜ੍ਹੇ ਆ ਸਾਰੇ ਬ੍ਰਹਮਾ ਵਿਸ਼ਨੂੰ ਸ਼ਿਵ ਜੀ, ਇਹਨਾਂ ਨੇ ਆਪਣੇ ਆਪ ਨੂੰ ਰੱਬ ਕਿਉਂ ਸਦਾਇਆ, ਮੇਰੇ ਬਰਾਬਰ ਕਿਉਂ ਅਖਵਾਇਆ ਸੰਸਾਰ 'ਚ ਜਾ ਕੇ ਇਹਨਾਂ ਨੂੰ ਸਜ਼ਾ ਲਾਈ। ਗੁਰੂ ਨਾਨਕ ਤੂੰ ਇਹ ਗਲਤੀ ਨਾ ਕਰੀ, ਤੂੰ ਆਪਣੇ ਆਪ ਨੂੰ ਗੁਰੂ ਅਤੇ ਟੀਚਰ ਹੀ ਕਹਾਈ, ਭਗਵਾਨ ਨਾ ਸਦਾਈ, ਨਹੀਂ ਤਾਂ ਮੈਂ ਵੀ ਤੈਨੂੰ ਸੈਪਰੇਟ ਕਰ ਦੂੰਗਾ ਆਪਣੇ ਤੋਂ, ਭਾਵੇਂ ਤੂੰ ਮੇਰਾ ਹੀ ਸਰੀਰ ਹੈ। ਇਸ ਕਰਕੇ ਗੁਰੂ ਨਾਨਕ ਸਾਹਿਬ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ। ਕਲਯੁਗ ਦੇ ਅੰਦਰ ਪਰਮਾਤਮਾ ਨੇ ਇੱਕ ਵਿਉਂਤ ਬਣਾਈ, ਜਿੰਨੇ ਯੁਗਾਂ 'ਚ ਜਿੰਨੇ ਦੇਵਤੇ ਆਉਂਦੇ ਅਵਤਾਰ ਆਏ ਸੀ, ਉਹਨਾਂ ਦੀ ਪੂਜਾ ਕਰਕੇ ਲੋਕ ਅੰਮ੍ਰਿਤ ਰਸ ਨੂੰ ਪ੍ਰਾਪਤ ਕਰਦੇ ਸੀ। ਸੋ ਉਹਨਾਂ ਨੂੰ ਅੰਮ੍ਰਿਤ ਰਸ ਨੂੰ ਪ੍ਰਾਪਤ ਕਰਦੇ ਸੀ। ਉਹਨਾਂ ਯੁਗਾਂ ਦੇ ਅੰਦਰ ਪਰਮਾਤਮਾ ਨੇ ਕਿਹਾ ਕਿ ਜੈਸੀ ਉਸ ਸਮੇਂ ਬਾਣੀ ਰਚੀ ਗਈ, ਉਸ ਨੂੰ ਪੜ੍ਹ ਕੇ ਉਹਦਾ ਰਸ ਅਤੇ ਆਨੰਦ ਲੋਕ ਲੈਂਦੇ ਸੀ। ਪਰ ਕਲਯੁਗ ਦੇ ਅੰਦਰ ਗੁਰੂ ਨਾਨਕ ਸਾਹਿਬ ਦਾ ਪੂਰਨ ਅਵਤਾਰ ਹੋਇਆ ਹੈ ਅਤੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਕਲਯੁਗ ਨੂੰ ਤਾਰਨ ਵਾਸਤੇ ਅਵਤਾਰ ਲਿਆ ਅਤੇ ਉਹਨਾਂ ਨੇ ਆਪਣਾ ਨਿੱਜ ਸਰੂਪ ਬਾਣੀ ਨੂੰ ਆਖਿਆ। ਬਾਣੀ ਗੁਰੂ ਹੈ, ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇੱਥੇ ਤੁਖਾਰੀ ਰਾਗ ਵਿੱਚ ਸਾਨੂੰ ਸਮਝਾਉਣਾ ਕੀਤਾ ਹੈ। ਅਤੇ ਮੈਂ ਉਹਨਾਂ ਕੁਛ ਪੰਕਤੀਆਂ ਦੀ ਵਿਆਖਿਆ ਕਰ ਰਿਹਾ ਸੀ, ਜਿਨ੍ਹਾਂ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਨੇ ਲਿਖਿਆ ਹੈ ਕਿ ਦਸਾਂ ਦਿਸ਼ਾਂ ਵਿੱਚ ਹਰਿਆਲੀ ਛਾਈ ਹੋਈ ਅੱਸੂ ਦੇ ਮਹੀਨੇ ਅੰਦਰ, ਅਤੇ ਗਰਮੀ ਜੇਠ ਹਾੜ ਦੀ ਚਲ ਗਈ। ਹੋਰ ਅੱਸੂ ਕੱਤਕ ਸਰਦ ਰੁੱਤ ਆ, ਠੰਡ ਦੀ ਰੁੱਤ ਆ। ਜਿਵੇਂ ਜਵਾਨੀ ਦੀ ਗਰਮੀ ਚੱਲਦਾ ਦੀ, ਜਵਾਨੀ 'ਚ ਗਰਮ ਖੂਨ ਹੁੰਦਾ, ਅਤੇ ਫਿਰ ਜਦੋਂ ਬੁਢੇਪਾ ਆਉਂਦਾ ਸਮਝ ਲਓ ਸਰਦ ਰੁੱਤ ਆ ਗਈ, ਅੱਸੂ ਆ ਗਿਆ, ਕੱਤਕ ਆ ਗਿਆ ਜ਼ਿੰਦਗੀ ਦਾ। ਅਤੇ ਫਰੀਦ ਸਾਹਿਬ ਨੇ ਲਿਖਿਆ ਕਿ ਅਸੀਂ ਨੇੜੇ ਪਿਆ ਕੁੱਜਾ ਵੀ 100 ਕੋਹਾਂ 'ਤੇ ਦੀਦਾ ਹੈ, ਸਰੀਰ ਦਾ ਬਲ ਨਾਸ਼ ਹੋਣਾ ਚਾਲੂ ਹੋ ਜਾਂਦਾ। ਸੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਿ ਤੁਸੀਂ ਜੋ ਸਮੇਂ 'ਚ ਹੁਣ ਉਹਨਾਂ ਨੇ ਪਹਿਲਾਂ ਵੇਦਾਂ ਦਾ ਜ਼ਿਕਰ ਕੀਤਾ ਕਿ ਉਸ ਸਮੇਂ ਵੇਦ ਸੀ ਅਤੇ ਲੋਕ ਉਹਦੇ ਨਾਲ ਪੜ੍ਹ ਕੇ ਉਹਦਾ ਆਤਮ ਰਸ ਪ੍ਰਾਪਤ ਕਰਦੇ ਸੀ। ਅਤੇ ਗੁਰੂ ਨਾਨਕ ਸਾਹਿਬ, ਗੁਰੂ ਅਰਜਨ ਦੇਵ ਜੀ ਨੇ ਜਦੋਂ ਰਚਨਾ ਕੀਤੀ ਅਤੇ ਉਦੋਂ ਵੀ ਇਕੱਠੇ ਹੋ ਕੇ ਪੰਡਿਤ ਲੋਕ ਆਏ, ਕਹਿਣ ਲੱਗੇ ਕਿ ਅਧਿਆਤਮਿਕ ਗਿਆਨ ਲਈ ਅਤੇ ਇਹ ਵੇਦ ਵੀ ਸੀਗੇ। ਦੂਰੋਂ ਨਹੀਂ ਮੇਰੇ ਆਵਾਜ਼ ਕਲੀਅਰ ਅਤੇ ਹੁਣ ਅਸੀਂ ਕਲਯੁਗ ਦੇ ਅੰਦਰ ਅਤੇ ਵੇਦਾਂ ਦਾ ਜੋ ਗਿਆਨ ਸੀਗਾ ਉਹ ਖੂਹ ਦੀ ਨਿਆਈ ਸੀ, ਕਿਉਂਕਿ ਵਿਦਵਾਨਾਂ ਨੇ ਦੱਸਿਆ ਕਿ ਕਾਸ਼ੀ ਜਾ ਕੇ ਸੰਸਕ੍ਰਿਤ ਪੜ੍ਹਨੀ ਔਰ ਉਹਨੂੰ 24 ਸਾਲ ਲੱਗਦੇ ਸੀ ਉਹਦੀ ਸੰਥਿਆ ਕਰਨ ਨੂੰ, ਅਤੇ 12 ਸਾਲ ਲੱਗਦੇ ਸੀ ਸੰਥਿਆ ਨੂੰ ਅਤੇ 24 ਸਾਲ ਲੱਗਦੇ ਸੀ ਅਰਥ ਪੜ੍ਹਨ ਨੂੰ। 36 ਸਾਲ 'ਚ ਇੱਕ ਵਿਦਵਾਨ ਤਿਆਰ ਹੁੰਦਾ ਸੀ। ਉਹ ਵੇਦਾਂ ਦਾ ਜੋ ਗਿਆਨ ਸੀ ਉਹ ਖੂਹ ਦੀ ਨਿਆਈ ਸੀ, ਪੱਟ ਕੇ ਥੱਲਿਓਂ ਲਾਉਣਾ ਪੈਂਦਾ ਸੀ। ਅਤੇ ਗੁਰੂ ਅਰਜਨ ਦੇਵ ਜੀ ਕਹਿੰਦੇ ਕਿਉਂਕਿ ਵੇਦ ਵੀ ਬ੍ਰਹਮੇ ਨੇ ਲਿਖੇ ਸੀ, ਬ੍ਰਹਮਾ ਵੇਦਾਂ 'ਚ ਲਿਖਦਾ ਅਹੰ ਬ੍ਰਹਮ, ਕਿ ਮੈਂ ਖੁਦ ਬ੍ਰਹਮ ਹਾਂ। ਉਹ ਜਿਹਨੇ ਅਹੰ ਕਹਿ ਤਾ ਕਿ ਮੈਂ ਕੁਛ ਹਾਂ, ਉਹਦੇ 'ਚ ਹੰਕਾਰ ਆ ਜਾਂਦਾ। ਹੰਕਾਰ 'ਚ ਉਚਾਰਨ ਕੀਤੇ ਹੋਏ ਜਿਹੜੇ ਵੇਦ ਸੀ ਉਹਨੂੰ ਪੜ੍ਹਨ ਵਾਲੇ 'ਚ ਵੀ ਹੰਕਾਰ ਹੀ ਆਉਂਦਾ ਸੀ, ਕਿਉਂਕਿ ਜਿੱਦਾਂ ਦਾ ਗੁਰੂ ਹੁੰਦਾ ਉਹਦੇ ਚੇਲੇ ਉਸ ਤਰ੍ਹਾਂ ਦੇ ਹੀ ਪੈਦਾ ਹੁੰਦੇ। ਗੁਰੂ ਜਿਨ੍ਹਾਂ ਕਾ ਅੰਧਲਾ ਸਿੱਖ ਪੀ ਅੰਦੇ ਕਰਮ ਕਰੇਨ,
ਕੋਈ ਭਾਣੇ ਚੱਲਣ ਆਪਣੇ ਵਿੱਚ ਝੂਠੋ ਝੂਠ ਬੋਲੇ। ਸੋ ਇਸ ਕਰਕੇ ਗੁਰੂ ਅਰਜਨ ਦੇਵ ਜੀ ਕਹਿੰਦੇ ਅਸੀਂ ਸਰਬ ਸਾਂਝੀ ਗੁਰਬਾਣੀ ਉਚਾਰਨ ਕਰਨ ਲੱਗੇ ਹਾਂ। ਕਲਯੁਗ ਦੇ ਸਾਂਝੇ ਅਵਤਾਰ ਆ ਗੁਰੂ ਨਾਨਕ ਸਾਹਿਬ, ਜਗਤ ਗੁਰੂ ਆ। ਆਪ ਪਰਮੇਸ਼ਰ ਹਰੀ ਜੀ ਆਏ ਧਰਤੀ 'ਤੇ। ਭਵਿੱਖਤ ਪੁਰਾਣ 'ਚ ਲਿਖਿਆ ਸੀ ਕਿ ਉਹ ਹਰੀ ਜੀ ਆਉਣਗੇ ਦੇਵਤਿਆਂ ਨੇ, ਉਹਨਾਂ ਨੂੰ ਨਾਨਕ ਨਾਮ ਹੋਊਗਾ। ਹਜ਼ਰਤ ਮੁਹੰਮਦ ਸਾਹਿਬ ਦੀ ਹਿਸਟਰੀ 'ਚ ਵੀ ਲਿਖਿਆ ਸੀ ਕਿ ਆਉਣਗੇ, ਤਾਲਾ ਖੁੱਲੂਗਾ ਮਸੀਤ ਦਾ, ਉਹ ਖੁਦਾ ਹੋਊਗਾ। ਸੋ ਇਤਿਹਾਸ ਗਵਾਹ ਸੀ ਕਿ ਗੁਰੂ ਨਾਨਕ ਸਾਹਿਬ ਹੀ ਰਾਮ ਸੀ, ਗੁਰੂ ਨਾਨਕ ਸਾਹਿਬ ਹੀ ਅੱਲਾ ਖੁਦਾ ਸੀ। ਸੋ ਉਹਨਾਂ ਦਾ ਸਰੂਪ ਹੀ ਗੁਰਬਾਣੀ ਸੀ। ਉਹਨਾਂ ਨੇ ਤਾਂ ਆਪਣੇ ਹੁੰਦਿਆਂ ਵੀ ਕਦੇ ਆਪਣੇ ਆਪ ਨੂੰ ਗੁਰੂ ਨਹੀਂ ਕਹਾਇਆ। ਸ਼ਬਦ ਗੁਰੂ ਸੁਰਤ ਤੋਂ ਚੇਲਾ। ਤੋ ਗੁਰੂ ਨਾਨਕ ਸਾਹਿਬ ਨੇ ਬਾਣੀ ਗੁਰੂ ਹੈ ਬਾਣੀ ਵਿੱਚ। ਬਾਣੀ ਅੰਮ੍ਰਿਤਸਰ ਗੁਰੂ ਅਮਰਦਾਸ ਜੀ ਵੀ ਪਹਿਲਾਂ ਹੀ ਲਿਖਦੇ ਸੀ। ਗੁਰਤਾ ਗੱਦੀ ਭਾਵੇਂ 10ਵੇਂ ਪਾਤਸ਼ਾਹ ਨੇ ਦਿੱਤੀ, ਪਰ ਗੁਰਬਾਣੀ ਨੂੰ ਗੁਰੂ ਪਹਿਲਾਂ ਹੀ ਮੰਨਦੇ ਸੀ ਸਾਰੇ ਗੁਰੂ। ਸੋ ਇਸ ਕਰਕੇ ਮਹਾਰਾਜ ਜੀ ਨੇ ਕਿਹਾ ਕਿ ਅਸੀਂ ਸਰਬ ਸਾਂਝੀ ਗੁਰਬਾਣੀ ਰਚਣ ਲੱਗੇ ਹਾਂ, ਜਿਹੜੀ ਨਿਮਾਣੇਪਣ 'ਚ ਹੋਊਗੀ, ਜਿਸ ਵਿੱਚ ਹਮ ਨਿਰਗੁਣੀ ਔਰ ਨੀਚ ਅਜਾਨ ਲਿਖਿਆ ਹੋਊਗਾ, ਜਿਸ ਦੇ ਅੰਦਰ ਹਮ ਪਾਪੀ ਗੁਨਹਗਾਰ ਲਿਖਿਆ ਹੋਊਗਾ। ਸੋ ਇੰਨੇ ਨਿਮਾਣੇਪਣ 'ਚ ਜਿਹੜੀ ਬਾਣੀ ਲਿਖੀ ਜਾਊਗੀ ਜਿਸ ਗੁਰੂ ਦੁਆਰਾ, ਉਹਦੇ ਵਿੱਚ ਵੀ ਨਿਮਾਣਤਾ ਹੋਊਗੀ, ਬਾਣੀ ਵਿੱਚ ਵੀ ਨਮਰਤਾ ਹੋਊਗੀ। ਸੋ ਜਿਵੇਂ ਮੀਂਹ ਦਾ ਪਾਣੀ ਸਭ ਜਗ੍ਹਾ ਹਰਿਆਲੀ ਕਰ ਦਿੰਦਾ, ਖੂਹ ਦਾ ਪਾਣੀ ਤਾਂ ਥੱਲਿਓਂ ਪੱਟ ਕੇ ਕੱਢਣਾ ਪੈਂਦਾ, ਪਰ ਮੀਂਹ ਜਿਹੜੀ ਬਰਸਾਤ ਹੁੰਦੀ ਆ ਉਹਦਾ ਪਾਣੀ ਸਭ ਜਗ੍ਹਾ ਹਰਾ ਭਰਾ ਕਰ ਜਾਂਦਾ ਹੈ। ਇਸ ਤਰ੍ਹਾਂ ਇਹ ਗੁਰਬਾਣੀ ਅੰਮ੍ਰਿਤ ਵਰਖਾ ਹੈ। ਅਸੀਂ ਜੋ ਬਾਣੀ ਰਚਣ ਲੱਗੇ ਹਾਂ ਇਹ ਸਰਬ ਸਾਂਝੀ ਹੈ। ਉਹ ਸਾਰੇ ਮਨੁੱਖਤਾ ਨੂੰ ਇੱਕੋ ਹੀ ਸਰੂਪ 'ਚ ਦਿਸੂਗੀ। ਜਗਤ ਗੁਰੂ ਕਹਿਲਾਊਗੀ ਗੁਰਬਾਣੀ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ। ਬਾਣੀ ਅੰਮ੍ਰਿਤ ਸਾਰੇ ਸ਼ਬਦ ਗੁਰੂ ਪ੍ਰਗਾਸਿਆ। ਸੋ ਗੁਰਬਾਣੀ ਦਾ ਚਾਨਣ ਕਰਾਂਗੇ। ਸੋ ਇਸ ਤਰ੍ਹਾਂ ਗੁਰੂ ਸਾਹਿਬ ਕਲਯੁਗ ਜਹਾਜ਼ ਅਰਜਨ ਦੇਵ ਗੁਰੂ, ਉਹਨਾਂ ਨੇ ਐਸਾ ਜਹਾਜ਼ ਤਿਆਰ ਕੀਤਾ ਕਲਯੁਗ ਲਈ। ਉਹ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਕਰਕੇ ਪਹਿਲਾ ਪ੍ਰਕਾਸ਼ ਸ੍ਰੀ ਦਰਬਾਰ ਸਾਹਿਬ ਕੀਤਾ। ਸੋ ਮੈਂ ਇੱਥੇ ਥੋੜ੍ਹਾ ਜਿਹਾ ਬ੍ਰੇਕ ਦਿੰਦਾ ਹੋਇਆ। ਸੋ ਗੁਰੂ ਨਾਨਕ ਸਾਹਿਬ ਨੇ ਅਵਤਾਰ ਧਾਰਨ ਕਰਕੇ ਸਾਂਝੀਵਾਲਤਾ ਦਾ ਪ੍ਰਤੀਕ ਦਿੱਤਾ। ਹਿੰਦੂਆਂ ਲਈ ਉਹ ਰਾਮ ਕਹਿਲਾਏ, ਮੁਸਲਮਾਨਾਂ ਲਈ ਅੱਲਾ ਖੁਦਾ ਕਹਿਲਾਏ। ਅੱਜ ਉਹਨਾਂ ਦਾ ਸਰੂਪ ਗੁਰੂ ਗ੍ਰੰਥ ਸਾਹਿਬ ਆ, ਜੋ ਰਾਮ ਵੀ ਆ, ਅੱਲਾ ਵੀ ਆ, ਸਾਰੇ ਜਗਤ ਦੀ ਅਗਵਾਈ ਦਿੰਦਾ। ਇਹਦੇ ਵਿੱਚ ਪ੍ਰਭੂ ਵੀ ਲਿਖਿਆ ਹੈ। ਜਿਹੜੇ ਈਸ਼ਵਰ ਨੂੰ ਧਿਆਉਂਦੇ ਉਹ ਪ੍ਰਭੂ ਕਹਿੰਦੇ, ਰੱਬ ਨੂੰ ਪ੍ਰਭੂ ਵੀ ਲਿਖਿਆ ਹੈ। ਉਹਦੇ 'ਚ ਰਾਮ, ਅੱਲਾ, ਰਹੀਮ ਬਹੁਤ ਨਾਮਾਂ ਤੋਂ ਮੁਖੱਲਤ ਕੀਤਾ ਪਰਮਾਤਮਾ ਨੂੰ। ਕੋਈ ਦਿੱਕਤ ਨਹੀਂ ਆ। ਗੁਰੂ ਨਾਨਕ ਸਾਹਿਬ ਨੇ ਸਭ ਨੂੰ ਇੱਕੋ ਹੀ ਉਪਦੇਸ਼, ਚਾਹੋ ਵਰਨਾ ਕੋ ਸਾਂਝਾ, ਇੱਕੋ ਹੀ ਉਪਦੇਸ਼ ਦਿੱਤਾ। ਭਾਈ ਨਾਮ ਜਪ ਕੇ ਹੀ ਤਰ ਹੋਣਾ। ਪਖੰਡਵਾਦ ਦਾ ਵਿਰੋਧ ਕੀਤਾ ਬਾਣੀ ਦੇ ਅੰਦਰ। ਕਬਰਾਂ ਨੂੰ ਮੱਥੇ ਟੇਕ ਕੇ ਤੁਸੀਂ ਨਹੀਂ ਮੁਕਤ ਹੋ ਸਕਦੇ, ਮੂਰਤੀਆਂ ਨੂੰ ਪੂਜ ਕੇ ਨਹੀਂ ਮੁਕਤ ਹੋ ਸਕਦੇ, ਨਾਮ ਜਪ ਕੇ ਹੀ ਮੁਕਤ ਹੋਵੋਗੇ। ਗੁਰੂ ਨਾਨਕ ਸਾਹਿਬ ਨੇ ਉਪਦੇਸ਼ ਸਭ ਨੂੰ ਸਾਂਝਾ ਦੇ ਦਿੱਤਾ। ਹਿੰਦੂ ਹੋ ਤੁਸੀਂ ਰਾਮ ਰਾਮ ਜਪ ਲਓ, ਮੁਸਲਿਮ ਹੋ ਤੁਸੀਂ ਅੱਲਾ ਅੱਲਾ ਕਰੀ ਚਲੋ। हिंदू राम राम उच्चराय, मुसलमान का एक खुदा एक कबीर का स्वामी रहे आसमानी। बाणी कहण नहीं। सो इस करके सब की कल्याण कर दी गुरु नानक साहब ने। ऐसा भला किया संसार के उत्ते, मारिया सिक्का जगत विच नानक निर्मल पंथ चलाया। ਜਿਹੜੇ ਆਪਣੀ ਸ਼ਰ੍ਹਾ 'ਚ ਵੀ ਪੱਕੀ ਰਹਿਣੇ ਚਾਹੁੰਦੇ ਉਹਨਾਂ ਨੂੰ ਵੀ ਕਹਿ ਦਿੱਤਾ ਸਾਡੇ ਮੰਦਰ ਸਾਰਨ ਕਰ ਦਿੱਤੇ ਗੁਰੂ ਹਰਗੋਬਿੰਦ ਸਾਹਿਬ ਨੇ ਹਰਗੋਬਿੰਦਪੁਰ। ਮੁਸਲਮਾਨਾਂ ਦੀ ਮਸੀਤ ਬਣਾਤੀ, ਸ਼ੇਰੇ ਪੰਜਾਬ ਦਾ ਰਾਜਾ ਇੱਕੋ ਜਿਹਾ ਦਾਨ ਦਿੱਤਾ ਸਭ ਨੂੰ। ਕਿਹਾ ਕਿਸੇ ਦੀ ਭਾਵਨੀ ਨੂੰ ਵੀ ਨਹੀਂ ਅਸੀਂ, ਜੇ ਆਪਣੀ ਸ਼ਰ੍ਹਾ 'ਚ ਹੀ ਰਹਿ ਕੇ ਕੋਈ ਧਿਆਉਣਾ ਚਾਹੁੰਦਾ ਉਹ ਵੀ ਧਿਆ ਸਕਦਾ। ਸਾਨੂੰ ਕੋਈ ਇੱਦਾਂ ਦਾ ਗੱਲ ਤਾਂ ਇੱਕੋ ਹੀ ਰੱਬ ਦਾ ਧਿਆ, ਉਹ ਵੀ ਤਾਂ ਰਾਮ ਕਹਿ ਕੇ ਵੀ ਉਸੇ ਰੱਬ ਨੂੰ ਮੁਖੱਲਤ ਹੋਣਾ ਹੈ, ਅੱਲਾ ਕਹਿ ਕੇ ਵੀ ਉਹਨੇ ਮੁਖੱਲਤ ਹੋਣਾ ਹੈ। ਸੋ ਇਸ ਕਰਕੇ ਮਹਾਰਾਜ ਜੀ ਨੇ ਸਾਂਝੀਵਾਲਤਾ ਦਾ ਪ੍ਰਤੀਕ ਗੁਰੂ ਗ੍ਰੰਥ ਸਾਹਿਬ ਬਖਸ਼ ਦਿੱਤੇ, ਜਿਨ੍ਹਾਂ ਨੂੰ ਸਾਰੇ ਫ਼ਕਰ ਨਾਲ ਮੱਥਾ ਟੇਕਦੇ। ਸਾਰਾ ਜਗਤ ਸਭ ਤਰ੍ਹਾਂ ਦੇ ਤਬਕੇ, ਜਗਤ ਗੁਰੂ ਉਹੀ ਹੁੰਦਾ। ਅੱਜ ਇੱਥੇ ਇੱਕੀ ਜੁੱਕੀ ਚੁੱਕ ਕੇ ਜਗਤ ਗੁਰੂ ਲਿਖ ਦਿੰਦੇ ਨਾਂ ਦੇ ਮੂਹਰੇ, ਜਿਹਨੂੰ ਕੋਈ ਇੱਕ ਤਬਕਾ ਵੀ ਨਹੀਂ ਪੁੱਛਦਾ। ਅਤੇ ਗੁਰੂ ਸਾਹਿਬ ਤਾਂ ਜਗਤ ਗੁਰੂ ਇਸ ਲਈ ਕਿਉਂਕਿ ਸਾਰਾ ਜਗਤ ਹੀ ਉਹਨਾਂ ਨੂੰ ਨਮਸਕਾਰ ਕਰਦਾ ਹੈ, ਔਰ ਉਹ ਸਾਰੇ ਜਗਤ ਵਿੱਚ ਪੂਜਨੀ ਵੀ ਆ। ਜਿਵੇਂ ਉਹਨੂੰ ਕਹਿੰਦਾ ਉੱਥੇ ਵਿਦਵਾਨਾਂ ਦੀ ਵਿਚਾਰ ਹੋਈ ਕਿ ਪੂਰੇ ਵਰਲਡ ਦੀ ਅਗਵਾਈ ਗੁਰੂ ਗ੍ਰੰਥ ਸਾਹਿਬ ਹੀ ਦੇ ਸਕਦੇ, ਔਰ ਕੋਈ ਨਹੀਂ ਦੇ ਸਕਦਾ। ਸੋ ਸੰਸਾਰ ਤਾਂ ਇੱਕ ਉਜਾੜ ਰੂਪ ਹੈ। ਇਸ ਦੇ ਦਸੋਂ ਦਿਸ਼ਾ ਵਿੱਚ ਹਰੀ ਦੀ ਹਰਿਆਵਲ ਸ਼ਾਖ ਸਤਸੰਗਤ ਹੈ। ਇਸ ਸਤਸੰਗ ਦੁਆਰਾ ਜਿਹੜਾ ਪੁਰਸ਼ ਸਹਿਜ ਪੱਕੈ ਗਿਆਨ ਨੂੰ ਪ੍ਰਪੱਕ ਕਰਦਾ ਹੈ, ਸੁਤੇ ਸਿੱਧ। ਸਤਸੰਗ ਦੁਆਰਾ ਸਾਧੂਆਂ ਦੀ ਸੰਗਤ ਵਿੱਚ ਬੈਠ ਕੇ
ਮਹਾਰਾਜ ਜੀ ਕਹਿੰਦੇ ਸਹਿਜੇ ਸਹਿਜੇ ਪਰਮਾਤਮਾ ਦਾ ਨਾਮ ਪੱਕਦਾ ਹੈ। ਮਹਾਰਾਜ ਬਾਣੀ 'ਚ ਵੀ ਕਹਿੰਦੇ ਕਚੜਿਆਂ ਸੋ ਤੋੜ ਢੂੰਡ ਸੰਤ ਸੱਜਣ ਪੱਕਿਆਂ। ਕਚੜਿਆਂ ਨਾਲ ਦੋਸਤੀ ਛੱਡ ਦੇ। ਕਚੜਿਆਂ ਦੀ ਦੋਸਤੀ 'ਚ ਤੈਨੂੰ ਕੁਛ ਨਹੀਂ ਮਿਲਣਾ। ਜਿਹੜੇ ਖੁਦ ਕੱਚੇ ਪਿੱਲੇ ਆ ਉਹ ਤੈਨੂੰ ਕਿੱਥੇ ਪੱਕੇ ਕਰ ਦੇਣਗੇ। ਜਿਹੜੇ ਖੁਦ ਪੱਕੇ ਆ ਉਹ ਤੈਨੂੰ ਵੀ ਪੱਕੇ ਕਰ ਸਕਦੇ। ਉਹਨਾਂ ਵਿੱਚ ਪਾਵਰ ਆ। ਸੋ ਇਸ ਕਰਕੇ ਢੂੰਡ ਸੰਤ ਸੱਜਣ ਪੱਕਿਆਂ ਕਚੜਿਆਂ ਸੋ ਤੋੜ। ਜਿਨ੍ਹਾਂ ਨੇ ਤੇਰਾ ਇੱਥੇ ਵੀ ਸਾਥ ਦੇਣਾ ਅਤੇ ਗਾਂ ਦਰਗਾਹ 'ਚ ਵੀ ਸਾਥ ਦੇਣਾ, ਉਹਨਾਂ ਨੂੰ ਟੋਲ। ਮਹਾਰਾਜ ਕਹਿੰਦੇ ਉਹਨਾਂ ਦਾ ਸਾਥ ਜਦੋਂ ਸੰਗਤ ਵਿੱਚ ਬੈਠੇਗਾ ਸਤਸੰਗ ਵਿੱਚ ਅਤੇ ਸਹਿਜ ਪੱਕੈ ਸੋ ਮਿੱਠਾ ਹੋਏ। ਉਹ ਸਹਿਜ ਇੱਕ ਕਹਿੰਦੇ ਨਾ, ਇੱਕ ਤਾਂ ਹੁੰਦਾ ਆ ਵੀ ਧੱਕੇ ਨਾਲ ਪਕਾਉਣਾ ਅੰਬ ਨੂੰ, ਫਰੂਟ ਆ ਉਹਨੂੰ ਗਰਮ 'ਚ ਰੱਖ ਕੇ ਤੂੜੀ 'ਚ ਰੱਖ ਕੇ ਅਸੀਂ ਪਕਾਉਣੇ, ਅਤੇ ਇੱਕ ਹੁੰਦਾ ਆ ਦਰੱਖਤ ਦੇ ਉੱਤੇ ਕੁਦਰਤੀ ਪੱਕਣਾ। ਸਹਿਜ ਪੱਕ ਗਿਆ ਕਹਿੰਦੇ ਸੀ। ਜਿਹੜਾ ਮਿੱਠਾ ਪੱਕਦਾ ਨਾ ਦਰੱਖਤ 'ਤੇ ਉਹਦੀ ਮਿਠਾਸ ਵੱਖਰੀ ਹੁੰਦੀ, ਜਿਹੜੇ ਤਪਕੇ ਦੇ ਅੰਬ ਹੁੰਦੇ। ਸੋ ਮਹਾਰਾਜ ਕਹਿੰਦੇ ਸਹਿਜ ਪੱਕੈ ਸੋ ਮਿੱਠਾ। ਜਿਹੜੇ ਸਾਧੂ ਹੁੰਦੇ ਉਹ ਸਹਿਜ ਪੱਕਦੇ ਆ। ਗੁਰਮਤਿ ਸਹਿਜ ਪਕਾਉਂਦੀ ਆ। ਜਿਹੜਾ ਉਹਨਾਂ ਦਾ ਗਿਆਨ ਆ ਨਾ, ਉਹ ਕਹਿੰਦੇ ਰਿਸ਼ੀ ਮੁਨੀਆਂ ਦਾ ਜਿਹੜਾ ਯੋਗ ਮਤ ਆ, ਉਹ ਕਹਿੰਦੇ ਵੀ ਇੱਕ ਟ੍ਰਿਕ ਆ ਜੀ ਨਾਮ ਜਪਣਾ। ਤਾਂ ਇਸ ਤਰ੍ਹਾਂ ਸਾਰੇ ਹੀ ਰੱਬ ਨੂੰ ਪਾ ਸਕਦੇ, ਸਾਰੇ ਜਪ ਸਕਦੇ। ਉਹ ਟ੍ਰਿਕ ਨਹੀਂ ਆ। ਨਾ ਤੂੰ ਆਵੇ ਵਸ ਬਹੁਤਾ ਦਾਨ ਦੇ, ਬਾਣੀ 'ਚ ਕਹਿੰਦੇ ਭਗਤ ਜੀ, ਨਾ ਤੂੰ ਆਵੇ ਬਹੁਤਾ ਦਾਨ ਦੇ, ਨਾ ਤੂੰ ਆਵੇ ਵਸ। ਕਹਿੰਦੇ ਭਾਵੇਂ ਇੱਕ ਕੰਨਿਆ ਦਾਨ ਕਰਦੇ ਸੋਨਾ ਤੋਲ ਕੇ ਬਰਾਬਰ। ਅਤੇ ਤੂੰ ਵਸ ਆਵੇ, ਤੂੰ ਵਸ ਉਹਦੇ ਆਊਗਾ ਜਿਹਦਾ ਸਾਝ ਪ੍ਰਿਯੋ ਸਾਝ ਕਹੋ ਸੁਣ ਲਿਓ ਸਭੈ ਜਿਹਨੂੰ ਪ੍ਰੇਮ ਕੀਓ। ਤੂੰ ਵਸ ਭਗਤਾਂ ਦੇ ਹੁੰਨਾ ਪ੍ਰੇਮ ਦੀਆਂ ਡੋਰੀਆਂ ਪਾ ਕੇ। ਉਹ ਭਗਤਾਂ ਦੇ ਵਸ ਹੁੰਦਾ, ਉਹ ਸਾਧੂਆਂ ਸੰਤਾਂ ਦੇ ਵਸ ਹੋਇਆ ਜਿਨ੍ਹਾਂ ਨੇ ਪੱਕੀਆਂ ਡੋਰੀਆਂ ਲਾਈਆਂ। ਮਹਾਰਾਜ ਕਹਿੰਦੇ ਵੀ ਸਹਿਜ ਪੱਕੈ ਸੋ ਮਿੱਠਾ ਹੋਵੇ। ਸੋ ਸਾਧੂਆਂ ਨੇ ਸਹਿਜ ਪਕਾਇਆ ਉਹਦੇ ਨਾਮ ਨੂੰ, ਧੱਕੇਸ਼ਾਹੀ ਨਾਲ ਨਾਮ ਨੂੰ ਨਹੀਂ ਲਿਆ। ਵਿਣ ਗੁਣ ਕੀਤੇ ਭਗਤ ਨੋਹੀ, ਪਹਿਲਾਂ ਗੁਣ ਧਾਰਨ ਕੀਤੇ, ਦਇਆ ਸੰਤੋਖ ਜਤਨ ਅਰਦਾਸਾਂ ਕਰ ਕਰਕੇ ਮੰਗੇ ਮੇਰੇ 'ਚ। ਗੁਰੂ ਨਾਨਕ ਸਾਹਿਬ ਆਪ ਗੁਣ ਕੱਢਦੇ, ਗੁਣ ਬਖਸ਼ ਦੇ ਤਾਂ ਕਿ ਤੈਨੂੰ ਜਪਣ ਦੇ ਯੋਗ ਹੋ ਜਾਵਾਂ। ਅਤੇ ਜਦੋਂ ਗੁਣ ਆ ਜਾਂਦੇ ਫਿਰ ਸਹਿਜ ਪੱਕੇ ਸੋ ਮਿੱਠਾ ਹੋਏ। ਫਿਰ ਉਹ ਸਹਿਜੇ ਸਹਿਜੇ ਮਿੱਠੇ ਹੋ ਜਾਂਦੇ। ਅਤੇ ਜਿਹੜੇ ਉਹਨਾਂ ਦੀ ਸਤਸੰਗ ਵਿੱਚ ਬੈਠਦੇ ਆ ਉਹਨਾਂ ਵਿੱਚ ਵੀ ਉਹ ਮਿਠਾਸ ਆ ਜਾਂਦੀ। ਕਹਿੰਦੇ ਨਾ ਸਾਧੂਆਂ ਦਾ ਜੋੜਿਆ ਕਦੇ ਟੁੱਟਦਾ ਨਹੀਂ। ਮਨਮੁੱਖਾਂ ਦਾ ਜੋੜਿਆ ਤਾਂ ਟੁੱਟਦਾ ਹੀ ਹੈ। ਟੁੱਟਿਆ ਉਹਦਾ ਜੋੜੇ ਨੇ ਟੁੱਟਣਾ ਹੀ ਫਿਰਨਾ। ਇਸ ਕਰਕੇ ਗਿਆਨ ਨੂੰ ਪ੍ਰਪੱਕ ਕਰਦਾ ਹੈ, ਉਸ ਨੂੰ ਬ੍ਰਹਮਾ ਆਨੰਦ ਰੂਪੀ ਮਿੱਠਾ ਰਸ ਪ੍ਰਾਪਤ ਹੁੰਦਾ ਹੈ। ਸੋ ਨਾਨਕ ਅਸਨ ਮਿਲਹੁ ਪਿਆਰੇ ਸਤਿਗੁਰ ਭੈ ਬਸੀਠਾ। ਗੁਰੂ ਜੀ ਕਥਨ ਕਰਦੇ ਹਨ, ਜਿਗਿਆਸੂ ਰੂਪ ਸਖੀ ਆਖਦੀ ਹੈ, ਹੇ ਹਰੀ, ਆਪ ਜੀ ਦੀ ਪ੍ਰਾਪਤੀ ਦੀ ਜੋ ਆਸਾ ਲੱਗ ਰਹੀ ਹੈ, ਇਹੀ ਅੱਸੂ ਦਾ ਮਹੀਨਾ ਹੈ। ਇਸ ਵਿੱਚ ਹੇ ਪਿਆਰੇ ਪ੍ਰਭੂ, ਆਪ ਆ ਕੇ ਮਿਲਣਾ ਕਰੋ ਮੈਨੂੰ। ਹੁਣ ਤਾਂ ਆਪ ਜੀ ਦੀ ਪ੍ਰਾਪਤੀ ਵਿੱਚ ਬ੍ਰਹਮ ਨੇਸ਼ਟੀ ਬ੍ਰਹਮ ਸਰੋਤਰੀ ਪੂਰੇ ਸਤਿਗੁਰੂ ਬਸੀਠਾ ਵਕੀਲ ਰੂਪ ਪ੍ਰਾਪਤ ਹੋਏ ਹਨ। ਮੇਰੇ ਕਲਗੀਧਰ ਪਾਤਸ਼ਾਹ ਕਹਿੰਦੇ ਤੂੰ ਅੰਮ੍ਰਿਤ ਛਕ ਲੈ, 5 ਕਕਾਰਾਂ ਦਾ ਧਾਰਨੀ ਬਣ ਜਾ, 5 ਬਾਣੀਆਂ ਦਾ ਨਿਤਨੇਮੀ ਹੋ, ਘੱਟੋ ਘੱਟ ਇੰਨਾ ਪਰਹੇਜ਼ ਕਰ ਲੈ, ਰਹਿਤ ਵਿੱਚ ਪਰਪੱਕ ਹੋ ਜਾ, ਮੈਂ ਤੇਰੀ ਵਕਾਲਤ ਕਰੂੰਗਾ ਦਰਗਾਹ ਦੇ ਅੰਦਰ। ਭਾਈ ਦਾਨ ਜੀ ਕਹਿੰਦੇ ਮਹਾਰਾਜ ਕੇਸ ਤਾਂ ਇੱਥੇ ਹੀ ਸੜ ਜਾਣੇ। ਤੁਹਾਡੀ ਬਾਣੀ 'ਚ ਹੀ ਲਿਖਿਆ ਹੈ ਕਿ ਹਾੜ ਵਾਲਿਓ ਲਾਕਰੀ ਕੇਸ ਵਾਲੇ ਘਾਸ ਸਿਵਿਆਂ 'ਚ ਸੜ ਜਾਂਦੇ, ਗਾਂਹ ਕਿੱਦਾਂ ਜਾਣਗੇ। ਹੁਣ ਅੱਜ ਦੇ ਸਿੱਖ ਵੀ ਇੱਦਾਂ ਹੀ ਸਵਾਲ ਕਰਦੇ। ਮਹਾਰਾਜ ਨੇ ਭਾਈ ਦਾਨ ਜੀ ਦੇ ਮੱਥੇ 'ਤੇ ਹੱਥ ਰੱਖਤਾ, ਅਗਲੇ ਪਾਸੇ ਇੱਕ ਨਦੀ ਦੀਦੀ ਆ ਖੂਨ ਪਾਕਦੀ, ਉਹਦੇ ਵਿੱਚ ਸਭ ਗੋਤੇ ਖਾਂਦੇ ਆ, ਵਿੱਚੇ ਮੋਨੇ ਵਿੱਚੇ ਕੇਸਾਧਾਰੀ ਸਿੱਖ ਆ। ਕਹਿੰਦੇ ਕੁਛ ਗਲਤੀਆਂ ਕਰਕੇ ਸਿੱਖ ਵੀ ਨਰਕਾਂ ਦੀ ਨਦੀ 'ਚ ਪੈ ਜਾਂਦੇ। ਅਤੇ ਅਸੀਂ ਕੇਸਾਂ ਦੀ ਪਛਾਣ ਕਰਕੇ ਇਸ ਤਰ੍ਹਾਂ ਧੂ ਕੇ ਕੱਢਾਂਗੇ। ਭਾਈ ਦਾਨ ਸਿੰਘ ਨੂੰ ਕਹਿੰਦੇ ਸਿੱਖ ਹੋਏ ਸਿਰ ਟੋਪੀ ਧਰੇ 7 ਜਨਮ ਕੁਸ਼ਤੀ ਹੋਏ ਮਰੇ। ਭਾਈ ਦਾਨ ਜੀ ਤੁਸੀਂ ਕਹਿੰਦੇ ਕੇਸ ਰੱਖ ਕੇ ਕੀ ਕਰਨਾ, ਪਰ ਦਰਗਾਹ 'ਚ ਦੇਖੋ ਪੱਥਰੇ ਹੀ ਪੱਥਰ ਆ, ਜੂਨ ਮਿਲਦੀ ਹੈ, ਪੱਥਰੇ ਹੀ ਪਿਆ ਰਹੂਗਾ ਕਈ। ਫਿਰ 7 ਜਨਮ ਹੋਏ ਕੁਸ਼ਤੀ ਮਰੇ, 7 ਜਨਮ ਕੋਹੜੀ ਦਾ ਦੇਵਾਂਗੇ। ਸੋ ਇਸ ਤਰ੍ਹਾਂ ਕਿਤੇ ਵੀ ਉਹਨੂੰ ਟਿਕਾ ਨਹੀਂ ਮਿਲਦਾ। ਭਾਈ ਦਾਨ ਜੀ ਪੈਰਾਂ 'ਚ ਡਿੱਗ ਪਏ ਸੀ, ਕਹਿੰਦੇ ਹੁਣੇ ਸਾਨੂੰ ਅੰਮ੍ਰਿਤ ਦੀ ਦਾਤ ਦਿਓ, ਸੰਤ ਅਗਲਾ ਪਾਸਾ ਦਿਖਾਤਾ ਤੁਸੀਂ। ਵਿਨ ਕੇਸਨ ਸਿੰਘ ਕੁੱਟੀਆਂ ਦੇ ਚਿੰਗਾਰੇ, ਕੇਸਾਂ ਤੋਂ ਬਿਨਾਂ ਸਿੱਖ ਦਰਗਾਹ 'ਚ ਵੀ ਕੁੱਟ ਖਾਂਦੇ, ਇੱਥੇ ਵੀ ਖਾਂਦੇ। ਇਹਨੇ ਕੱਲ੍ਹ ਬਹੁਤ ਵਧੀਆ ਵੀਡੀਓ ਬਣਾਈ ਸੀ, ਉੱਥੇ ਕਹਿੰਦਾ ਵੀ ਕਨੇਡਾ ਦੇ ਨਿਆਣੇ ਜਾਂਦੇ ਅਤੇ ਕੇਸ ਲੰਮੇ ਲੰਮੇ ਨਾਈਆਂ ਨੂੰ ਦੇ ਦਿੰਦੇ, ਉਹ ਪਿੱਛੇ ਕੱਟ ਕੇ ਸੁੱਟੀ ਜਾਂਦੇ। ਇਹਨੇ ਉਹਦਾ ਬੜਾ ਮੈਰਿਟ ਬੰਦਾ ਇਹਨੇ ਕੀ ਕੀਤਾ,
ਭਾਈ ਤਾਰੂ ਸਿੰਘ, ਬੰਦਾ ਸਿੰਘ ਬਹਾਦਰ ਤੇ ਉਹਦੀ ਖੋਪੜੀ ਲਿਥਣ ਡਈ, ਇੱਕ ਪਾਸੇ ਭਾਈ ਮਣੀ ਸਿੰਘ ਬਣਾ ਤੇ ਵੀਡੀਓ ਐਡਿਟ ਕਰਕੇ ਪਾਤੀ। ਕਹਿੰਦਾ ਇੱਕ ਪਾਸੇ ਤੁਸੀਂ ਕੇਸ ਢਾਈ ਨੂੰ ਦੇਣਾ, ਇੱਕ ਪਾਸੇ ਭਾਈ ਤਾਰੂ ਸਿੰਘ ਸਿਰ ਦੀ ਖੋਪੜੀ ਨਾਲ ਉਹਦੇ ਨੈਵਰ ਫੋਰਗੇਟ ਸਿੱਖੀ ਐਂਡ ਕੇਸ। ਕਮਾਲ ਦੀ ਇਹਨੇ ਕੱਲ ਕੀਤੀ ਵੀਡੀਓਗ੍ਰਾਫੀ। ਉਹ ਦੇਖੋ ਕਿੰਨਾ ਸਿੱਖੀ ਦਾ ਜੋ ਪਿਆਰ ਹੈ ਉਹ ਸਿੱਖ ਵਿੱਚ ਹੈ। ਸੋ ਗੁਰੂ ਜੀ ਕਥਨ ਕਰਦੇ ਹਨ, ਨਿਆਸੂ ਰੂਪ ਸਖੀ ਆਖਦੀ ਹੈ, ਹਰੀ ਆਪ ਜੀ ਦੀ ਪ੍ਰਾਪਤੀ ਦੀ ਜੋ ਆਸਾਂ ਲੱਗ ਰਹੀ ਹੈ, ਇਹੀ ਅੱਸੂ ਦਾ ਮਹੀਨਾ ਹੈ। ਇਸ ਵਿੱਚ ਮੇਰੇ ਪਿਆਰੇ ਪਰਮਾਤਮਾ ਜੀ, ਮੈਨੂੰ ਵਿਛੋੜੋ ਨਾ, ਮੇਰੇ ਘਰ ਸਰੀਰ ਵਿੱਚ ਆਓ, ਮੇਰੇ ਅੰਦਰ ਵਾਸਾ ਪਾਓ। ਇਹ ਮਨ ਚਾਓ ਭਇਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਖੀ ਗ੍ਰਹਿਓ ਮੰਦਰ ਬਣਿਆ। ਮੇਰਾ ਸਰੀਰ ਰੂਪੀ ਘਰ ਮੰਦਰ ਬਣ ਜਾ ਅਤੇ ਮੇਰੇ ਅੰਦਰ ਬਾਣੀ ਦੇ ਬਾਜੇ ਵੱਜਣ, ਆਇਓ ਪੜ੍ਹਨ ਸੁਣਨ ਕੋ ਬਾਣੀ, ਨਾਮ ਦਾ ਰਸ ਫੁੱਟੇ। ਸੋ ਉਹੀ ਤੁਹਾਡੀ ਪ੍ਰਾਪਤੀ ਹੈ। ਅੱਸੂ ਦਾ ਮਹੀਨਾ ਵਿੱਚ ਮੈਨੂੰ ਆਸ ਲੱਗੀ ਹੋਈ ਕਰਕੇ ਇਹਨੂੰ ਆਸੂ ਕਹਿੰਦੇ ਆ। ਮੈਂ ਆਸਾ ਰੱਖੀ ਹੈ ਕਿ ਤੁਸੀਂ ਮੈਨੂੰ ਪ੍ਰਾਪਤ ਹੋਵੋ, ਮੇਰਾ ਘਰ ਸੁਣਨਾ ਹੈ ਤੁਹਾਤੋਂ ਬਿਨਾਂ। ਜਿਵੇਂ ਇਸਤਰੀ ਉਡੀਕਦੀ ਆ ਪਤੀ ਨੂੰ ਕਿ ਮੇਰਾ ਘਰ ਸੁਣਨਾ ਹੈ ਬਿਨਾਂ ਤੁਹਾਡੇ ਆਏ ਬਿਨਾਂ। ਸੋ ਇਸ ਤਰ੍ਹਾਂ ਆਪ ਜੀ ਆ ਕੇ ਵਰਣਨਾ ਕਰੋ। ਹੁਣ ਤਾਂ ਆਪ ਜੀ ਦੀ ਪ੍ਰਾਪਤੀ ਵਿੱਚ ਬ੍ਰਹਮ ਨੇਸ਼ਟੀ ਬ੍ਰਹਮ ਸਰੋਤਰੀ ਪੂਰੇ ਸਤਿਗੁਰ ਵਸੀਠਾ ਵਕੀਲ ਰੂਪ ਪ੍ਰਾਪਤ ਹੋਏ। ਗੁਰੂ ਗੋਬਿੰਦ ਸਿੰਘ ਮਹਾਰਾਜ, ਗੁਰੂ ਨਾਨਕ ਸਾਹਿਬ ਵਰਗੇ ਵਕੀਲ ਆ। ਵਾਹਿਗੁਰੂ ਨਾ ਜਹਾਜ਼ ਹੈ ਚੜ੍ਹੇ ਸੁਤਰੇ ਪਾ, ਅਤੇ ਆਓ ਭਾਈ ਗੁਰਸਿੱਖੋ, ਮੇਰੇ ਗੁਰਾਂ ਨੇ ਜਹਾਜ਼ ਬਣਾਇਆ, ਆਓ ਸਿੱਖੋ ਪਾਰ ਲੰਘੀਏ। ਅਤੇ ਗੁਰੂ ਨਾਨਕ ਦਾ ਜਹਾਜ਼ ਹੈ, ਇਹ ਡੁੱਬਦਾ ਨਹੀਂ ਕਿਤੇ ਵੀ, ਇਹ 'ਚ ਗੋਤੇ ਨਹੀਂ ਪੈਂਦੇ। ਇਸ ਕਰਕੇ ਜੈਸਾ ਸਤਿਗੁਰ ਸੁਣੀਂਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾ ਵਸੀਠ। ਮਹਾਰਾਜ ਜੀ ਤੁਹਾਡੀ 84 ਕੱਟ ਦਿੱਤੀ ਹੈ, ਸਾਨੂੰ ਖੰਡੇ ਬਾਟੇ ਦਾ ਅੰਮ੍ਰਿਤ ਦੇ ਕੇ ਰਹਿਤ ਬਖਸ਼ ਕੇ, ਅਤੇ ਸਾਨੂੰ ਖਾਲਸਾ ਜੀਵਨ ਬਖਸ਼ਿਆ। ਕੋਸ਼ਿਸ਼ ਕਰੀਏ ਜਿੱਥੇ ਸਰੀਰ ਖਾਲਸਾ ਅੰਮ੍ਰਿਤ ਛਕ ਕੇ, ਉੱਥੇ ਆਤਮਾ ਨੂੰ ਖਾਲਸਾ ਬਣਾਉਣਾ। ਅਸੀਂ ਅਵਗੁਣ ਕੱਢ ਕੇ, ਈਰਖਾ ਨਿੰਦਿਆ ਝੂਠ ਵਿੱਚੋਂ ਕੱਢਣਾ। ਇੱਥੇ ਗੁਰੂ ਸਾਹਿਬ ਕਹਿੰਦੇ, ਮੈਂ ਤੈਨੂੰ ਤਾਂ ਵਿਛੋੜਿਆ, ਮੈਂ ਉਹਨਾਂ ਨੂੰ ਵਿਛੋੜ ਦਿੱਤਾ ਆਪਣੇ ਵਿੱਚੋਂ ਜਿਹੜੇ ਝੂਠ ਦਾ ਰਸਤਾ ਫੜ ਲੈਂਦੇ। ਇੱਥੇ ਮਹਾਰਾਜ ਕਹਿੰਦੇ ਆ ਵੀ ਜਿਹਨਾਂ ਨੂੰ ਅਸੀਂ ਵਿਛੋੜ ਦਿੱਤਾ, ਉਹ ਇਸਤਰੀਆਂ ਸਭ ਤੋਂ ਵਿਛੜ ਗਈਆਂ ਜਿਨ੍ਹਾਂ ਨੇ ਝੂਠ ਦਾ ਰਾਹ ਫੜ ਲਿਆ ਸੀ। ਸੋ ਇਹ ਸੀ ਅੱਸੂ ਦੇ ਮਹੀਨੇ ਦੀ ਤੁਖਾਰੀ ਰਾਗ ਦੀ ਕਥਾ। ਗਾਂ ਕੱਤਕ ਦੇ ਮਹੀਨੇ ਵਾਸਤੇ ਸਿੱਖਾਂ ਨੇ ਬੇਨਤੀ ਕੀਤੀ, ਅਤੇ ਉਹ ਕੱਤਕ ਦੇ ਮਹੀਨੇ ਦੀ ਫਿਰ ਕਥਾ ਪ੍ਰਾਰੰਭ ਹੋ ਜਾਂਦੀ ਹੈ ਤੁਖਾਰੀ 'ਚ। ਸੋ ਅਸੀਂ ਆਖਰੀ ਪੰਕਤੀ ਪੜ੍ਹ ਕੇ 2 ਵਾਰੀ ਦੀ ਸਮਾਪਤੀ ਕਰਦੇ ਅਤੇ ਗਾਂ ਮਾਝ ਰਾਗ ਪ੍ਰਾਰੰਭ ਕਰਦੇ। ਨਾਨਕ ਅਸਨ ਮਿਲਹੁ ਪਿਆਰੇ, ਸਤਿਗੁਰ ਭੈ ਵਸੀਠਾ। ਨਾਨਕ ਅਸਨ ਮਿਲਹੁ ਪਿਆਰੇ, ਸਤਿਗੁਰ ਭੈ ਵਸੀਠਾ। ਅਰਦਾਸ ਕਰਦੇ ਗਰੀਬ ਨਵਾਜ ਜੀ, ਅੱਸੂ ਦੇ ਮਹੀਨੇ ਵਿੱਚ ਸਾਨੂੰ ਆਪਣੀ ਪਿਆਰੀ ਪਿਆਰੀ ਸਿੱਖੀ ਭਗਤੀ ਨਾਮ ਦੀ ਦਾਤ ਬਖਸ਼ੋ। ਅਸੀਂ ਤੁਹਾਨੂੰ ਭਾ ਜਾਈਏ, ਉਹ ਸੁਹਾਗਵੰਤੀ ਇਸਤਰੀ ਪਸੰਦ ਆ ਜਾਏ ਆਪਣੇ ਪਤੀ ਨੂੰ, ਸਾਡੀ ਰਹਿਤ ਸਾਡਾ ਜੀਵਨ ਤੁਹਾਨੂੰ ਪਸੰਦ ਆ ਜਾਏ, ਅਤੇ ਸਾਡੇ 'ਤੇ ਕਿਰਪਾ ਕਰੋ। ਅਤੇ ਅਰਦਾਸ ਕਰੀਏ ਸਾਡਾ ਮਹੀਨਾ, ਸਾਡਾ ਇਹ ਜ਼ਿੰਦਗੀ ਦਾ ਅੱਸੂ ਦਾ ਮਹੀਨਾ ਵੀ ਸਾਡਾ ਸਫਲ ਹੋ ਜਾਵੇ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਤਨੇ ਕੁ ਵਚਨ ਅਸੀਂ ਤੁਖਾਰੀ ਰਾਗ ਦੇ ਕੀਤੇ ਆ ਸਾਧ ਸੰਗਤ ਜੀ। ਅਤੇ ਹੁਣ ਅਸੀਂ ਮਾਝ ਰਾਗ ਦੇ, ਮੈਂ ਪਹਿਲਾਂ ਸੈਪਰੇਟ ਕਰ ਦਿੰਦਾ ਸੀ, ਫਿਰ ਵੱਖਰੀ ਵੱਖਰੀ ਪਾਉਣੀ ਪੈਂਦੀ ਸੀ। ਹੁਣ ਅਸੀਂ ਮਾਝ ਰਾਗ ਨੂੰ ਵੀ ਵਿੱਚੇ ਐਡ ਕਰ ਦਿੱਤਾ, ਅਤੇ ਉਹ ਇਕੱਠੀ ਇੱਕ ਜਗ੍ਹਾ ਹੀ ਕੰਬਾਈਨਡ ਬਣ ਜਾਊਗੀ, ਇਕੱਠੀ ਪਾ ਦਿਆਂਗੇ। ਸੋ ਮਾਝ ਰਾਗ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਮੰਜੀ ਸਾਹਿਬ ਵਾਲੇ ਅਸਥਾਨ 'ਤੇ ਬੈਠੇ ਆ। ਸੰਗਤ ਨੇ ਬੇਨਤੀ ਕੀਤੀ, ਮਹਾਰਾਜ ਹਰ ਮਹੀਨੇ ਕਥਾ ਸੁਣਨੀ ਪੈਂਦੀ। ਮਹਾਰਾਜ ਕਹਿੰਦੇ ਗੁਰੂ ਨਾਨਕ ਸਾਹਿਬ ਦਾ ਤੁਖਾਰੀ ਰਾਗ ਪੜ੍ਹ ਲਿਆ ਕਰੋ, ਸੁਣ ਲਿਆ ਕਰੋ, ਬੜਾ ਗਿਆਨ ਹੈ। ਸੋ ਮਹਾਰਾਜ ਜੀ ਨੇ ਫਿਰ ਉੱਥੇ ਕਿਹਾ ਕਿ ਤੁਖਾਰੀ ਰਾਗ ਜਿਹੜਾ ਹੈ ਉਹ ਖੜੀ ਬੋਲੀ ਹੋਣ ਕਰਕੇ ਸੰਗਤ ਕਹਿੰਦੀ ਸਾਡੇ ਸਮਝ ਘੱਟ ਪੈਂਦਾ। ਸੋ ਮਹਾਰਾਜ ਤੁਸੀਂ ਕਿਰਪਾ ਕਰੋ, ਸਾਨੂੰ ਤੁਖਾਰੀ ਰਾਗ ਦਾ ਗਿਆਨ ਬਖਸ਼ੋ, ਇਹਨੂੰ ਸੌਖਾ ਕਰਕੇ ਦੱਸੋ। ਮਹਾਰਾਜ ਕਹਿੰਦੇ ਉਹ ਟੀਕਾ ਮੂਲ ਰੂਪ ਅਸੀਂ ਟੀਕਾ ਰੂਪ ਮਾਝ ਰਾਗ ਉਚਾਰਨ ਕਰ ਦਿੰਦੇ। ਮੰਜੀ ਸਾਹਿਬ ਜਿਹੜਾ ਦੀਵਾਨ ਹਾਲ ਆ, ਉਹਦੇ ਮੂਹਰੇ ਹੁਣ ਥੜਾ ਸਾਹਿਬ ਬਹੁਤ ਸੋਹਣਾ ਗੁਰਦੁਆਰਾ ਬਣਾ ਦਿੱਤਾ ਕੱਚ ਲਾ ਕੇ, ਬੜੀ ਡੈਕੋਰੇਸ਼ਨ ਕਰਨ ਡਏ ਹੰਕਾਰ ਸਿਆਣੇ। ਉੱਥੇ ਸ਼ਾਸਤਰ ਰੱਖੇ ਹੁੰਦੇ ਸੀ, ਨਿਸ਼ਾਨ ਸਾਹਿਬ ਵੀ ਲਾਇਆ ਮੂਹਰੇ। ਉਸ ਥੜੇ 'ਤੇ ਮਹਾਰਾਜ ਬੈਠੇ, ਉੱਥੇ ਲਿਖਿਆ ਵੀ ਇਤਿਹਾਸ ਇੱਥੇ ਬੈਠ ਕੇ 12 ਮਾਝ ਰਾਗ 'ਚ ਉਚਾਰਨ ਕੀਤਾ ਗੁਰੂ ਅਰਜਨ ਦੇਵ ਜੀ।
ਉਹ ਜਿਹੜਾ ਪੜ੍ਹਦੇ ਹੀ ਅਰਥ ਸਮਝ ਆ ਜਾਣ। ਸੋ ਆਮ ਗੁਰਦੁਆਰਿਆਂ 'ਚ ਮਾਝ ਰਾਗ ਪੜ੍ਹਿਆ ਜਾਂਦਾ ਹਰ ਸੰਗਰਾਂਦ 'ਤੇ। ਤੁਖਾਰੀ ਘੱਟ ਪੜ੍ਹਦੇ ਆ। ਸੋ ਸਾਨੂੰ ਰਸ ਦੋਨਾਂ 'ਚ ਬੜਾ ਆਉਂਦਾ। ਤੁਖਾਰੀ ਰਾਗ ਵਿੱਚ ਕੁਦਰਤ ਦਾ ਬਹੁਤ ਜ਼ਿਕਰ ਕੀਤਾ ਮਹਾਰਾਜ ਗੁਰੂ ਨਾਨਕ ਸਾਹਿਬ ਨੇ, ਅਤੇ ਉਹਦਾ ਇੱਕ ਵੱਖਰਾ ਰਸ ਆ। ਉਹ ਮਾਝ ਰਾਗ ਗੁਰੂ ਅਰਜਨ ਦੇਵ ਜੀ ਦੀ ਰਚਨਾ ਹੈ। ਇਹਨੂੰ ਆਮ ਹੀ ਗੁਰਦੁਆਰਿਆਂ 'ਚ ਪੜ੍ਹਿਆ ਅਤੇ ਸੁਣਿਆ ਜਾਂਦਾ ਹੈ। ਸੋ ਮੈਂ ਮਾਝ ਰਾਗ ਦੀ ਰਚਨਾ ਬਾਰੇ ਹੁਣ ਕਥਾ ਜਿਹੜੀ ਕਰਕੇ ਉਸ ਤੋਂ ਬਾਅਦ ਸੰਗਰਾਂਦ ਦੀ ਸਮਾਪਤੀ ਕਰੂੰਗਾ। ਸਾਡੀ ਥੋੜ੍ਹੀ ਮਿਸਟੇਕ ਹੈ, ਹੈਂਗ ਹੁੰਦਾ, ਅਤੇ ਉਹ ਹੈਂਗ। ਅਸੁਨ ਪ੍ਰੇਮ ਉਮਾਹੜਾ, ਕਿਉਂ ਮਿਲੀਏ ਹਰ ਜਾਇ। ਮੰਤਨ ਪਿਆਸ ਦਰਸ਼ਨ ਘਣੀ, ਕੋਈ ਆਣ ਮਿਲਾਵੈ ਮਾਇ। ਸੰਤ ਸਹਾਈ ਪ੍ਰੇਮ ਕੇ, ਹਉ ਤਿਨ ਕੈ ਲਾਗਾ ਪਾਇ। ਵਿਣ ਪ੍ਰਭ ਕਿਉ ਸੁਖ ਪਾਈਐ, ਦੂਜੀ ਨਾਹੀ ਜਾਇ। ਜਿਨੀ ਚਾਖਿਆ ਪ੍ਰੇਮ ਰਸ, ਸੇ ਤ੍ਰਿਪਤ ਰਹੇ ਆਗਾਇ। ਆਪ ਤਿਆਗ ਬੇਨਤੀ ਕਰਹਿ, ਲਿਹੋ ਪ੍ਰਭੂ ਲੜ ਲਾਇ। ਜੋ ਹਰ ਕੰਤ ਮਿਲਾਈਆ, ਸੇ ਵਿਛੁੜ ਕਤਹਿ ਨ ਜਾਇ। ਪ੍ਰਭ ਬਿਨ ਦੂਜਾ ਕੋ ਨਹੀਂ, ਨਾਨਕ ਹਰਿ ਸਰਣ ਆਇ। ਅਸੂ ਸੁਖੀ ਵਸੰਦੀਆ, ਜਿਨਾ ਮਇਆ ਹਰਿ ਲਾਇ। ਪ੍ਰਭ ਬਿਨ ਦੂਜਾ ਕੋ ਨਹੀਂ, ਨਾਨਕ ਹਰਿ ਸਰਣ ਆਇ। ਅਸੂ ਸੁਖੀ ਵਸੰਦੀਆ, ਜਿਨਾ ਮਇਆ ਹਰਿ ਲਾਇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਸੂ ਦੇ ਮਹੀਨੇ ਵਿੱਚ ਧੰਨ ਗੁਰੂ ਅਰਜਨ ਦੇਵ ਪੰਚਮ ਪਾਤਸ਼ਾਹ ਅੱਸੂ ਦੇ ਮਹੀਨੇ ਵਿੱਚ ਗੁਰਦੇਵ ਜੀ ਜਗਿਆਸੂ ਨੂੰ ਸਮਝਾਉਂਦੇ ਹਨ ਕਿ ਪ੍ਰਭੂ ਦੇ ਪ੍ਰੇਮ ਤੋਂ ਬਿਨਾਂ ਜੀਵ ਨੂੰ ਸੁੱਖ ਦੀ ਪ੍ਰਾਪਤੀ ਨਹੀਂ ਹੁੰਦੀ। ਸੁੱਖ ਦੀ ਪ੍ਰਾਪਤੀ ਲਈ ਸੰਤਾਂ ਦੀ ਸ਼ਰਨ ਗ੍ਰਹਿਣ ਕਰਨੀ ਹੀ ਚਾਹੀਦੀ ਹੈ। ਕਿਉਂ ਗੁਰੂ ਅਰਜਨ ਦੇਵ ਜੀ ਜਦੋਂ ਕਹਿੰਦੇ ਆ, ਅਤੇ ਕਿਹੜੇ ਅੱਜ ਕੱਲ੍ਹ ਪ੍ਰੋਫੈਸਰ ਲੋਕ ਉੱਠੇ ਜਿਹੜੇ ਕਹਿੰਦੇ ਸਾਧੂ ਸੰਤ ਨਹੀਂ ਹੁੰਦੇ, ਕਿਸੇ ਦੀ ਲੋੜ ਨਹੀਂ। ਗੁਰੂ ਅਰਜਨ ਦੇਵ ਜੀ ਕਹਿੰਦੇ ਸੰਤਾਂ ਤੋਂ ਬਿਨਾਂ ਪਰਮਾਤਮਾ ਦਾ ਪਤਾ ਨਹੀਂ ਲੱਗਦਾ। ਗੁਰਬਾਣੀ ਕਹਿੰਦੀ ਆ, ਮਾਤ ਪਿਤਾ ਬਿਨ ਬਾਲ ਨਾ ਹੋਈ। ਮਾਤਾ ਪਿਤਾ ਤੋਂ ਬਿਨਾਂ ਬੱਚਾ ਨਹੀਂ ਹੁੰਦਾ। ਘੋੜ ਬਿਨ ਨਾ ਹੀ ਅਸਵਾਰ, ਘੋੜੇ ਤੋਂ ਬਿਨਾਂ ਅਸਵਾਰੀ ਨਹੀਂ ਹੁੰਦੀ। ਸਾਧੂ ਬਿਨ ਨਾ ਹੀ ਦਰਬਾਰ। ਸਾਧੂਆਂ ਸੰਤਾਂ ਤੋਂ ਬਿਨਾਂ ਪਰਮਾਤਮਾ ਦੇ ਦਰਬਾਰ ਦਾ ਪਤਾ ਨਹੀਂ ਲੱਗਦਾ। ਜਿਹੜੇ ਆਪ ਰੱਬ ਤੱਕ ਨਹੀਂ ਪਹੁੰਚੇ, ਉਹ ਦੂਜੇ ਨੂੰ ਨਹੀਂ ਪਹੁੰਚਾ ਸਕਦੇ। ਜਿਹੜੇ ਖੁਦ ਮੁਕਤ ਨਹੀਂ ਹੋਏ, ਦੂਜੇ ਨੂੰ ਮੁਕਤ ਨਹੀਂ ਕਰਾ ਸਕਦੇ। ਜਿਹਦੇ ਖੁਦ ਦੇ ਕਾਮ ਕ੍ਰੋਧ ਅਹੰਕਾਰ ਨਹੀਂ ਮਰੇ, ਉਹ ਦੂਜੇ ਦੇ ਨਹੀਂ ਮਾਰ ਸਕਦੇ। ਸੋ ਇਸ ਕਰਕੇ ਉਹਨੇ ਮੰਦੇ ਪੈਰ ਨਾ ਰੱਖਿਓ, ਕਰ ਸੁਖਰਿਤ ਧਰਮ ਕਮਾਇਆ। ਉਹਨੇ ਦੁਨੀਆ ਤੋੜੇ ਬੰਧਨਾਂ, ਪਾਣੀ ਥੋੜ੍ਹਾ ਖਾਇਆ। ਜਿਨ੍ਹਾਂ ਨੇ ਆਪਣੇ ਮਨ ਦੇ ਪੈਰ ਨੂੰ ਵੀ ਕਦੇ ਮੰਦੇ ਪਾਸੇ ਨਹੀਂ ਸੀ ਰੱਖਿਆ। ਕਬੀਰ ਸਾਹਿਬ ਜਦੋਂ ਲੋਈ ਨੇ ਇੱਕ ਵਾਰ ਕਿਹਾ ਸੀ ਕਿ ਅਸੀਂ ਸੁੱਕੀਆਂ ਖਾਂਦੇ, ਇਹ ਚੋਪੜੀਆਂ ਖਾਂਦੇ, ਜਿਹੜੇ ਸਾਧੂ ਮਸਟੰਡੇ ਤੁਹਾਡੇ ਤੁਰੇ ਰਹਿੰਦੇ, ਅਸੀਂ ਭੁੰਜੇ ਸੌਂਦੇ, ਇਹ ਮੰਜਿਆਂ 'ਤੇ ਸੌਂਦੇ। ਕਬੀਰ ਸਾਹਿਬ ਕਹਿੰਦੇ ਸੁਣਨੀ ਲੋਈ, ਇਹ ਉਹ ਸਾਧੂ ਆ ਜਿਨ੍ਹਾਂ ਨੇ ਆਪਣੇ ਮਨ ਨੂੰ ਕਦੇ ਪਰ ਤਨ ਅਤੇ ਪਰ ਧਨ 'ਤੇ ਕਦੇ ਨਜ਼ਰ ਨਹੀਂ ਰੱਖੀ। ਕਦੇ ਪਰਾਏ ਧਨ 'ਤੇ, ਪਰਾਏ ਸਰੀਰ 'ਤੇ ਕਦੇ ਨਜ਼ਰ ਨਹੀਂ ਰੱਖਦੇ। ਮਨ ਨੂੰ ਉਹਨਾਂ ਨੇ ਬੰਨ੍ਹਿਆ ਹੋਇਆ, ਵਿਸ਼ਾ ਵਿਕਾਰਾਂ ਤੋਂ ਮੋੜਿਆ ਹੋਇਆ। ਸੋ ਇਹ ਕੱਚੇ ਪਿੱਲੇ ਸਾਧੂ ਨਹੀਂ ਆ। ਢੂੰਡ ਸੰਤ ਸੱਜਣ ਪੱਕੇ ਸੰਤ ਆ। ਇਹਨਾਂ ਦੀ ਸੇਵਾ ਕਰ, ਤੂੰ ਵੀ ਤਰ ਜਾਏਂਗੀ। ਸੋ ਮੈਂ ਇਹਨਾਂ ਮੂਰਖ ਅਗਿਆਨੀ ਲੋਕਾਂ, ਨਾਸਤਿਕਾਂ ਨੂੰ ਕਹੂੰਗਾ ਜਿਹੜੇ ਸਾਧੂਆਂ ਸੰਤਾਂ 'ਤੇ ਕਿੰਤੂ ਪ੍ਰੰਤੂ ਕਰਦੇ। ਗੁਰੂ ਅਰਜਨ ਦੇਵ ਜੀ ਕਹਿੰਦੇ ਕਿ ਸੁੱਖ ਦੀ ਪ੍ਰਾਪਤੀ ਲਈ ਸੰਤਾਂ ਦੀ ਸ਼ਰਨ ਗ੍ਰਹਿਣ ਕਰਨੀ ਚਾਹੀਦੀ ਹੈ। ਸੋ ਢੂੰਡ ਸੰਤ ਸੱਜਣ ਪੱਕਿਆਂ ਕੱਚੜਿਆਂ ਸੋ ਤੋੜ। ਜਿਹੜੇ ਪੱਕੇ ਆ ਤੇਰੇ ਨਾਮ ਵਿੱਚ, ਤੇਰੇ ਨਾਮ ਦੇ ਰਸ ਵਿੱਚ, ਉਹਨਾਂ ਦੀ ਸਤਸੰਗ ਕਰ, ਤੂੰ ਵੀ ਤਰ ਜਾਏਗਾ। ਉਹ ਤਰੇ ਆ ਤੈਨੂੰ ਤਾਰ ਲੈਣਗੇ। ਜਿਹੜਾ ਆਪ ਨਹੀਂ ਤਰਿਆ, ਦੂਜੇ ਨੂੰ ਨਹੀਂ ਤਾਰ ਸਕਦਾ। ਜਿਹੜਾ ਖੁਦ ਡੁੱਬਿਆ ਪਿਆ ਕਾਮ ਕ੍ਰੋਧ ਅਹੰਕਾਰ ਦੀ ਅੱਗ ਵਿੱਚ, ਜਿਹਨੇ ਘੰਟਾ ਜਪਿਆ ਨਹੀਂ ਅਤੇ ਦੇਖਦਾ ਕਿਸੇ ਸਾਧੂ ਦੀ ਕਮਾਈ ਨੂੰ ਦੇਖ ਕੇ ਈਰਖਾ ਕਰਦਾ। ਉਹ ਜਿਹੜਾ ਕਲਾਸ ਵਿੱਚ ਫਸਟ ਆਉਂਦਾ, ਉਹ ਤੋਂ ਈਰਖਾ ਕਰੇ ਫਸਟ ਕਿਉਂ ਆ ਗਿਆ, ਅਤੇ ਗਧਾ ਪਾਸ ਕਿੱਦਾਂ ਹੋ ਜਾਊ। ਜੁਆਇੰਟ ਸਟੱਡੀ ਕਰੂਗਾ, ਹੁਸ਼ਿਆਰ ਲੋਕਾਂ ਕੋਲ ਬੈਠੂਗਾ ਅਤੇ ਪਾਸ ਹੋਊ। ਸਾਧੂ ਸੰਤ ਮਹਾਤਮਾ ਪੱਕੇ ਹੁੰਦੇ ਆ। ਉਹ ਨਫ਼ਰਤ ਕਰਨ ਲਈ ਬਣੇ, ਉਹ ਸਤਸੰਗ ਕਰਨ ਲਈ ਬਣੇ ਆ। ਉਹਨਾਂ ਤੋਂ ਨਫ਼ਰਤ ਕਰਕੇ ਆਪਣਾ ਹੀ ਨੁਕਸਾਨ ਕਰਾਵਾਂਗੇ। ਸੰਤ ਕੀ ਨਿੰਦਾ ਨਾਨਕਾ, ਬਹੁਰ ਮਰੋ ਤਾਰ। ਸੰਤ ਸਰਨ ਜੋ ਜਨ ਪਰੈ, ਸੋ ਜਨ ਉਧਰਣ ਹਾਰ। ਸੋ ਗੁਰੂ ਅਰਜਨ ਦੇਵ ਮਹਾਰਾਜ ਮਾਝ ਰਾਗ ਦੀ ਕਥਾ ਵਿੱਚ ਕਹਿੰਦੇ ਹਨ ਕਿ ਸੰਤਾਂ ਦੀ ਸ਼ਰਨ ਗ੍ਰਹਿਣ ਕਰਨੀ ਚਾਹੀਦੀ ਹੈ, ਤਾਂ ਹੀ ਜੀਵਨ ਪਾਰ ਹੋ ਸਕਦਾ ਹੈ। ਕਿਉਂਕਿ ਉਹਨਾਂ ਨੇ ਆਪਣੇ ਮਨ ਨੂੰ ਬੰਨ੍ਹ ਲਿਆ ਹੈ ਕਾਮ ਕ੍ਰੋਧ ਅਹੰਕਾਰ ਤੋਂ। ਉਹ ਖੁਦ ਮੁਕਤੀ ਦਾ ਆਨੰਦ ਮਾਣਦੇ ਆ ਜੀਂਦੇ ਜੀ। ਉਹ ਤੈਨੂੰ ਵੀ ਮੁਕਤ ਕਰ ਸਕਦੇ। ਉਹਨਾਂ ਨੇ ਰੱਬ ਨੂੰ ਪ੍ਰਾਪਤ ਕਰਨ ਦਾ ਰਸਤਾ ਟੋੜ ਲਿਆ ਹੈ ਕਮਾਈ ਕਰਕੇ।
ਸੋ ਕਮਾਈਆਂ ਬੜੀਆਂ ਔਖੀਆਂ। ਉਹ ਸੰਤਾਂ ਦੀ ਰੀਸ ਨਹੀਂ ਕਰਨੀ ਚਾਹੀਦੀ। ਮਹਾਰਾਜ ਨੇ ਕਿਹਾ ਸਿੱਖ ਰਹਿਤ ਕੁਛ ਹੋਰ ਚੀਜ਼ ਆ, ਸੰਤ ਰਹਿਤ ਕੁਛ ਹੋਰ ਆ। ਸਿੱਖ ਦਾ ਕੰਮ ਹੈ ਧਰਮ ਦੀ ਕਿਰਤ ਕਰਨੀ, ਨਾਮ ਜਪਣਾ, ਵੰਡ ਕੇ ਛਕਣਾ, ਸਾਧੂਆਂ ਸੰਤਾਂ ਦਾ ਵੱਧ ਸਤਿਕਾਰ ਕਰਨਾ, ਨਾ ਕਿ ਸਾਧੂਆਂ ਸੰਤਾਂ ਦੀ ਨਿੰਦਿਆ ਕਰਨੀ। ਇਹ ਨਹੀਂ ਲਿਖਿਆ ਸਿੱਖ ਲਈ। ਆਪਣਾ ਦਸਵੰਧ ਕੱਢਣਾ, ਪਰ ਜਿੱਥੇ ਕੋਈ ਸਾਧੂ ਮਹਾਤਮਾ ਮਿਲ ਜਾਏ ਨਮਸਕਾਰ ਕਰਨੀ। ਗੁਰੂ ਅਰਜਨ ਦੇਵ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕਹਿ ਗਏ ਕਿ ਬਾਬਾ ਬੁੱਢਾ ਜੀ ਦੀ ਬਿਰਧ ਹੋ ਗਏ ਆ, ਸਵਾਰੀ ਆਉਂਦੀ ਰੋਜ਼। ਬੇਟਾ ਮੈਂ ਤਾਂ ਦੁਨੀਆ ਤੋਂ ਚਲੇ ਜਾਣਾ, ਮੈਂ ਭਾਣਾ ਵਰਤਾ ਦੇਣਾ, ਸ਼ਹੀਦ ਹੋ ਜਾਣਾ। ਪਰ ਜਦ ਵੀ ਬਾਬਾ ਬੁੱਢਾ ਜੀ ਦੀ ਅੱਜ ਵੀ ਸਵਾਰੀ ਆਉਂਦੀ ਆ ਦਰਬਾਰ ਸਾਹਿਬ, ਉਹ ਹੱਥਾਂ 'ਚ ਨਿਸ਼ਾਨ ਸਾਹਿਬ ਚੁੱਕਿਆ ਹੁੰਦਾ, ਉੱਤੇ ਫੁੱਲ ਹੁੰਦੇ। ਤੇ ਕਹਿਣ ਲੱਗੇ ਬੇਟਾ ਤੂੰ ਭਾਵੇਂ ਗੁਰੂ ਵੀ ਬਣ ਜਾਵੇਂ, ਪਰ ਜਦੋਂ ਸੰਤ ਬਾਬਾ ਬੁੱਢਾ ਜੀ ਆਉਣ ਪ੍ਰਕਰਮਾਂ ਦੇ ਅੰਦਰ ਪੈਰ ਰੱਖਣ, ਤੂੰ ਡੰਡੌਤ ਕਰਕੇ ਲੰਮਾ ਪੈ ਜਾ ਕਰੀ। ਉਹ ਕਾਮਰੇਡੋ ਤੁਸੀਂ ਸੰਤਾਂ 'ਤੇ ਟਿੱਪਣੀਆਂ ਕਰੋ, ਗੁਰੂ ਡੰਡੌਤ ਕਰੇ ਸੰਤਾਂ ਦੇ ਮੂਹਰੇ। ਗੁਰੂ ਨੂੰ ਲੋੜ ਪਈ ਪੁੱਤਰ ਦੀ ਮਾਤਾ ਗੰਗਾ ਜੀ ਨੂੰ ਸੰਤਾਂ ਕੋ ਭੇਜਿਆ, ਬਾਬਾ ਬੁੱਢਾ ਜੀ ਕੋ, ਬ੍ਰਹਮ ਗਿਆਨੀ ਕੋ। ਜਿਨੀ ਸਤਿਗੁਰ ਪੂਜਿਆ ਤੇ ਹਰ ਪੂਜ ਕਰਾਵਾਂ। ਉਹਨਾਂ ਨੇ ਸਾਧੂਆਂ ਦੀ ਵਡਿਆਈ ਕੀਤੀ ਗੁਰੂ ਅਰਜਨ ਦੇਵ ਜੀ ਨੇ। ਤੁਸੀਂ ਨਿੰਦਿਆ ਕਰੋ। ਕਹਿ ਦਿੰਦੇ ਆ ਕਿ ਟਕਸਾਲਾਂ ਨੂੰ ਕੋਈ ਖਤਮ ਨਹੀਂ ਕਰ ਸਕਦਾ, ਬਿਲਕੁਲ ਨਹੀਂ ਕਰ ਸਕਦਾ। ਟਕਸਾਲਾਂ ਦੇ ਅਰਥ ਸਹੀ ਅਰਥ ਆ, ਸਾਧ ਸੰਗਤ ਸਹੀ ਅਰਥਾਂ ਨਾਲ ਜੁੜੋ, ਸਹੀ ਗਿਆਨ ਮਿਲੂਗਾ। ਇਹਨਾਂ ਝੂਠਿਆਂ ਨੇ ਅਰਥ ਵੀ ਝੂਠ ਕਰ ਲਏ। ਹਾਂ, ਇਹ ਕੌਮ ਦਾ ਇੰਨਾ ਨੁਕਸਾਨ ਬਹੁਤ ਕਰ ਗਿਆ ਜਿਹੜਾ 300 ਸਾਲ ਨਹੀਂ ਕੋਈ ਕਰ ਸਕਿਆ, ਕਿਉਂਕਿ ਇਹਨਾਂ ਨੇ ਸੰਗਤ ਨੂੰ ਕਰਾਹੇ ਪਾ ਦਿੱਤਾ, ਸੰਗਤ ਨੂੰ ਨਾਸਤਿਕ ਬਣਾ ਦਿੱਤਾ। ਗੁਰੂ ਗ੍ਰੰਥ ਸਾਹਿਬ ਦਾ ਰਾਸਤਾ ਨਾਸਤਿਕ ਦਾ ਰਾਸਤਾ ਨਹੀਂ ਸੀ। ਗੁਰੂ ਗ੍ਰੰਥ ਸਾਹਿਬ ਆਸਤਿਕ ਨੇ। ਗੁਰੂ ਗ੍ਰੰਥ ਸਾਹਿਬ ਸਾਧੂ ਸੰਤ ਪੈਦਾ ਕਰਨ ਆਏ ਨੇ। ਪਹਿਲਾਂ ਸਿੱਖ, ਫਿਰ ਉਸ ਤੋਂ ਬਾਅਦ 'ਚ ਉਹਨੂੰ ਉਹਦੀ ਉੱਚੀ ਅਵਸਥਾ ਸਾਧ ਸੰਤ ਬ੍ਰਹਮ ਗਿਆਨੀ ਤੱਕ ਉਹਨੂੰ ਲੈ ਕੇ ਜਾਣ ਵਾਸਤੇ ਆਏ ਨੇ। ਪਰ ਤੁਸੀਂ ਸੁਖਮਣੀ ਸਾਹਿਬ ਰੋਜ਼ ਪੜ੍ਹਦੇ, ਤੁਹਾਨੂੰ ਇਹ ਨਹੀਂ ਪਤਾ ਲੱਗਦਾ ਗੁਰੂ ਅਰਜਨ ਦੇਵ ਜੀ ਕਹਿੰਦੇ ਕੀ ਉਹਦੇ ਵਿੱਚ। ਮਹਾਰਾਜ ਜੀ ਕਹਿੰਦੇ ਕਰਹਿ ਭਗਤ ਆਤਮ ਕੈ ਚਾਏ, ਪ੍ਰਭ ਆਪਣੇ ਸੇ ਰਹਿ समाए, जो हुआ होत सो जाने, प्रभ अपने का को पछाने। तिसकी महिमा कौन बखानो, तिसका गुण कह एक न जानो, आठ पहर प्रभ बसै अजूरे, कहो नानक मन मेरे तिनकी ओट लेहे, मन तन अपना तिंजन देहे, जिंजन अपना प्रभु छाता, सोजन सर्व थोक का दाता। तिसकी सन सर्व सुख पावे, तिसके दर सब साख, तिसकी सन सर्व सुख पावे, तिसके दर सब पाप मिटावे। तिस जन की तू सेवा लाग, ਆਵਣ ਜਾਣ ਨਾ ਹੋਵੀ ਤੇਰਾ, ਨਾਨਕ ਤਿਸ ਜਨ ਕੇ ਪੂਜਾ ਸਦ। ਗੁਰੂ ਅਰਜਨ ਦੇਵ ਜੀ ਪੈਰੀ ਪੈਂਦੇ ਉਸ ਗੁਰਸਿੱਖ ਦੇ ਜਿਹੜਾ 8 ਪੈਰ ਤੇ ਆਉਂਦਾ, ਤੇ ਤੁਸੀਂ ਉਹਦੀ ਨਿੰਦਿਆ ਕਰਦੇ। ਉਹ ਕੋੜੀਓ, ਤੁਹਾਨੂੰ ਗੁਰੂ ਗ੍ਰੰਥ ਸਾਹਿਬ ਦਾ ਰਸਤਾ ਨਹੀਂ ਦਿਸਦਾ, ਗੁਰੂ ਅਰਜਨ ਦੇਵ ਜੀ ਦਾ ਰਾਹ ਨਹੀਂ ਦਿਸਦਾ। ਉਹ ਕੀ ਕਹਿੰਦੇ, ਉਹਨਾਂ ਨੇ ਰਹਿਤ ਵੱਖਰੀ ਬਣਾਤੀ ਭਾਈ। ਸਿੱਖਿਆ ਤੇ ਸਿੱਖ ਰਹਿਤ ਵੱਖਰੀ ਆ, ਸੰਤ ਦੀ ਰਹਿਤ ਵੱਖਰੀ। ਸੰਤ ਕਦੇ ਸਿੱਖ ਨਹੀਂ ਬਣਦਾ। ਸੰਤ ਤੇ ਟਿੱਪਣੀਆਂ ਕਿਉਂ ਕਰਦੇ, ਸਾਧੂਆਂ ਦੇ ਰਸਤੇ ਚੜ੍ਹ ਨਹੀਂ ਖੜੀ ਕਰਦੇ। ਅਲੀ ਦੇ ਬੰਦਿਆਂ ਦਾ ਆਡਾ ਨਹੀਂ ਲਈਦਾ। ਸੋ ਇਸ ਕਰਕੇ ਗੁਰੂ ਅਰਜਨ ਦੇਵ ਜੀ ਦਾ ਰਸਤਾ, ਗੁਰੂ ਗ੍ਰੰਥ ਸਾਹਿਬ ਦਾ ਰਸਤਾ, ਦਮਦਮੀ ਟਕਸਾਲ ਦੇ ਅਰਥਾਂ ਦਾ ਰਸਤਾ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਅਰਥ। ਸੋ ਇਹਦੇ ਨਾਲ ਹੀ ਗੁਰਮਤਿ ਦੀ ਸਾਨੂੰ ਸੋਝੀ ਮਿਲਦੀ ਆ। ਆਓ ਸੰਗਤ ਜੀ ਜੁੜੀਏ, ਅਸੀਂ ਸੰਪਰਦਾਇਕ ਟਕਸਾਲੀ ਅਰਥ ਜੋ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਦਮਦਮਾ ਸਾਹਿਬ ਵਿਖੇ ਕੀਤੇ, ਉਹ ਇਹਨਾਂ ਅਰਥਾਂ ਨੂੰ ਪੜ੍ਹ ਕੇ ਅਸੀਂ ਸਹੀ ਗੁਰਮਤਿ ਦੀ ਜਾਂਚ, ਗੁਰਮਤਿ ਦਾ ਰਸਤਾ ਢੂੰਡੀਏ। ਸੋ ਗੁਰੂ ਅਰਜਨ ਦੇਵ ਜੀ ਅੱਸੂ ਦੇ ਮਹੀਨੇ ਵਿੱਚ ਪਹਿਲੀ ਪੰਕਤੀ ਦੇ ਵਿਚਾਰ ਕਰਦੇ ਆ। ਅੱਸੂ ਨੂੰ ਪ੍ਰੇਮ ਉਮਾਹੜਾ, ਕਿਉਂ ਮਿਲੀਏ ਹਰ ਜਾ। ਅੱਸੂ ਦੁਆਰਾ ਕਥਨ ਕਰਦੇ ਨੇ ਪ੍ਰਭੂ ਦੇ ਪ੍ਰੇਮ ਦਾ ਮਾੜਾ ਉਤਸ਼ਾਹ ਲੱਗ ਰਿਹਾ ਹੈ। ਮੈਂ ਕਿਵੇਂ ਹਰੀ ਜੀ ਨੂੰ ਜਾ ਕੇ ਮਿਲਣਾ ਕਰਾਂ, ਮੈਨੂੰ ਚਾਅ ਬੜਾ ਚੜ੍ਹਿਆ। ਅੱਸੂ ਦਾ ਮਹੀਨਾ ਬੜਾ, ਨਾ ਠੰਡ ਕਿਸੇ ਨਾ ਗਰਮੀ ਹੈ, ਬਹੁਤ ਸੋਹਣਾ ਸੁਹਾਵਣਾ ਮੌਸਮ ਹੈ। ਮੈਨੂੰ ਪਤੀ ਨੂੰ ਮਿਲਣ ਦਾ ਚਾਅ, ਮੈਨੂੰ ਰੱਬ ਨੂੰ ਮਿਲਣ ਦਾ ਚਾਅ, ਪ੍ਰਭ ਮਿਲਣੇ ਕਾ ਚਾਓ। ਸੋ ਮਨ ਤਨ ਪਿਆਸ ਦਰਸ਼ਨ ਘਣੀ, ਕੋਈ ਆਣ ਮਿਲਾਵੇ ਮਾਏ। ਮੇਰੇ ਮਨ ਨੂੰ ਅਤੇ ਸਰੀਰ ਨੂੰ ਥਿਆ ਲੱਗੀ ਆ ਪਰਮਾਤਮਾ ਦੇ ਦਰਸ਼ਨਾਂ ਦੀ। ਕੋਈ ਹੈ ਪਿਆਰਾ ਜਿਹੜਾ ਮੈਨੂੰ ਆ ਕੇ ਮਿਲਾ ਦੇਵੇ ਮੇਰੇ ਪਰਮਾਤਮਾ ਨਾਲ, ਮੇਰੇ ਮਨ ਤੇ ਤਨ ਦੀ ਜਿਹੜੀ ਥਿਆ ਆ ਉਹਨੂੰ ਦੂਰ ਕਰ ਦੇਵੇ। ਇਹ ਭਾਈ ਅਜਿਹਾ ਕੋਈ ਸੰਤ ਜਨ ਹੈ, ਕੋਈ ਗੁਰੂ ਕਾ ਪਿਆਰਾ ਲੱਜੂਗਾ, ਜੇ ਕੋ ਮਿਲੇ ਗੁਰਸਿੱਖੜਾ ਤੇ ਸਿਲਿਮਣ ਲੱਗ ਗਏ ਪਾਏ ਜੀਓ। ਮੈਨੂੰ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ, ਮੈਨੂੰ ਕੋਈ ਪਿਆਰਾ ਲੱਜ ਪਵੇ ਜਿਹੜਾ ਮੈਨੂੰ ਰੱਬ ਤੱਕ ਮਿਲਾ ਦੇਵੇ। ਸੋ ਇਹਨਾਂ ਪਾਪੀਆਂ ਨੇ ਅਰਥ ਵੀ ਬਾਣੀ ਦੇ ਗਲਤ ਕਰ ਸਿੱਟੇ। ਦਮਦਮੀ ਟਕਸਾਲ ਨੂੰ ਚੈਲੇਂਜ ਆ, ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਚੈਲੇਂਜ ਕਰਨ ਲੱਗੇ।
ਜਿੱਥੇ ਉਹਨਾਂ ਨੇ ਅਰਥ ਕੀਤੇ ਆ ਗੁਰੂ ਅਰਜਨ ਦੇਵ ਜੀ ਦਾ ਵਿਛੋੜਾ ਜੋ ਗੁਰੂ ਰਾਮਦਾਸ ਜੀ ਨੇ ਭੇਜਿਆ ਉਹਨਾਂ ਨੂੰ ਕਿਸੇ ਵਿਆਹ ਨੂੰ, ਤੇ ਉਹ ਮੇਰਾ ਮਨ ਲੋਚੇ ਗੁਰਦਰਸ਼ਨ ਤਾਈ ਜਿਹੜਾ ਸ਼ਬਦ ਮਹਾਰਾਜ ਉਚਾਰਨ ਕੀਤਾ, ਸੋ ਉਹਦੇ ਅਰਥ ਵੀ ਕੀਤੇ ਆ। ਉਹਦੇ ਵਿੱਚ ਲਿਖਿਆ ਭਾਗ ਹੋਆ ਗੁਰ ਸੰਤ ਮਿਲਾਇਆ। ਇਹ ਕਹਿ ਦਿੰਦੇ ਗੁਰੂ ਹੀ ਸੰਤ ਆ। ਮੂਰਖੋ, ਗੁਰੂ ਨਹੀਂ ਸੰਤ ਹੁੰਦਾ। ਕਿਸੇ ਕਲੈਕਟਰ ਕੋਲ ਜਾਵਾਂਗੇ, ਕਹਾਂਗੇ ਤੂੰ ਚਪਰਾਸੀ ਆ? ਗੁਰੂ ਤਾਂ ਰੱਬ ਆ, ਗੁਰ ਪਰਮੇਸ਼ਰ ਇੱਕੋ ਜਾਨੋ। ਸੋ ਗੁਰੂ ਸੰਤ ਨਹੀਂ ਹੁੰਦਾ, ਗੁਰੂ ਸਾਨੂੰ ਸੰਤ ਬਣਾਉਣਾ ਆ। ਇਨਸਾਸ ਗ੍ਰਾਸ ਨਾ ਵਿਸਰੇ ਹਰਨਾਮਾ ਮਨ ਮੰਤ ਧਨ ਸੇ ਸਹੀ ਨਾਨਕਾ ਪੂਰਨ ਸਹੀ ਸੰਤ। ਸੋ ਮੰਤਨ ਪਿਆਸ ਦਰਸ਼ਨ ਕਰੀ ਕੋਈ ਆਣ ਮਿਲਾਵੇ ਮਾਏ। ਮੇਰੇ ਮਨ ਤੇ ਸਰੀਰ ਨੂੰ ਬੜੀ ਖਿਆਲ ਲੱਗੀ, ਮੈਨੂੰ ਕੋਈ ਪਰਮਾਤਮਾ ਦਾ ਪਿਆਰਾ ਸੰਤ ਮਿਲ ਜਾਏ ਜਿਹੜਾ ਸਵਾਸ ਸਿਮਰਨ ਕਰੇ, ਜਿਹੜਾ ਪਰਮਾਤਮਾ ਨੂੰ ਖੁਸ਼ ਕਰਕੇ ਗੁਣਾਂ ਨੂੰ ਧਾਰਨ ਕਰਕੇ ਭਗਤੀ ਕਰੇ, ਬਿਨ ਗੁਣ ਕੀਤੇ ਭਗਤ ਨਾ ਹੋਏ। ਉਹ ਐਸਾ ਪਿਆਰਾ ਲੱਜੇ ਜਿਹੜਾ ਮੇਰੇ ਅੰਦਰੋਂ ਵੀ ਆਵਗੁਣ ਕੱਢ ਦੇਵੇ। ਸੋ ਮੈਂ ਬਹੁਤੇ ਬਲਿਹਾਰ ਜਾਵਾਂ। ਗੁਰੂ ਅਰਜਨ ਦੇਵ ਜੀ ਕਹਿੰਦੇ ਸੰਤ ਸਹਾਈ ਪ੍ਰੇਮ ਕੈ ਤਿਨ ਕੈ ਲਾਗਾ ਪਾਏ। ਪ੍ਰਭੂ ਦੇ ਪ੍ਰੇਮ ਵਿੱਚ ਸੰਤ ਹੀ ਸਹਾਇਤਾ ਕਰ ਸਕਦੇ। ਜਿਸ ਨੂੰ ਸੱਚੀਆਂ ਆਸ਼ਕੀਆਂ ਲੱਗੀਆਂ ਨਾ ਪਰਮਾਤਮਾ ਨਾਲ, ਉਹ ਇੰਨੀਆਂ ਕੱਚੀਆਂ ਪਿੱਲੀਆਂ ਟੁੱਟਦੀਆਂ ਨਹੀਂ। ਸੰਤ ਨਾ ਛੋਦੇ ਸੰਤ ਹੀ ਜੇ ਕੋਟਕ ਮਿਲਿਆ ਸੰਤ, ਕਰੋੜਾਂ ਹੀ ਇਹੋ ਜਿਹੇ ਸਾਖਤ ਮਨਮੁਖ ਲੱਜ ਪੈਣ ਜਿਹੜੇ ਕਿਸੇ ਸੰਤ ਨੂੰ ਭਗਤੀ ਤੋਂ ਉਠਾਉਣ, ਪਰ ਸੰਤ ਕਦੇ ਭਗਤੀ ਤੋਂ ਨਹੀਂ ਹਟ ਸਕਦਾ। ਜਿੰਨੇ ਤੁਸੀਂ ਮਨਮੁਖਤਾਈ 'ਚ ਪੱਕੇ ਆ ਨਾ, ਗੁਰਮੁਖ ਵੀ ਉਨੇ ਹੀ ਪੱਕੇ, ਸਾਧੂ ਸੰਤ ਮਹਾਤਮਾ ਵੀ ਉਨੇ ਹੀ ਪੱਕੇ ਆ ਭਗਤੀ 'ਚ। ਉਹ ਪੱਕੀ ਇੱਟ ਆ, ਉਹ ਇੰਨੇ ਟੁੱਟਣ ਨਹੀਂ ਲੱਗੇ। ਉਹ ਚੈਨਾ ਡੋਰ ਪੱਕੀ ਡੋਰ ਆ, ਭਾਵੇਂ 100 ਕੱਚੀਆਂ ਡੋਰਾਂ ਉਹਨਾਂ ਨਾਲ ਕੱਟ ਲਓ, ਉਹ ਆਪ ਨਹੀਂ ਰੱਬ ਤੋਂ ਟੁੱਟਣ ਲੱਗੇ ਜਿਹੜੇ ਪੱਕੇ ਜੁੜ ਗਏ। ਤੁਸੀਂ ਭਾਵੇਂ ਲੱਖਾਂ ਨੂੰ ਤੋੜੀ ਚਲੋ, ਕੱਚੇ ਪਹਿਲੇ ਟੁੱਟੀ ਜਾਂਦੇ ਆ, ਤੁਹਾਡਾ ਟੁੱਟਿਆ ਨਾਲ ਟੁੱਟੇ ਜੁੜ ਜਾਂਦੇ, ਜੁੜਿਆ ਨਾਲ ਜੁੜੇ ਜੁੜ ਸਕਦੇ। ਇਸ ਕਰਕੇ ਇਹਨਾਂ ਮਨਮੁੱਖਾਂ ਤੋਂ ਅਸੀਂ ਸੰਗਤ ਨੂੰ ਸਾਵਧਾਨ ਕਰਦੇ। ਇਹੋ ਜਿਹੇ ਲੋਕਾਂ ਨੇ ਕਈ ਕਾਲਜ ਕੂਲਜ ਚਲਾ ਲਏ, ਇਹ 20-30 ਸਾਲ ਤੋਂ ਐਕਟਿਵ ਹੋ ਗਏ, ਪੰਥ ਵਿਰੋਧੀ ਤਾਕਤਾਂ ਨੇ ਐਕਟਿਵ ਕਰਤਾ। ਪਰ ਜਿਹੜੀ ਟਕਸਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਹੱਥੋਂ ਚੱਲੀ ਅਰਥਾਂ ਦੀ ਪ੍ਰਣਾਲੀ, ਉਹਦੇ ਮੁਤਾਬਕ ਇਹ ਅਰਥਾਂ ਤੋਂ ਆਪਣੇ ਗਲਤ ਅਰਥ ਕਰ ਕਰਕੇ ਸੰਗਤ ਨੂੰ ਕਰਾਹੇ ਪਾਈ ਜਾਂਦੇ। ਸੋ ਸੰਤ ਸਹਾਈ ਪ੍ਰੇਮ ਕਿਹੋ ਤਿਨ ਕੈ ਲਾਗਾ ਪਾਏ। ਪ੍ਰਭੂ ਦੇ ਪ੍ਰੇਮ ਵਿੱਚ ਸੰਤ ਹੀ ਸਹਾਇਤਾ ਕਰਨ ਵਾਲੇ ਹਨ, ਇਸ ਲਈ ਮੈਂ ਉਹਨਾਂ ਦੇ ਤਾਈਂ ਪਾਏ ਚਰਨੀ ਲੱਗਦਾ ਹਾਂ। ਪ੍ਰਭੂ ਦੇ ਪ੍ਰੇਮ ਵਿੱਚ ਸੰਤ ਹੀ ਸਹਾਇਤਾ ਕਰਨ ਵਾਲੇ ਹਨ, ਇਸ ਕਰਕੇ ਮੈਂ ਸੰਤਾਂ ਦੀ ਹੀ ਚਰਨੀ ਲੱਗਦਾ ਹਾਂ। ਗੁਰੂ ਅਰਜਨ ਦੇਵ ਜੀ ਕਹਿੰਦੇ, ਕਿਉਂਕਿ ਸੰਤਾਂ ਤੋਂ ਬਿਨਾਂ ਪ੍ਰਭੂ ਦਾ ਰਸਤਾ ਨਹੀਂ ਮਿਲ ਸਕਦਾ। ਮਾਤ ਪਿਤਾ ਬਿਨ ਬਾਲ ਨਾ ਹੋਈ, ਘੋੜ ਬਿਨ ਨਾਹੀ ਅਸਵਾਰ, ਸਾਧੂ ਬਿਨ ਨਾਹੀ ਦਰਬਾਰ। ਸੋ ਜਿਹੜਾ ਰੱਬ ਤੱਕ ਪਹੁੰਚਿਆ, ਜਿਹਨੇ ਮੁਕਤੀ ਪ੍ਰਾਪਤ ਕੀਤੀ, ਜਿਹਦੇ ਉਹ ਦੂਜੇ ਨੂੰ ਮੁਕਤ ਕਰ ਸਕਦਾ। ਸੋ ਇਸ ਕਰਕੇ ਸੰਤਾਂ ਦੇ ਚਰਨੀ ਲੱਗਦਾ ਹਾਂ, ਕਿਉਂਕਿ ਸੰਤ ਹੀ ਉਹਨਾਂ ਦੀ ਪ੍ਰੇਮ ਦੀ ਡੋਰੀ ਰੱਬ ਨਾਲ ਪੱਕੀ ਹੁੰਦੀ ਆ। ਉਹ ਸਾਚ ਕੋ ਸੁਣ ਲਿਓ ਸਭੈ ਜਨ ਪ੍ਰੇਮ ਕੀਓ ਤੇ ਨਹੀਂ ਪ੍ਰਾਪਤ। ਸੱਚਾ ਪ੍ਰੇਮ ਕਰਦੇ ਸੰਤ। ਸੋ ਉਹਨਾਂ ਨੇ ਥੋੜ੍ਹਾ ਖਾਣਾ, ਥੋੜ੍ਹਾ ਬੋਲਣਾ, ਥੋੜ੍ਹਾ ਸੋਣਾ। ਗੁਰਮੁਖ ਭਗਤ ਜਨਾਂ ਲਈ ਗੁਰੂ ਨਾਨਕ ਸਾਹਿਬ ਨੇ ਉਹੀ ਦੁਖਦਾਰੂ ਸੁੱਖ ਰੋਗ ਭਿਆਂ ਦੇ ਅਰਥ ਕੀਤੇ ਆ। ਜਿਹੜੇ ਗੁਰਮੁਖ ਪਿਆਰੇ ਆ, ਥੋੜ੍ਹਾ ਖਾ ਕੇ, ਥੋੜ੍ਹਾ ਸੌਂ ਕੇ, ਥੋੜ੍ਹਾ ਪਹਿਨ ਕੇ, ਥੋੜ੍ਹੀ ਨੀਂਦ ਲੈ ਕੇ ਸਰੀਰ ਨੂੰ ਜਿਹੜਾ ਕਸ਼ਟ ਦਿੰਦੇ ਆ, ਸਰੀਰ ਸੁੱਕ ਜਾਂਦਾ ਹੈ, ਫਿਰ ਉਹ ਪਰਮਾਤਮਾ ਨੂੰ ਮਿਲਣ 'ਚ ਸਹਾਇਤਾ ਪ੍ਰਾਪਤ ਹੁੰਦੀ ਆ। ਉਸ ਇਸਤਰੀ ਵਰਗੀ ਉਹਨਾਂ ਦੀ ਅਵਸਥਾ ਹੁੰਦੀ, ਬਹੁਤ ਜਨਮ ਵਿਛੜੇ ਤੇ ਮਾਧੋ ਇਹ ਜਨਮ ਤੁਮਾਰੇ ਲੇਖੇ। ਜਿਹਦਾ ਪਤੀ ਵਿਛੜ ਗਿਆ, ਪ੍ਰਦੇਸਾਂ 'ਚ ਚਲ ਗਿਆ, ਉਹ ਉਡੀਕਦੀ ਆ, ਉਹਦੇ ਪਿਆਰ ਵਿੱਚ ਉਹਦੀ ਭੁੱਖ ਵੀ ਮਰ ਜਾਂਦੀ ਆ, ਉਹਨੂੰ ਕੱਪੜਾ ਵੀ ਨਹੀਂ ਚੰਗਾ ਲੱਗਦਾ ਅਤੇ ਉਹਨੂੰ ਨੀਂਦ ਵੀ ਨਹੀਂ ਆਉਂਦੀ। ਹਰ ਵੇਲੇ ਨੀਂਦ ਭੁੱਖੋ ਕੈਸੀ ਕਾਪੜ ਤਨ ਨਾ ਸੁਖਾਵੈ। ਸੋ ਐਸੇ ਸਾਧੂ ਸੰਤ ਭਗਤ ਸਾਧ ਸਮੂਹ ਪ੍ਰਸੰਨ ਫਿਰੈ, ਜਗ ਸਤਰ ਸਭੈ ਲੋਕ ਚ ਪੈਂਗੇ। ਕਲਯੁਗ ਦੇ ਅੰਦਰ ਮਹਾਰਾਜ ਕਹਿੰਦੇ ਸਾਧੂ ਮਹਾਤਮਾ ਬੜੀ ਤਪੱਸਿਆ ਕਰ ਜਾਣਗੇ, ਮਿਹਨਤਾਂ ਜਿਹੜੇ ਕਰ ਜਾਣਗੇ ਉਹ ਤਾਂ ਪ੍ਰਸੰਨ ਚਿੱਤ ਹੋ ਕੇ ਜਾਣਗੇ। ਜਿਹੜੇ ਨਿੰਦਿਆ ਕਰਨਗੇ ਉਹਨਾਂ ਦਾ ਭਾਰ ਆਪਣੇ ਸਿਰ 'ਤੇ ਚੁੱਕੀ ਫਿਰਨਗੇ। ਨਿੰਦਕ ਡੁੱਬੇ ਹਮ ਉਤਰੇ ਪਾਰ, ਉਹ ਡੁੱਬ ਜਾਣਗੇ, ਉਹ ਤਰ ਜਾਣਗੇ। ਸੋ ਇਸ ਕਰਕੇ ਸਾਧੂ ਸੰਤਾਂ ਦੇ ਨਿੰਦਕਾਂ ਨਾਲ ਇਕੱਠੇ ਹੋ ਕੇ ਨਾ ਬੈਠੋ। ਸਾਧੂਆਂ ਦੇ ਨਿੰਦਕਾਂ ਤੋਂ ਸਾਵਧਾਨ ਹੋ ਸਾਧ ਸੰਗਤ ਜੀ। ਅਤੇ ਦਮਦਮੀ ਟਕਸਾਲ ਦੇ ਅਰਥ ਅਮੀਰ ਭੰਡਾਰ ਦੇ ਦਮਦਮੀ ਟਕਸਾਲ ਵੱਲੋਂ ਵੀ ਛਾਪੇ ਗਏ ਆ, ਅਤੇ ਭਾਈ ਚਤਰ ਸਿੰਘ ਵੀ ਛਾਪਦੇ ਆ। ਉਹ ਅਰਥ ਲਿਆ ਕੇ ਪੜ੍ਹੋ। PDF gurmatvichar.com 'ਤੇ ਉਪਲਬਧ ਆ। ਸਟੀਕ ਐਂਡ ਟੀਕੇ ਵਿੱਚ ਅਮੀਰ ਭੰਡਾਰ ਦੇ ਟੀਕੇ ਖੋਲ੍ਹ ਕੇ ਪੜ੍ਹੋ, ਦਮਦਮੀ ਟਕਸਾਲ ਦੇ ਟੀਕੇ ਪੜ੍ਹੋ। ਤੁਹਾਨੂੰ ਸਹੀ ਅਰਥਾਂ ਦਾ ਗਿਆਨ ਹੋ ਅਤੇ ਸਹੀ ਗੁਰਮਤਿ ਦਾ ਰਸਤਾ ਲੱਜੂਗਾ। ਪ੍ਰਭੂ ਦੇ ਪ੍ਰੇਮ ਵਿੱਚ ਹੀ ਸੰਤ ਸਹਾਇਤਾ ਕਰਨ ਵਾਲੇ ਹੁੰਦੇ ਹਨ। ਸੋ ਇਸ ਕਰਕੇ ਮੈਂ ਉਹਨਾਂ ਦੇ ਚਰਨੀ ਲੱਗਦਾ ਹਾਂ। ਵਿਣ ਪ੍ਰਭ ਕਿਉ ਸੁਖ ਪਾਈਐ, ਦੂਜੀ ਨਾਹੀ ਜਾਏ। ਪ੍ਰਭੂ ਪਰਮਾਤਮਾ ਤੋਂ ਬਿਨਾਂ ਸੁੱਖ ਕਿਵੇਂ ਪਾਣਾ ਕਰੀਏ।
ਦੂਜੀ ਹੋਰ ਕੋਈ ਸੁੱਖ ਦੀ ਥਾਂ ਨਹੀਂ ਹੈ। ਮਹਾਰਾਜ ਕਹਿੰਦੇ ਪਰਮਾਤਮਾ ਦੇ ਨਾਮ ਤੋਂ ਬਿਨਾਂ, ਪਰਮਾਤਮਾ ਦੀ ਪ੍ਰਾਪਤੀ ਤੋਂ ਬਿਨਾਂ ਕੋਈ ਸੁੱਖ ਮਿਲਦਾ ਹੀ ਨਹੀਂ। ਹਰ ਕਾ ਨਾਮ ਜਪਤ ਹੋਏ ਸੁਖੀ। ਇੱਕ ਵਾਰ ਗੁਰੂ ਅਰਜਨ ਦੇਵ ਜੀ ਬੈਠੇ ਸੀ, ਕਹਿੰਦੇ ਸੁਖੀ ਕੌਣ? ਲੋਕੀ ਕਹਿੰਦੇ ਧਨ ਚੰਗੀ ਮਾਇਆ, ਧਨ ਪਦਾਰਥ, ਘੋੜੇ ਹਾਥੀ ਵੱਜੇ, ਰਾਜ ਪਾ ਗਿਆ ਸੁਖੀ। ਮਹਾਰਾਜ ਕਹਿੰਦੇ ਨਹੀਂ, ਸਗਲ ਸ੍ਰੇਸ਼ਟ ਕੋ ਰਾਜਾ ਦੁਖੀਆ। ਸੁਖੀ ਕੌਣ? ਮਹਾਰਾਜ ਕਹਿੰਦੇ ਹਰ ਕਾ ਨਾਮ ਜਪਤ ਹੋਏ ਸੁਖੀਆ। ਫਿਰ ਤਾਂ ਉਹ ਤੱਤੀ ਤਵੀ 'ਤੇ ਬੈਠਾ ਦੇਗਾਂ 'ਚ ਵਾਲੇ ਖਾਂਦਾ ਵੀ ਸੁਖੀ ਆ, ਕਿਉਂਕਿ ਪਰਮਾਤਮਾ ਦਾ ਨਾਮ ਜੀਭ 'ਤੇ ਆ। ਆਸਾੜਤ ਪੰਦਾ ਤਿਸ ਲੱਗਿਆ ਹਰ ਨਾਹਨਾ ਜਿੰਨਾ ਪਾਸ, ਤੇ ਪੋਖ ਤੁਖਾਰਨਾ ਵਿਆਪੇ ਕੰਠ ਮਿਲਿਆ ਹਰ ਨਾਮ। ਨਾ ਪੋਹ ਦੀ ਸਰਦੀ ਨਾ ਉਹ ਠਰਦੇ ਆ, ਨਾ ਗਰਮੀ ਮਹਿਸੂਸ ਕਰਦੇ ਜਿਨ੍ਹਾਂ ਦੀ ਜੀਭ 'ਤੇ ਪਰਮਾਤਮਾ ਦਾ ਨਾਮ ਹੈ। ਪ੍ਰਤੱਖ ਵੀ ਪੋਹ ਦੀ ਸਰਦੀ 'ਚ ਬਰਫ਼ ਵਿੱਚ ਬੈਠ ਕੇ ਭਗਤੀ ਕਰਦੇ ਗੁਰੂ ਗੋਬਿੰਦ ਸਿੰਘ ਮਹਾਰਾਜ। ਅਤੇ ਹਾੜ ਦੀ ਗਰਮੀ ਵਿੱਚ ਗੁਰੂ ਅਰਜਨ ਦੇਵ ਜੀ ਕਿੰਨੀ ਸ਼ਹਾਦਤ ਪ੍ਰਾਪਤ ਕਰਦੇ ਤੱਤੀਆਂ ਤਵੀਆਂ 'ਤੇ ਬੈਠ ਕੇ। ਸੋ ਇਸ ਕਰਕੇ ਪਰਮਾਤਮਾ ਦੇ ਪਿਆਰੇ ਉਹਦੀ ਰਜ਼ਾ 'ਚ ਚੱਲਦੇ। ਸੋ ਇਸ ਕਰਕੇ ਸਾਧ ਸੰਗਤ ਜੀ, ਵਿਣ ਪ੍ਰਭ ਕਿਉਂ ਸੁੱਖ ਪਾਈਏ ਦੂਜੀ ਨਹੀਂ ਜਾਏ। ਪ੍ਰਭੂ ਪਰਮਾਤਮਾ ਤੋਂ ਬਿਨਾਂ ਸੁੱਖ ਕਿਵੇਂ ਪਾਣਾ ਕਰੀਏ? ਦੂਜੀ ਹੋਰ ਕੋਈ ਸੁੱਖ ਦੀ ਥਾਂ ਨਹੀਂ। ਜਿਨੀ ਚਾਖਿਆ ਪ੍ਰੇਮ ਰਸੇ ਤ੍ਰਿਪਤ ਰਹੇ ਆਗਾਏ। ਜਿਨ੍ਹਾਂ ਨੇ ਵਾਹਿਗੁਰੂ ਦੇ ਪ੍ਰੇਮ ਰਸ ਨੂੰ ਚਖਿਆ ਹੈ, ਉਹ ਲੋਕ ਪਰਲੋਕ ਦੇ ਪਦਾਰਥਾਂ ਵੱਲੋਂ ਤ੍ਰਿਪਤ ਹੋ ਕੇ ਅਗਾਏ ਰੱਜ ਰਹੇ ਹਨ। ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਦੇ ਰਸ ਨੂੰ ਚਖ ਲਿਆ, ਉਹਨਾਂ ਨੂੰ ਦੁਨੀਆ ਦੇ ਪਦਾਰਥ ਤੁੱਛ ਲੱਗਦੇ। ਉਹ ਇਹਨਾਂ ਰਸਾਂ ਨੂੰ ਨਹੀਂ ਫਿਰ ਚੱਖਦੇ। ਆਪ ਤਿਆਗ ਬੇਨਤੀ ਕਰਹਿ ਲਿਹੋ ਪ੍ਰਭੂ ਲੜ ਲਾਏ। ਆਪਣੇ ਆਪ ਨੂੰ, ਹੰਕਾਰ ਨੂੰ ਉਹ ਤਿਆਗ ਦਿੰਦੇ। ਦੁਨੀਆ 'ਚ ਹੰਕਾਰ ਬੜਾ। ਮਹਾਰਾਜ ਕਹਿੰਦੇ ਸ਼ਕਲ ਦਾ ਹੰਕਾਰ, ਅਕਲ ਦਾ ਹੰਕਾਰ, ਡਿਗਰੀ ਲੈ ਲਈ, ਚੰਗੀ ਵਿੱਦਿਆ ਲੈ ਲਈ, ਹੰਕਾਰ, ਬਹੁਤੀ ਮਾਇਆ ਕਮਾ ਲਈ, ਮਾਇਆ ਦਾ ਹੰਕਾਰ, ਸਭ ਕੁਝ ਛੱਡ ਕੇ ਸੇਵਾ ਸਿਮਰਨ ਕਰਨ ਲੱਗਾ, ਉੱਥੇ ਵੀ ਹੰਕਾਰ। ਲੋਕ ਭਗਤ ਭਗਤ ਕਹਿਣ ਲੱਗ ਪੈਂਦੇ, ਕਹਿੰਦਾ ਮੈਂ ਸੱਚੀ ਸੰਤ ਬਣ ਗਿਆ। ਮਹਾਰਾਜ ਕਹਿੰਦੇ ਫਿਰ ਉਹ ਸੇਵਾ ਨੂੰ ਲੱਗਦਾ ਤਾਂ ਉੱਥੇ ਹੰਕਾਰ ਕਰਦਾ ਆ ਕੇ ਵੀ ਮੈਂ ਮੋਹਰੀ ਸੇਵਾਦਾਰ ਹਾਂ। ਸੋ ਇਸ ਕਰਕੇ ਹੰਕਾਰ ਤਾਂ ਹਰ ਜਗ੍ਹਾ ਹੀ ਆ ਕੇ ਬਹਿ ਜਾਂਦਾ। ਸੋ ਇਸ ਕਰਕੇ ਮਹਾਰਾਜ ਕਹਿੰਦੇ ਜਿਹੜੇ ਹੰਕਾਰ ਦਾ ਬਹੁਤਾ ਹੈ, ਕਿਰਤੀ ਸਿੱਖਾਂ ਨੂੰ ਹੰਕਾਰ ਹੋ ਜਾਂਦਾ, ਮੇਰੇ ਕੋਲ ਕਿਰਤੀ ਸਿੱਖ ਕੋਈ ਨਹੀਂ, ਮੈਂ ਬੜੀ ਮਿਹਨਤ ਕਰਦਾ। ਸਾਧੂ ਤਾਂ ਵਿਹਲੜੇ ਆ, ਜਿਵੇਂ ਇਹਨਾਂ ਨਾਸਤਿਕਾਂ ਨੇ ਅਰਥ ਕੱਢੇ ਆ। ਅਤੇ ਸਾਧੂ ਵਿਹਲੜੇ ਆ। ਅਤੇ ਗੁਰੂ ਅੰਗਦ ਦੇਵ ਜੀ ਕੀ ਕਰਦੇ ਰਹੇ? ਗੁਰੂ ਨਾਨਕ ਸਾਹਿਬ ਜੀ ਦੇ ਉਹ ਅੰਸ਼ ਨਹੀਂ ਪੜ੍ਹੇ ਕਦੇ? ਜਦੋਂ ਮਹਾਰਾਜ ਜੀ ਨੇ ਛੋਟੇ ਛੋਟੇ ਬੱਚਿਆਂ ਦਾ ਤਿਆਗ ਕਰਕੇ 4 ਉਦਾਸੀਆਂ ਲੈਣ ਦਾ ਫੈਸਲਾ ਲਿਆ, ਅਤੇ ਗੁਰੂ ਨਾਨਕ ਸਾਹਿਬ ਦੀ ਜਿਹੜੀ ਸੱਸ ਸੀਗੀ ਉਹ ਵੀ ਉਹਨਾਂ ਨੂੰ ਸੁਣਾਉਣ ਲੱਗ ਪਈ, ਕਹਿੰਦੀ ਫਿਰ ਵਿਆਹ ਕਿਉਂ ਕਰਾਉਣਾ ਸੀ ਜੇ ਸਾਧੂ ਰਹਿਣਾ ਸੀ। ਉਹ ਬਾਬਾ ਸ੍ਰੀ ਚੰਦ ਨੂੰ, ਲਖਮੀ ਦਾਸ ਨੂੰ ਲੈ ਕੇ ਕਹਿੰਦੀ ਮੈਂ ਹੁਣ ਚੱਲ ਜਾਂਦੀ ਪੇਕੀ। ਭੈਣ ਨਾਨਕੀ ਨੇ ਮਨਾਇਆ, ਮੈਨੂੰ ਇੱਕ ਬੱਚਾ ਦੇ, ਮੈਂ ਜਾਣ ਨਹੀਂ ਦੇਣੇ। ਅਤੇ ਫਿਰ ਉਹਨਾਂ ਦੀ ਜਿਹੜੀ ਸੱਸ ਸੀਗੀ ਮਾਤਾ ਸਖਣੀ ਦੀ ਮਾਤਾ ਅਤੇ ਸਹੁਰਾ ਆਏ ਅਤੇ ਉਹ ਲਖਮੀ ਦਾਸ ਨੂੰ ਲੈ ਗਿਆ। ਲਖਮੀ ਦਾਸ ਦੀ ਪਾਲਣਾ ਪੋਸ਼ਣਾ ਨਾਨਕਿਆਂ ਨੇ ਕੀਤੀ, ਅਤੇ ਜਿਹੜੇ ਸ੍ਰੀ ਚੰਦ ਸੀ ਉਹਨਾਂ ਦੀ ਪਾਲਣਾ ਪੋਸ਼ਣਾ ਭੈਣ ਨਾਨਕੀ ਨੇ ਕੀਤੀ ਹੈ। ਇਹਨਾਂ ਲੋਕਾਂ ਨੂੰ ਇਹ ਨਹੀਂ ਗਿਆਨ। ਗੁਰੂ ਨਾਨਕ ਸਾਹਿਬ ਸਾਰੀ ਜ਼ਿੰਦਗੀ ਕਿਤੇ ਹੜ ਨਹੀਂ ਸੀ ਚੁੱਕ ਕੇ ਪਾਉਂਦੇ ਫਿਰਦੇ। ਉਹ ਸਾਰੀ ਜਵਾਨੀ ਵੇਲੇ ਜਦੋਂ ਕੰਮ ਸਰੀਰ ਲਈ ਕੰਮ ਕਰਨ ਦੀ ਹਿੰਮਤ ਹੁੰਦੀ, ਉਹ ਤਾਂ ਉਹਨਾਂ ਨੇ ਉਦਾਸੀਆਂ ਲੈ ਕੇ ਜਗਤ ਦੀ ਕਲਿਆਣ ਕੀਤੀ ਹੈ। ਗੁਰੂ ਅੰਗਦ ਦੇਵ ਜੀ ਕਿਹੜਾ ਉੱਥੇ ਵਪਾਰ ਚਲਾਉਂਦੇ ਸੀ? ਗੁਰੂ ਅਮਰਦਾਸ ਜੀ ਨੇ ਕਿਹੜਾ ਵਪਾਰ ਚਲਾ ਲਿਆ? ਸੰਗਤ ਦਾ ਆਓ। ਗੁਰੂ ਅਰਜਨ ਦੇਵ ਜੀ 6ਵੇਂ ਪਾਤਸ਼ਾਹ, 7ਵੇਂ ਪਾਤਸ਼ਾਹ, 8ਵੇਂ ਪਾਤਸ਼ਾਹ, 9ਵੇਂ ਪਾਤਸ਼ਾਹ ਕਿਹੜੀ ਕਿਰਤ ਕਰਦੇ? ਇੰਨੇ ਬਾਣੀ ਅੰਦਰ ਭਗਤ ਆਉਂਦੇ ਆ, ਕਿਹੜੀ ਕਿਰਤ ਕਰਦੇ ਸੀ? ਜਦੋਂ ਉਹਨਾਂ ਨੇ ਮਾਲਾ ਚੁੱਕ ਲਈ ਫਿਰ ਕਿਰਤ ਛੁੱਟ ਗਈ, ਫਿਰ ਨਹੀਂ ਕਿਰਤ ਹੋਈ ਉਹਨਾਂ। ਇਸ ਕਰਕੇ ਹੰਕਾਰ ਨਹੀਂ ਕਰਨਾ ਚਾਹੀਦਾ। ਸਾਧੂਆਂ ਦੀ ਸੰਗਤ ਕਰਨੀ ਚਾਹੀਦੀ। ਸਾਧੂ ਹੋਵੇ, ਮਾਤਾ ਪਿਤਾ ਹੋਣ, ਇਹਨਾਂ ਦੀ ਸੇਵਾ ਕਰਕੇ ਇਹਨਾਂ ਦਾ ਆਸ਼ੀਰਵਾਦ ਲਈਦਾ। ਆਸ਼ੀਰਵਾਦ ਲੈਣ ਨੂੰ ਬੜੇ ਹੁੰਦੇ, ਨਾ ਕਿ ਇਹਨਾਂ ਦਾ ਸ਼ਰਾਫ ਲਈਦਾ, ਇਹਨਾਂ ਦੀ ਨਿੰਦਿਆ ਕਰਕੇ। ਸੋ ਇਸ ਕਰਕੇ ਇਹਨਾਂ ਨਿੰਦਕਾਂ ਤੋਂ ਸਾਵਧਾਨ ਹੋਵੋ, ਇਹਨਾਂ ਤੋਂ ਪਰੇ ਰਹੋ। ਗੁਰੂ ਅਰਜਨ ਦੇਵ ਜੀ ਦਾ ਫਰਮਾਨ ਹੈ, ਜਿਨੀ ਚਾਖਿਆ ਪ੍ਰੇਮ ਰਸੇ ਤ੍ਰਿਪਤ ਰਹੇ ਆਗਾਏ। ਜਿਨ੍ਹਾਂ ਨੇ ਇਸ ਪ੍ਰੇਮ ਰਸ ਨੂੰ ਚਖਿਆ ਉਹ ਰੱਜ ਗਏ। ਆਪ ਤਿਆਗ ਬੇਨਤੀ ਕਰਹਿ ਲਿਹੋ ਪ੍ਰਭੂ ਲੜ ਲਾਇਆ। ਆਪ ਹੰਕਾਰ ਦਾ ਤਿਆਗ ਕਰ ਗਏ। ਉਹਨਾਂ ਨੇ ਕਿਹਾ ਸਰੀਰ ਵੀ ਰੱਬ ਦਾ ਬਣਾਇਆ ਸੀ, ਸਰੀਰ ਦੁਆਰਾ ਮਿਹਨਤ ਕਰਕੇ ਜੋ ਮਾਇਆ ਵੀ ਕਮਾਈ ਉਹ ਵੀ ਰੱਬ ਦੀ ਹੋਈ, ਕਿਉਂਕਿ ਸਰੀਰ ਵੀ ਰੱਬ ਦਾ ਹੈ, ਮਾਇਆ ਵੀ ਰੱਬ ਦੀ ਹੋਈ, ਮਿਹਨਤ ਵੀ ਰੱਬ ਦੀ ਹੋਈ। ਮੇਰਾ ਮੁਝ ਵਿੱਚ ਕੁਛ ਨਹੀਂ, ਜੋ ਕੁਛ ਹੈ ਸੋ ਤੇਰਾ। ਉਹ ਕਹਿੰਦੇ ਸਭ ਕੁਛ ਪਰਮਾਤਮਾ ਦਾ ਹੀ ਹੈ, ਤਨ ਮਨ ਧਨ ਸਭ ਕੁਛ ਮੇਰਾ ਨਹੀਂ ਹੈ। ਹੰਕਾਰੀ ਬੰਦਾ ਕਹਿੰਦਾ ਨਹੀਂ ਮੇਰੀ ਹੈ ਮਾਇਆ, ਮੈਂ ਕਮਾਈ ਹੈ। ਸੋ ਉਹ ਨਹੀਂ ਕਹਿੰਦੇ। ਉਹ ਕਹਿੰਦੇ ਜੋ ਕੁਛ ਹੈ ਗੁਰੂ ਨਾਨਕ ਦਾ ਹੈ, ਗੁਰੂ ਦੇ ਖਾਤਰ ਕੀਤਾ ਜੋ ਕੁਛ ਕੀਤਾ। ਇਹ ਪ੍ਰਭੂ ਮੈਨੂੰ ਆਪਣੇ ਲੜ
ਪੱਲੇ ਨਾਲ ਲਗਾ ਲਓ। ਗੁਰੂ ਅਰਜਨ ਦੇਵ ਜੀ ਕਹਿੰਦੇ, ਜੋ ਹਰ ਕੰਤ ਮਿਲਾਈਆ ਸੇ ਵਿਛੜ ਕਤਹਿ ਨਾ ਜਾਏ। ਜਿਨ੍ਹਾਂ ਇਸਤਰੀਆਂ ਨੂੰ ਹਰੀ ਪਤੀ ਨੇ ਆਪਣੇ ਨਾਲ ਮਿਲਾ ਲਿਆ ਹੈ, ਉਹ ਉਸ ਨਾਲੋਂ ਵਿਛੜ ਕੇ ਕਿਸੇ ਹੋਰ ਤਰਫ ਨਹੀਂ ਜਾਂਦੀਆਂ। ਜਿਹੜੀਆਂ ਰੱਬ ਦੀਆਂ ਹੋ ਗਈਆਂ ਉਹ ਰੱਬ ਜੋਗੀਆਂ ਰਹਿ ਜਾਂਦੀਆਂ, ਮੁੜ ਕੇ ਫਿਰ ਵਿਛੜਦੀਆਂ ਨਹੀਂ। ਜਿਹੜੇ ਪੱਕੇ ਪਰਮਾਤਮਾ ਜਿਹੜੀਆਂ ਪਤੀ ਨੂੰ ਭਾ ਗਈਆਂ, ਜਿਹੜੀਆਂ ਗੁਰੂ ਨਾਨਕ ਸਾਹਿਬ ਨੂੰ ਪਿਆਰੇ ਸਿੱਖ ਹੋ ਗਏ, ਉਹ ਉਹਨਾਂ ਦੇ ਹੀ ਅਵਗੁਣ ਕੱਢ ਕੇ ਉਹਨਾਂ ਨੂੰ ਗੁਣ ਦਾ ਖਜ਼ਾਨਾ ਬਖਸ਼ਦੇ। ਮਹਾਰਾਜ ਦਇਆ ਕਰਕੇ ਭਗਤੀ ਬਖਸ਼ਦੇ ਆ। ਸੋ ਉਹਨਾਂ ਨੂੰ ਆਪਣੀ ਭਗਤੀ ਨਾਲ ਜੋੜਦੇ, ਜਿਨ੍ਹਾਂ 'ਤੇ ਕਿਰਪਾ ਕਰਦੇ ਗੁਰੂ ਨਾਨਕ ਸਾਹਿਬ। ਸੋ ਇਸ ਕਰਕੇ ਸਾਡੇ ਧੰਨ ਭਾਗ ਆ, ਮਹਾਰਾਜ ਜੀ ਨੇ ਸਾਨੂੰ ਦਮਦਮੀ ਟਕਸਾਲ ਨਾਲ ਜੋੜਿਆ, ਸਹੀ ਅਰਥਾਂ ਨਾਲ ਜੋੜਿਆ, ਸਹੀ ਗਿਆਨ ਨਾਲ ਜੋੜਿਆ। ਉੱਥੇ ਸਾਧੂਆਂ ਦੀ ਸੰਗਤ, ਸਾਡੇ ਪਿਤਾ ਜੀ ਸਾਧੂ ਸਮਾਨ ਸੀ। ਸੰਤ ਬਾਬਾ ਜਵਾਲਾ ਸਿੰਘ ਮਹਾਰਾਜ, ਜਿਹੜੇ ਪਿਆਰੇ ਦਇਆ ਸਿੰਘ ਦੀ ਗੱਦੀ ਵਿੱਚੋਂ ਸੀ, ਔਰ ਜਿਹੜੇ 10ਵੇਂ ਪਾਤਸ਼ਾਹ ਦੇ ਵਚਨਾਂ ਨਾਲ ਜਿਨ੍ਹਾਂ ਦਾ ਦੁਆਬੇ ਅੰਦਰ ਅਵਤਾਰ ਹੋਇਆ, ਜਨਮ ਹੋਇਆ, ਉਹ ਲੰਗੇਰੀ ਪਿੰਡ, ਜਿਹਦੇ ਵਿੱਚ ਇੱਕ ਲਾਂਗਰੀ ਮਹਾਰਾਜ ਕੋਲ ਜਾਂਦਾ ਸੀ। ਉਹ ਕੁੰਮਾ ਸਿੰਘ ਮਹਾਰਾਜ ਕਹਿੰਦੇ ਆਪਣੇ ਨਾਂ ਦਾ ਸ਼ਹਿਰ ਵਸਾਇਆ। ਉਹ ਸ਼ਹਿਰ ਵਸਾ ਕੇ ਚਲ ਗਿਆ। ਕਹਿੰਦਾ ਮਹਾਰਾਜ ਸ਼ਹਿਰ ਵਸਾਇਆ, ਕਹਿੰਦੇ ਆਪਣੇ ਨਾਂ ਦਾ ਨਹੀਂ ਵਸਾਇਆ। ਕਹਿੰਦਾ ਨਹੀਂ ਮਹਾਰਾਜ, ਕਹੋ ਨਾਨਕ ਸਾਹਿਬ ਤੇਰੀ ਵਡਿਆਈ, ਮੈਂ ਆਪਣਾ ਨਾਂ ਕਿਉਂ ਜਪਾਵਾਂ। ਮਹਾਰਾਜ ਮੈਂ ਲੰਗਰ ਦੀ ਸੇਵਾ ਕਰਦਾ ਸੀ, ਪਿੰਡ ਦਾ ਨਾਂ ਲੰਗੇਰੀ ਰੱਖਤਾ, ਤੁਸੀਂ ਚਰਨ ਪਾਓ। 10ਵੇਂ ਪਾਤਸ਼ਾਹ ਨੇ ਨੇਤਰ ਬੰਦ ਕੀਤੇ, ਕਹਿੰਦੇ ਹੁਣ ਤਾਂ ਨਹੀਂ ਆਵਾਂਗੇ, ਸਾਡੀ ਜੋਤ ਆਊਗੀ ਬਾਬਾ ਜਵਾਲਾ ਸਿੰਘ ਹਰਖਵਾੜ ਵਾਲੇ ਮਹਾਂਪੁਰਖ। ਉਹ ਅਵਤਾਰ ਧਾਰਨਗੇ ਇਸ ਪਿੰਡ ਅੰਦਰ, ਉਹਨਾਂ ਦੇ ਰੂਪ 'ਚ ਪ੍ਰਗਟ ਹੋਵਾਂਗੇ। ਸੋ ਇਸ ਤਰ੍ਹਾਂ ਸੰਤ ਮਹਾਂਪੁਰਖ ਜਿਨ੍ਹਾਂ ਦੇ ਸਾਡੇ ਖਾਨਦਾਨ ਨੂੰ ਸੰਗਤ ਪ੍ਰਾਪਤ ਹੋਈ, ਸਾਡੇ ਪਿਤਾ ਨੂੰ, ਸਾਡੇ ਦਾਦੀ ਨੂੰ, ਸਾਡੇ ਖਾਨਦਾਨ ਨੇ ਉਹਨਾਂ ਦੀ ਸੰਗਤ ਕੀਤੀ ਆ, ਹਰਖਵਾੜ ਵਾਲੇ ਸੰਤ ਬਾਬਾ ਜਵਾਲਾ ਸਿੰਘ। ਸੋ ਜਿਨ੍ਹਾਂ ਨੇ ਸਾਧੂਆਂ ਦੀ ਸੰਗਤ ਕੀਤੀ, ਉਹ ਕਿੱਥੇ ਉਹਨੂੰ ਛੱਡ ਸਕਣਗੇ। ਭਾਵੇਂ ਕੋਟਕ ਮਿਲੇ ਸੰਤ, ਕਰੋੜਾਂ ਹੀ ਨਾਸਤਕ ਮਿਲ ਪੈਣ, ਸਾਧੂਆਂ ਦੀ ਸੰਗਤ ਦੇ ਰਸ ਨੂੰ ਉਹ ਨਹੀਂ ਤਿਆਗ ਸਕਦੇ, ਜਿਵੇਂ ਗੁਰੂ ਅਰਜਨ ਦੇਵ ਜੀ ਨਹੀਂ ਤਿਆਗ ਸਕਦੇ। ਸੋ ਜੋ ਹਰ ਕੰਤ ਮਿਲਾਈਆ ਸੇ ਵਿਛੜ ਕਤਹਿ ਨਾ ਜਾਏ। ਜਿਨ੍ਹਾਂ ਇਸਤਰੀਆਂ ਨੂੰ ਪਰਮਾਤਮਾ ਨੇ ਆਪਣਾ ਨਾਮ, ਗੁਰਮੁੱਤ ਅਤੇ ਆਪਣੀ ਬੰਦਗੀ ਦੇ ਕੇ ਤਾਰ ਲਿਆ, ਅਵਗੁਣ ਕੱਢ ਕੇ ਗੁਣ ਬਖਸ਼ਤੇ, ਭਗਤੀ ਦਾ ਖਜ਼ਾਨਾ ਬਖਸ਼ਤਾ। ਕੁੰਜੀ ਸੰਤਨ ਸੌਂਪੀ, ਪ੍ਰਭਿਣ ਦੂਜਾ ਨਾਹੀਂ, ਪ੍ਰਭਿਣ ਦੂਜਾ ਕੋ ਨਹੀਂ, ਨਾਨਕ ਹਰਿ ਸਰਣਾਏ। ਗੁਰੂ ਜੀ ਕਥਨ ਕਰਦੇ ਹਨ, ਪ੍ਰਭੂ ਤੋਂ ਬਿਨਾਂ ਹੋਰ ਦੂਜਾ ਕੋਈ ਨਹੀਂ ਸਹਾਇਤਾ ਕਰਨ ਵਾਲਾ। ਇਸ ਲਈ ਅਸੀਂ ਹਰੀ ਦੀ ਛੰਡ ਵਿੱਚ ਆਏ ਹਾਂ। ਅਸੂ ਸੁਖੀ ਵਸੰਦੀਆ ਜਿਨ੍ਹਾਂ ਮਇਆ ਹਰਣਾ। ਅੱਸੂ ਦੁਆਰਾ ਕਥਨ ਕਰਦੇ ਹਨ, ਉਹ ਇਸਤਰੀਆਂ ਅੱਸੂ ਦੇ ਮਹੀਨੇ ਵਿੱਚ ਸੁੱਖ ਸਹਿਤ ਵਸਦੀਆਂ ਹਨ, ਜਿਨ੍ਹਾਂ ਉੱਤੇ ਹਰੀ ਰਾਜੇ ਦੀ ਮਾਇਆ ਕਿਰਪਾ ਦ੍ਰਿਸ਼ਟੀ ਹੈ, ਜਿਨ੍ਹਾਂ 'ਤੇ ਪਰਮਾਤਮਾ ਕਿਰਪਾ ਕਰਕੇ ਸਾਧੂਆਂ ਦੀ ਸੰਗਤ ਬਖਸ਼ ਦਿੰਦਾ, ਸਤਸੰਗ ਬਖਸ਼ ਦਿੰਦਾ, ਜਿਨ੍ਹਾਂ ਨੂੰ ਵਿਚੋਲਾ ਮਿਲ ਜਾਂਦਾ। ਸਾਧੂ ਸੰਤ ਮਹਾਤਮਾ ਬਿਨਾਂ ਵਿਚੋਲੇ ਤੋਂ ਸਾਕ ਨਹੀਂ ਹੁੰਦਾ। ਇਸ ਤਰ੍ਹਾਂ ਸਾਧੂ ਬਿਨ ਨਾਹੀ ਦਰਬਾਰ। ਮਹਾਰਾਜ ਬਾਣੀ 'ਚ ਕਹਿੰਦੇ ਸਾਧੂ ਤੋਂ ਬਿਨਾਂ ਰੱਬ ਨਹੀਂ ਪ੍ਰਾਪਤ ਹੁੰਦਾ। ਇੱਥੇ ਦਾ ਪ੍ਰਧਾਨ ਮੰਤਰੀ, ਰਾਸ਼ਟਰਪਤੀ ਨਹੀਂ ਮਿਲ ਸਕਦਾ, ਉਹਨੂੰ ਮਿਲਣ ਲਈ ਵੀ 10 ਬੰਦਿਆਂ ਦੀ ਲੋੜ ਪੈਂਦੀ, ਸੈਨਾ ਦੀ ਲਿਖਾ ਪੜ੍ਹੀ ਕਰਨੀ ਪੈਂਦੀ। ਅਤੇ ਜਿਹੜਾ ਰੱਬ ਆ ਉਹ ਤਾਂ ਸਭ ਤੋਂ ਉੱਤੇ ਹੈ। ਠਾਕੁਰ ਹਮਰਾ ਉੱਚਾ, ਉਹ ਤਾਂ ਸਭ ਤੋਂ ਉੱਚਾ, ਉੱਚਾ ਤੇਰਾ ਤਖਤ ਸੱਚਾ ਤੇਰਾ ਦਰਬਾਰ। ਉਹ ਕਿਵੇਂ ਮਿਲ ਜਾਓ, ਪਹਿਲਾਂ ਉਹਦੇ ਪਿਆਰਿਆਂ ਨੂੰ ਮਿਲਾਂਗੇ ਤਾਂ ਹੀ ਉਹ ਪਿਆਰੇ ਤੈਨੂੰ ਬਣਾ ਦੇਣਗੇ। ਸੋ ਸੇਵਕਾਂ ਦਾ ਸੇਵਕ ਬਣ ਜਾਵਾਂ, ਜਿਵੇਂ ਬਾਬਾ ਠਾਕਰ ਸਿੰਘ ਜੀ ਦਾਸਾਂ ਨੂੰ ਦਾਸ ਲਿਖਦੇ ਸੀ। ਸੰਤ ਜਰਨੈਲ ਸਿੰਘ ਖਾਲਸਾ ਜੀ ਕਥਾ ਕਰਕੇ, ਲੈਕਚਰ ਕਰਕੇ ਹਟੇ, ਅਤੇ ਇੱਕ ਢਾਡੀ ਜਥਾ ਕਹਿੰਦਾ ਹੁਣੇ ਹੁਣੇ ਬ੍ਰਹਮ ਗਿਆਨੀ ਸੰਤ ਜਰਨੈਲ ਸਿੰਘ ਬੋਲੇ। ਸੰਤਾਂ ਨੇ ਸਪੀਕਰ ਖੋਲ੍ਹ ਲਿਆ, ਕਹਿੰਦੇ ਮੈਨੂੰ ਸੰਤ ਬਣਾ ਕੇ ਤੈਨੂੰ 500 ਦਾ ਨੋਟ ਨਹੀਂ, 50 ਦਾ, 5 ਦੀ ਜਗ੍ਹਾ 50 ਦਾ ਨੋਟ ਨਹੀਂ ਚੜ੍ਹ ਜਾਣਾ, ਤੂੰ ਮੈਨੂੰ ਸੰਤ ਨਾ ਬਣਾ। ਸੰਤ ਕਦੇ ਆਪਣੇ ਆਪ ਨੂੰ ਸੰਤ ਨਹੀਂ ਸੀ ਕਹਾਉਂਦੇ, ਨਾ ਕਦੇ ਕਹਾਉਂਦੇ ਹੀ ਹੁੰਦੇ ਆ। ਜਬ ਹਮ ਹੋਤੇ ਤਬ ਤੂੰ ਨਹੀਂ, ਅਬ ਤੂੰ ਹੀ ਮੈਂ ਨਹੀਂ। ਜਿਹੜੇ ਸੰਤ ਹੁੰਦੇ ਉਹ ਕਦੇ ਨਹੀਂ ਕਹਿੰਦੇ ਮੈਂ ਸੰਤ ਹਾਂ, ਜਿਹੜੇ ਹੁੰਦੇ ਉਹ ਕਦੇ ਕਹਿੰਦੇ ਹੀ ਨਹੀਂ, ਜਿਹੜੇ ਨਹੀਂ ਹੁੰਦੇ ਉਹ ਰੌਲਾ ਪਾਉਂਦੇ। ਸੋ ਜਿਹੜਾ ਘੜਾ ਭਰਿਆ ਉਹ ਨਹੀਂ ਛਣਕਦਾ ਹੁੰਦਾ। ਅਤੇ ਬਾਕੀ ਹਰ ਕਾ ਭਗਤ ਪ੍ਰਗਟ ਨਹੀਂ ਛਪੈ। ਮਹਾਰਾਜ ਕਹਿੰਦੇ ਲੁਕਿਆਂ ਵੀ ਨਹੀਂ ਲੁਕ ਸਕਦੇ। ਜਿਵੇਂ ਚਾਣਕੇ ਦੱਸਦਾ ਵੀ ਚਿਹਰਾ ਬੋਲਦਾ, ਕਿਸੇ ਦੀ ਭਗਤੀ ਉਹਦੇ ਚਿਹਰੇ 'ਤੇ ਬੋਲਦੀ, ਬੰਦੇ ਦਾ ਚਿਹਰਾ ਦੱਸ ਦਿੰਦਾ। ਸੋ ਸਾਧੂਆਂ ਦੇ ਚਿਹਰੇ ਬੋਲਦੇ, ਉਹਨਾਂ ਦੀ ਕਮਾਈ ਉਹ ਲੁਕੀ ਨਹੀਂ ਰਹਿੰਦੀ। ਸੋ ਇਸ ਕਰਕੇ ਅਸੀਂ ਸੰਤਾਂ ਦੀ ਨਿੰਦਕਾਂ 'ਚ ਸ਼ਾਮਲ ਨਾ ਹੋਈਏ,
संत सरन जो जान परे सो जग उदरनहार संत की निंदा नानका बहु अनंतार। गुरु अर्जन देव जी किरपा करन ਸਾਨੂੰ ਸਾਧੂਆਂ ਦੀ ਸੰਗਤ ਸਤਸੰਗ ਬਖਸ਼ਣ। ਅੱਸੂ ਦੇ ਮਹੀਨਾ ਸਾਡਾ ਸਫਲ ਹੋਵੇ ਤੇ ਅਸੀਂ ਇਸਤਰੀਆਂ ਆਤਮਾ ਰੂਪ ਉਹਦੇ ਮਹੀਨੇ ਵਿੱਚ ਸੁੱਖ ਨੂੰ ਪ੍ਰਾਪਤ ਕਰੀਏ, ਸਤਸੰਗ ਕਰੀਏ, ਸਾਨੂੰ ਪਰਮਾਤਮਾ ਦੀ ਕਿਰਪਾ ਦ੍ਰਿਸ਼ਟੀ ਮਿਲ ਜਾਏ, ਸਾਨੂੰ ਸਿੱਖੀ ਦੀ ਦਾਤ, ਨਾਮ ਦੀ ਦਾਤ, ਅੰਮ੍ਰਿਤ ਦੀ ਦਾਤ, ਚਾਰ ਪਦਾਰਥ ਜੇ ਕਮਾਂਗੇ ਸਾਧ ਜਨਾਂ ਦੀ ਸੇਵਾ ਲੱਗ, ਸਾਧੂਆਂ ਦੀ ਸੇਵਾ ਦੀ ਦਾਤ ਦੇ ਦੇ। ਸੋ ਇਹ ਬਹੁਤ ਬੜੀ ਪ੍ਰਾਪਤੀਆਂ ਹੈ। ਸੋ ਇਤਨੇ ਕੁ ਵਚਨ ਕਰਦੇ ਹਾਂ ਭੁੱਲਾਂ ਚੁੱਕ ਖਿਮਾ ਅਰਦਾਸ ਕਰੀਏ ਮਹਾਰਾਜ ਸਾਨੂੰ ਇਹਨਾਂ ਨਿੰਦਕਾਂ ਤੋਂ, ਸਾਖਤਾਂ ਤੋਂ ਬਚਾ ਕੇ ਰੱਖੀ ਅਤੇ ਸਾਨੂੰ ਪਿਆਰੀ ਸਿੱਖੀ, ਭਗਤੀ, ਸਤਸੰਗ, ਸਾਧੂਆਂ ਦੀ ਸੰਗਤ ਬਖਸ਼ੀ, ਜਿਨ੍ਹਾਂ ਸਾਡਾ ਜੀਵਨ ਜੋ ਆ ਸਫਲ ਹੋ ਜਾਏ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।